ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਤੇ ਸਾਡੇ ਪ੍ਰੋਗਰਾਮਾਂ ਦੀ ਸਮਾਂ ਸਾਰਣੀ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਲਗਾਤਾਰ ਸਵੇਰੇ ਸ਼ਾਮ 2-2 ਘੰਟੇ ਮੈਂ ਤੁਹਾਡੇ ਨਾਲ ਲਾਈਵ ਹੋਣਾ। ਇਸ ਦੌਰਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਧ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਤੇ ਵਿਰਾਸਤ ਦੀ ਗੱਲ ਹੁੰਦੀ ਹੈ। ਤੇ ਅੱਜ ਤਾਰੀਖ ਹੈ 2 ਮਾਰਚ ਸਨ 2021 ਦਿਨ ਮੰਗਲਵਾਰ 19 ਫੱਗਣ ਨਾਨਕ ਸ਼ਾਹੀ ਸੰਮਤ 552 ਨੂੰ ਸ਼ਾਮ ਦਾ ਇਹ ਪ੍ਰੋਗਰਾਮ ਹੈ। ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨਾ ਤਾਂ ਤੁਸੀਂ 9876309655 ਤੇ ਕਾਲ ਕਰ ਸਕਦੇ ਹੋ। ਵਟਸਐਪ ਕਾਲ ਵੀ ਕੀਤੀ ਜਾ ਸਕਦੀ ਹੈ। ਕੋਈ ਰਿਕਾਰਡਡ ਸੁਨੇਹਾ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਾ ਚਾਹੁੰਦੇ ਹੋ ਤਾਂ ਉਹ ਸੁਨੇਹਾ ਵੀ ਤੁਸੀਂ ਰਿਕਾਰਡ ਕਰਕੇ ਛੱਡ ਸਕਦੇ ਹੋ। ਸਿਰਫ ਔਨ ਏਅਰ ਲਿਖ ਦਿਓ। ਉਸ ਤੁਹਾਡੇ ਸੁਨੇਹੇ ਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਾਂ ਸੇਮ ਪ੍ਰੋਗਰਾਮਾਂ ਦੇ ਵਿੱਚ ਰੇਡੀਓ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਟਿਵਾਣਾ ਰੇਡੀਓ ਜਿਹੜੀ ਸਾਡੀ ਵੈਬਸਾਈਟ ਹੈ tiwanaradio.com 'ਤੇ ਵੀ ਜਾ ਸਕਦੇ ਹੋ। ਅਤੇ ਉੱਥੇ ਤੁਹਾਨੂੰ ਸਾਡੀਆਂ ਐਪਸ ਵੀ ਮਿਲਣਗੀਆਂ। ਐਂਡਰਾਇਡ ਅਤੇ ਆਈਫੋਨ ਐਪਸ ਨੇ, ਉਹ ਜ਼ਰੂਰ ਇੰਸਟਾਲ ਕਰੋ। ਅਤੇ ਇਸ ਦੇ ਨਾਲ ਨਾਲ ਅਮਰੀਕਾ ਦੇ ਵਿੱਚ ਅਗਰ ਇਹਨਾਂ ਪ੍ਰੋਗਰਾਮਾਂ ਨੂੰ ਸੁਣਨਾ ਤਾਂ ਫਿਰ ਕਾਲ ਟੂ ਲਿਸਨ ਨੰਬਰ ਹੈ 667-930-9260 ਯਾਨੀ ਕਿ 667-930-9260। ਇਸ ਨੰਬਰ ਦੇ ਜ਼ਰੀਏ ਕਾਲ ਕਰਕੇ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਰਿਪੀਟ ਪ੍ਰੋਗਰਾਮ ਤੁਹਾਨੂੰ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਮਿਲਣਗੇ। ਸੋ ਪੇਜ ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸੰਪਰਕ ਐਡਰੈਸ ਲੈ ਸਕਦੇ ਹੋ। ਆਪਣੇ ਕਿਸੇ ਵਪਾਰ ਕਾਰੋਬਾਰ ਦੀ ਐਡਵਰਟਾਈਜ਼ ਕਰਨਾ ਹੋਵੇ ਤਾਂ ਵੀ ਆਪ ਦਾ ਸਵਾਗਤ ਹੈ। ਅਤੇ ਜੇ ਪ੍ਰੋਗਰਾਮਾਂ ਨੂੰ ਤੁਸੀਂ ਵੀ ਸਪੋਂਸਰ ਕਰਾਉਣਾ ਚਾਹੁੰਦੇ ਹੋ ਜਾਂ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਹਾਡਾ ਮੰਥਲੀ ਸਬਸਕ੍ਰਿਪਸ਼ਨ 'ਤੇ ਵੀ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਦੀ ਗੱਲ ਬਾਅਦ 'ਚ ਕਰਾਂਗੇ। ਪਹਿਲਾਂ ਵਿਰਾਸਤ ਦੀ ਗੱਲ ਕਰਾਂਗੇ, ਕਾਮਰੂਪ ਦੇਸ਼ ਦੀ ਗੱਲ ਕਰਾਂਗੇ। ਇਹ ਕਾਮਰੂਪ ਅਸਾਮ ਜਿੱਥੇ ਅੱਜ ਕੱਲ੍ਹ ਇਲੈਕਸ਼ਨ ਪ੍ਰਿਅੰਕਾ ਗਾਂਧੀ ਗਈ ਹੋਈ ਹੈ, ਪ੍ਰਿਅੰਕਾ ਵਾਡਰਾ, ਉੱਥੇ ਕਮੱਖਿਆ ਮੰਦਰ ਵੀ ਹੈ, ਹਿੰਦੂ ਧਰਮ ਦਾ ਮਹਾਨ ਸਥਾਨ ਹੈ, ਪੁਰਾਤਨ ਮੰਦਰ ਹੈ। ਅਤੇ ਨਾਲ ਨਾਲ ਕਾਮਰੂਪ ਕਿੱਸਾ ਹੈ ਜਿਹੜਾ, ਉਸ ਦਾ ਵੀ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਵਿਰਾਸਤ ਦੀ ਗੱਲ ਕਰਾਂਗੇ। ਕਾਮਰੂਪ ਦੇ ਬਾਰੇ ਇਹ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਮਿੱਥਾਂ ਨੇ। ਹਾਲਾਂਕਿ ਸਾਡੇ ਜਿਹੜੇ ਪੁਰਾਤਨ ਗ੍ਰੰਥ ਨੇ ਜਿਵੇਂ ਪੁਰਾਣਾ ਨੇ, ਮਹਾਭਾਰਤ ਹੈ, ਉਸ ਦੇ ਵਿੱਚ ਇਸ ਪ੍ਰਦੇਸ਼ ਦਾ ਨਾਂ ਪ੍ਰਾਗ ਜੋਤਿਸ਼ ਲਿਖਿਆ ਮਿਲਦਾ। ਹੁਣ ਇਹ ਨਾ ਹੋਵੇ ਕਿ ਅਸਾਮ ਦਾ ਨਾਂ ਹੀ ਬਦਲ ਕੇ BJP ਵਾਲੇ ਪ੍ਰਾਗ ਜੋਤਿਸ਼ ਕਰ ਦੇਣ, ਜਿਸ ਤਰ੍ਹਾਂ ਸ਼ਹਿਰਾਂ ਦੇ ਨਾਮ ਬਦਲੇ ਜਾ ਰਹੇ ਨੇ। ਸੋ ਮਹਾਭਾਰਤ ਦੇ ਪੁਰਾਣ ਦੇ ਵਿੱਚ ਇਸ ਖਿੱਤੇ ਦਾ ਨਾਂ ਪ੍ਰਾਗ ਜੋਤਿਸ਼ ਕਿਹਾ ਜਾਂਦਾ, ਜਿਵੇਂ ਪ੍ਰਾਗ ਰਾਜ ਇਲਾਹਾਬਾਦ ਨੂੰ ਬਣਾ ਦਿੱਤਾ। ਸੋ ਮਹਾਭਾਰਤ ਦੇ ਵਿੱਚ ਤਾਂ ਇੱਥੇ ਨਾਰੀ ਰਾਜ ਹੋਣ ਬਾਰੇ ਵੀ ਸੰਕੇਤ ਹੈ ਕਿ ਇੱਥੇ ਔਰਤਾਂ ਦਾ ਰਾਜ ਸੀ। ਇਹ ਗੱਲ ਮਹਾਭਾਰਤ ਦੇ ਵਿੱਚ ਇਸ ਦਾ ਖੁਲਾਸਾ ਮਿਲਦਾ ਹੈ। 643 ਈਸਵੀ ਦੇ ਵਿੱਚ ਜਦੋਂ ਚੀਨ ਦਾ ਯਾਤਰੀ ਹਿਊਨ-ਸਾਂਗ, ਆਪਾਂ ਸਾਰਿਆਂ ਨੇ ਪੜ੍ਹਿਆ ਹਿਸਟਰੀ ਦੇ ਵਿੱਚ, ਅਤੇ ਉਹ ਇਸ ਇਲਾਕੇ ਦੇ ਵਿੱਚ ਆਇਆ ਤਾਂ ਉਸ ਵਕਤ ਇਸ ਇਲਾਕੇ ਦਾ ਨਾਂ ਪ੍ਰਾਗ ਜੋਤਿਸ਼ ਨਹੀਂ ਸੀ। ਉਸ ਵਕਤ ਇਸ ਇਲਾਕੇ ਦਾ ਨਾਂ ਕਾਮਰੂਪ ਸੀ। ਇਹ ਹਿਊਨ-ਸਾਂਗ ਦੇ ਹਵਾਲਿਆਂ ਦੇ ਵਿੱਚ ਮਿਲਦਾ ਹੈ। ਸੰਭਵ ਹੈ ਕਿ ਮਹਾਭਾਰਤ ਯੁੱਗ ਤੱਕ ਇਸ ਖੇਤਰ ਦੇ ਵਿੱਚ ਜਿਹੜਾ ਪੁਰਾਣਾ ਨਾਂ ਪ੍ਰਾਗ ਜੋਤਿਸ਼ ਪ੍ਰਚਲਿਤ ਹੋਵੇ। ਹੌਲੀ ਹੌਲੀ ਮਗਰੋਂ ਕਮੱਖਿਆ ਦੇਵੀ ਦੀ ਪੂਜਾ ਦੀ ਪ੍ਰਧਾਨਤਾ ਸਦਕਾ ਇਹ ਕਾਮਾਖਿਆ ਤੋਂ ਕਾਮਰੂਪ ਹੋ ਗਿਆ ਹੋਵੇ। ਸੋ ਪੁਰਾਣਾ ਅਤੇ ਤੰਤਰਾਂ ਦੇ ਵਿੱਚ ਕਾਮਰੂਪ ਦਾ ਜ਼ਿਕਰ ਆਉਂਦਾ। ਪੁਰਾਣਾ ਦੇ ਅਨੁਸਾਰ ਜਿਹੜੇ ਹਿੰਦੂ ਧਰਮ ਦੇ ਪੁਰਾਣ ਨੇ ਉਹਨਾਂ ਦੇ ਵਿੱਚ ਇਸ ਨਗਰ ਦੀ ਸਥਾਪਨਾ ਨਰਕਾਸੁਰ ਨਾਂ ਦੇ ਇੱਕ ਪ੍ਰਤਾਪੀ ਪੁਰਾਣਕ ਰਾਜੇ ਨੇ ਕੀਤੀ ਸੀਗੀ। ਉਸਨੇ ਅਟਕਾਸੁਰ ਨਾਂ ਦੇ ਸ਼ਕਤੀਸ਼ਾਲੀ ਕਿਰਾਤ ਰਾਜੇ ਨੂੰ ਹਰਾ ਕੇ ਉਸ ਦਾ ਕਤਲ ਕੀਤਾ ਅਤੇ ਫਿਰ ਆਪਣਾ ਰਾਜ ਸਥਾਪਿਤ ਕੀਤਾ। ਪੁਰਾਣਾ ਦੇ ਅਨੁਸਾਰ ਨਾਨਕਸਰ ਪ੍ਰਾਗ ਜੋਤਿਸ਼ਪੁਰ ਜਾਣੀ ਕਿ ਗੁਹਾਟੀ ਜਿਸ ਤਰ੍ਹਾਂ ਇਸ ਦੀ ਰਾਜਧਾਨੀ ਹੈ, ਉੱਥੇ ਆਪਣੀ ਰਾਜਧਾਨੀ ਕਾਇਮ ਕਰਨ ਤੋਂ ਬਾਅਦ ਕਮੱਖਿਆ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਬ੍ਰਾਹਮਣਾਂ ਨੂੰ ਲਿਆ ਕੇ ਵਸਾਇਆ ਇਸ ਰਾਜੇ ਨੇ। ਹੁਣ ਗੁਹਾਟੀ ਕੀ ਹੈ? ਉਸ ਇਲਾਕੇ ਦੇ ਵਿੱਚ ਗੌਹਾਟੀ ਜਾਣੀ ਕਿ ਪਿੰਡ ਦੀ ਇੱਕ ਹੱਟੀ, ਵਪਾਰ ਦਾ ਛੋਟਾ ਜਿਹਾ ਕੇਂਦਰ ਸੀ। ਗੌਹਾਟੀ ਤੋਂ ਬਦਲ ਕੇ ਇਸ ਦਾ ਨਾਂ ਗੁਹਾਟੀ ਪਿਆ, ਜੋ ਅਸਾਮ ਦੀ ਕੈਪੀਟਲ ਹੈ, ਰਾਜਧਾਨੀ ਹੈ। ਸੋ ਵਿਸ਼ਨੂੰ ਦੀ ਨਰਕਾਸੁਰ ਉੱਤੇ ਕਿਰਪਾ ਦ੍ਰਿਸ਼ਟੀ ਸੀ ਅਤੇ ਉਹਨਾਂ ਨੇ ਹੀ ਨਰਕਾਸੁਰ ਨੂੰ ਕਮੱਖਿਆ ਦੀ ਉਪਾਸਨਾ ਕਰਨ ਦੀ ਪ੍ਰੇਰਨਾ ਕੀਤੀ। ਇਸ ਤੋਂ ਬਾਅਦ ਨਰਕਾਸੁਰ ਦੁਰਾਚਾਰੀ ਹੋ ਗਿਆ ਅਤੇ ਉਸਨੇ ਕਮੱਖਿਆ ਦੇਵੀ ਨੂੰ ਆਪਣੀ ਪਤਨੀ ਬਣਾਉਣਾ ਚਾਹਿਆ ਤਾਂ ਕ੍ਰਿਸ਼ਨ ਨੇ ਨਰਕਾਸੁਰ ਨੂੰ ਦੰਡ ਦੇਣ ਵਾਸਤੇ ਉਸ ਦੀ ਨਗਰੀ 'ਤੇ ਹੱਲਾ ਬੋਲਿਆ ਅਤੇ ਨਰਕਾਸੁਰ ਦਾ ਵੱਧ ਕੀਤਾ। ਅਤੇ ਇਹ ਜਾਣੀ ਕਿ ਕਾਮਰੂਪ ਦੇਸ਼ ਬਾਰੇ ਇਹ ਹਵਾਲੇ ਮਿਲਦੇ ਨੇ। ਅਤੇ ਇਸੇ ਤਰ੍ਹਾਂ ਇੱਕ ਜਿਹੜਾ ਕਾਮਰੂਪ ਕਿੱਸਾ ਹੈ, ਉਹ ਕਾਮਰੂਪ ਕਿੱਸਾ ਕੀ ਹੈ? ਇਹ ਵੀ ਮਤਲਬ ਕਾਮਰੂਪ ਦੇ ਨਾਲ ਸੰਬੰਧਿਤ ਇੱਕ ਕਿੱਸਾ ਹੈ।
ਸੰਗਲਾਦੀਪ ਦਾ ਇਲਾਕਾ ਇਸ ਦੇ ਵਿੱਚ ਆਉਂਦਾ ਜ਼ਿਕਰ। ਸੋ ਇਹ ਕਾਮਰੂਪ ਪੰਜਾਬੀ ਦੀ ਇੱਕ ਦੰਦ ਕਥਾ ਹੈ ਜਿਸ ਦੇ ਵਿੱਚ ਭਾਰਤੀ ਯੂਨਾਨੀ ਤੇ ਸਾਮੀ ਕਥਾਨਕ ਰੂੜੀਆਂ ਦੀ ਇੱਕ ਮਿੱਸੀ ਜਿਹੀ ਇਕਾਈ ਹੈ। ਜਾਣੀ ਇਹ ਜੋ ਕਾਮਰੂਪ ਦਾ ਕਿੱਸਾ ਇਹ ਯੂਨਾਨੀ, ਸਾਮੀ ਤੇ ਹੋਰ ਭਾਰਤੀ ਕਿੱਸਿਆਂ ਦੇ ਵਿੱਚ ਰਲਦੀ ਮਿਲਦੀ ਸਟੋਰੀ ਹੈ। ਸੋ ਸੁਭਾਅ ਦੇ ਪੱਖੋਂ ਇਹ ਕਹਾਣੀ ਦੰਦ ਕਥਾ ਨਾਲੋਂ ਪਰੀ ਕਥਾ ਦੀ ਕਹਾਣੀਆਂ ਦੇ ਜ਼ਿਆਦਾ ਨੇੜੇ ਹੈ। ਇਸ ਦੇ ਵਿੱਚ ਅਲੌਕਿਕ, ਪਰਾ ਸਰੀਰਕ ਤੇ ਅਦਭੁਤ ਅੰਸ਼ ਬਹੁਤਾਤ ਦੇ ਵਿੱਚ ਮਿਲਦੇ ਨੇ। ਇਹੋ ਕਾਰਨ ਹੈ ਕਿ ਇਹ ਕਾਮਰੂਪ ਦਾ ਕਿੱਸਾ ਕਾਫੀ ਮਹਾਨ ਹੋਇਆ। ਵਾਤਾਵਰਣ ਕਿਧਰੇ ਰਹੱਸਮਈ ਹੈ, ਕਿਧਰੇ ਰੋਮਾਂਚਕ ਹੈ। ਤੇ ਇਹ ਕਥਾ ਪੰਜਾਬੀ ਦੇ ਵਿੱਚ ਹਿੰਦੀ ਦੇ ਪ੍ਰੇਮ ਆਖਿਆਨਾਂ ਦੇ ਪ੍ਰਭਾਵ ਹੇਠ ਲਿਖੀ ਗਈ। ਜਾਣੀ ਮੂਲ ਕਹਾਣੀ ਪੰਜਾਬੀ ਸੁਭਾਅ ਜਾਂ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ। ਸੋ ਜਿਹੜਾ ਬਿਹਾਰ ਦਾ ਇਲਾਕਾ ਸੀ, ਅਵਧ ਕਿਹਾ ਜਾਂਦਾ ਸੀ, ਜਿਸ ਨੂੰ ਅਵਧ ਦਾ ਜੋ ਰਾਜਾ ਸੀ ਗਣਪਤੀ ਦੇ ਪੁੱਤਰ ਕੰਵਰ ਕਾਮਰੂਪ ਆਪਣੇ 6 ਮਿੱਤਰਾਂ ਦੇ ਨਾਲ ਇੱਕ ਸੁਪਨੇ ਦੇ ਵਿੱਚ ਸੁੰਦਰੀ ਨੂੰ ਵੇਖਦਾ। ਉਹ ਸੁੰਦਰੀ ਦੀ ਖੋਜ ਦੇ ਵਿੱਚ ਉਹ ਨਿਕਲ ਜਾਂਦਾ ਹੈ। ਸੋ ਤੂਫਾਨ ਆਉਣ ਕਾਰਨ, ਉਹਨਾਂ ਦਾ ਜਹਾਜ਼ ਤਬਾਹ ਹੋਣ ਕਾਰਨ ਕਾਮਰੂਪ ਹੈ ਜਿਹੜਾ ਉਹ ਸਰਨਦੀਪ ਜਾ ਪਹੁੰਚਦਾ। ਇਸ ਦੀਪ ਦੇ ਵਿੱਚ ਤੀਵੀਆਂ ਦਾ ਰਾਜ ਹੈ। ਸੋ ਚੰਦਰਮੁਖੀ ਪਰੀ ਕਾਮਰੂਪ ਤੇ ਮੋਹਿਤ ਹੋ ਕੇ ਉਸ ਨੂੰ ਚੁੱਕ ਲੈ ਜਾਂਦੀ ਹੈ ਤੇ 1 ਸਾਲ ਤੱਕ ਆਪਣੇ ਕੋਲ ਰੱਖਦੀ ਹੈ। ਸੋ ਸਮੁੰਦਰੀ ਤੂਫਾਨ ਕਾਰਨ ਉਸਦੇ ਸਾਰੇ ਮਿੱਤਰ ਇੱਕ ਦੂਸਰੇ ਤੋਂ ਵਿਛੜ ਜਾਂਦੇ ਨੇ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ, ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਬੜੀਆਂ ਅਜੀਬ ਪਰਿਸਥਿਤੀਆਂ ਦੇ ਵਿੱਚੋਂ ਲੰਘਦੇ ਨੇ ਤੇ ਅਖੀਰ ਇੱਕ ਜਗ੍ਹਾ ਉਹ ਇਕੱਠੇ ਹੋ ਜਾਂਦੇ ਨੇ। ਹੁਣ ਇਹ ਕਹਾਣੀਆਂ ਦਾ ਭਾਵੇਂ ਕੋਈ ਤਰਕ ਨਹੀਂ ਹੈ, ਕੋਈ ਆਧਾਰ ਨਹੀਂ ਹੈ, ਪਰ ਫਿਰ ਵੀ ਇਹ ਕਹਾਣੀਆਂ ਐਂਟਰਟੇਨ ਦੇ ਵਾਸਤੇ ਵਿਕਦੀਆਂ ਨੇ। ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਧਰਮ ਤੇ ਅਧਰਮ ਦੀ ਲੜਾਈ ਨੂੰ ਵੀ ਦਿਖਾਇਆ ਜਾਂਦਾ। ਹੁਣ ਤੁਸੀਂ ਵੇਖੋ, ਹੁਣ ਕਈ ਇਹ ਹੈ ਤਾਂ ਮਿੱਥਾਂ ਨੇ, ਪਰ ਇਹ ਮਿੱਥਾਂ ਵਿਕਦੀਆਂ ਨੇ। ਲੌਜਿਕ ਵੀ ਕਿਤੇ ਕਿਤੇ ਹੁੰਦਾ, ਪਰ ਇਸ ਦੇ ਵਿੱਚ ਮੂਲ ਰੂਪ ਦੇ ਵਿੱਚ ਧਰਮ ਅਧਰਮ ਦੀ ਲੜਾਈ ਜਾਂ ਨੇਕੀ ਤੇ ਬਦੀ ਨੂੰ ਉਭਾਰਿਆ ਜਾਂਦਾ। ਜਿਵੇਂ ਤੁਸੀਂ ਵੇਖੋ ਕਿ ਅੱਜ ਕੱਲ੍ਹ ਕਿਹੜਾ ਹਟ ਗਿਆ, ਹੈਰੀ ਪੋਟਰ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਹੈਰੀ ਪੋਟਰ ਦੀਆਂ ਕਿੰਨੀਆਂ ਲੜੀਆਂ ਆ ਰਹੀਆਂ ਨੇ। ਸੋ ਇਸ ਤਰ੍ਹਾਂ ਦੀਆਂ ਮਤਲਬ ਹਾਲੀਵੁੱਡ ਤੱਕ ਦਾ ਜਿਹੜਾ ਬਿਜ਼ਨਸ ਕਾਰੋਬਾਰ ਹੈ ਉਹ ਇਹਨਾਂ 'ਤੇ ਹੈ। ਇੱਕ ਪਾਸੇ ਲੋਕ ਪੜ੍ਹਨੋਂ ਹਟ ਗਏ ਸੀ ਤੇ ਦੂਸਰੇ ਪਾਸੇ ਵੇਖੋ ਕਿ ਹੈਰੀ ਪੋਟਰ ਬੁੱਕਸ ਕਿੰਨੀਆਂ ਮਹਿੰਗੀਆਂ ਨੇ ਜਿਹੜੀਆਂ ਵਿਕੀਆਂ ਨੇ। ਸੋ ਇਸ ਤਰ੍ਹਾਂ ਦੀਆਂ ਮਿਥਿਕ ਚੀਜ਼ਾਂ ਇਹ ਨਹੀਂ ਕਿ ਸਾਡੇ ਸਮਾਜ 'ਚ ਹੀ ਨੇ, ਜਿਹੜੇ ਅਗਾਂਹ ਵਧੂ ਸਮਾਜ ਨੇ, ਕ੍ਰਿਸਚਨਟੀ ਆ ਜਾਂ ਹੋਰ ਨੇ, ਉਹਨਾਂ ਦੇ ਵਿੱਚ ਵੀ ਇਹ ਮਿਥਿਕ ਚੀਜ਼ਾਂ ਬਹੁਤ ਹੱਦ ਤੱਕ ਵਿਕਦੀਆਂ ਨੇ, ਚੱਲਦੀਆਂ ਨੇ। ਖੈਰ, ਸੋ ਕੰਵਰ ਕਾਮਰੂਪ ਲੰਮੀ ਸਾਧਨਾ ਦੇ ਨਾਲ ਰਾਜਕੁਮਾਰੀ ਕਾਮਲਤਾ ਨੂੰ ਅਖੀਰ ਪ੍ਰਾਪਤ ਕਰਨ ਦੇ ਵਿੱਚ ਸਫਲ ਹੋ ਜਾਂਦਾ। ਸੋ ਅਹਿਮਦ ਯਾਰ ਜਿਹੜਾ ਪੰਜਾਬੀ ਦਾ ਕਿੱਸਾ ਕਵੀ ਹੈ, ਉਸਨੇ ਇਸ ਨੂੰ ਕਾਵਕ ਰੂਪ ਦਿੱਤਾ ਕਿ ਕਾਮਰੂਪ ਅਵਧ ਦੀ ਨਗਰੀ ਦੇ ਰਾਜੇ ਗਜਪਤੀ ਦਾ ਪੁੱਤਰ ਸੀ। ਸੋ ਜੋਤਸ਼ੀਆਂ ਨੇ ਕੁੰਡਲੀ ਵੇਖ ਕੇ ਦੱਸਿਆ ਕਿ ਜਦੋਂ ਇਹ ਜਵਾਨ ਹੋਏਗਾ ਤਾਂ ਇਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਕਿਸੇ ਮੁਟਿਆਰ ਦੇ ਇਸ਼ਕ ਦੇ ਵਿੱਚ ਫਸ ਜਾਵੇਗਾ। ਸੋ ਰਾਜੇ ਗਜਪਤੀ ਨੇ ਕਾਮਰੂਪ ਦੇ ਸ਼ਿਕਾਰ ਖੇਡਣ ਤੇ ਸ਼ਹਿਰ ਤੋਂ ਦੇ ਬਾਹਰ ਇੱਕ ਸੁੰਦਰ ਬਾਗ ਬਣਾ ਦਿੱਤਾ ਕਿ ਇਹ ਜਿਸ ਤਰ੍ਹਾਂ ਜੋਤਸ਼ੀ ਨੇ ਦੱਸਿਆ। ਸੋ ਇਹ ਕਹਾਣੀਆਂ ਬਾਅਦ ਦੇ ਵਿੱਚ ਘੜ ਲਈਆਂ ਜਾਂਦੀਆਂ ਨੇ, ਕੁਛ ਇਹਦੇ 'ਚ ਕਲਪਨਾ ਕਾਫੀ ਭਾਰੂ ਹੁੰਦੀ ਹੈ। ਸੋ ਸ਼ਹਿਰ ਤੋਂ 12 ਕੋ ਦੂਰ ਇੱਕ ਜਿਹੜਾ 12 ਕੋਹਾ ਬਾਗ ਬਣਾਇਆ ਗਿਆ ਤਾਂ ਜੋ ਪੁੱਤਰ ਜੰਗਲ 'ਚ ਨਾ ਜਾਵੇ, ਇੱਕ ਲਿਮਟਡ ਜਗ੍ਹਾ 'ਚ ਹੀ ਰਹੇ। ਸੋ ਕਾਮਰੂਪ ਦਾ ਦਿਲ ਪਰਚਾਉਣ ਦੇ ਲਈ ਕੁਝ ਸਾਥੀ ਦੋਸਤ ਉਸ ਦੇ ਨਾਲ ਰਹਿੰਦੇ ਤੇ ਇਹਨਾਂ ਦੇ ਵਿੱਚ ਇੱਕ ਮਿੱਤਰ ਚੰਦ ਜਾਣੀ ਕਿ ਵਜ਼ੀਰ ਦਾ ਲੜਕਾ ਪੰਡਤ ਵਿਦਿਆ ਚੰਦ ਸੀ ਜਿਹੜਾ ਉਹ ਜੌਹਰੀ ਦਾ ਪੁੱਤਰ ਸੀ, ਤੇ ਨਾਨਕ ਚੰਦ ਜੌਹਰੀ ਦਾ ਪੁੱਤਰ ਸੀ। ਧਨੰਤਰ ਵੈਦ ਸੀ ਤਾਂ ਜੋ ਜੇ ਕਿਤੇ ਲੋੜ ਪਵੇ। ਸੋ ਚਤਰਾਮਨ ਇੱਕ ਚਿੱਤਰਕਾਰ ਸੀ ਤੇ ਰੰਗ ਰੌਤ ਇੱਕ ਕਲੌਂਤ ਸੀਗਾ। ਸੋ ਇਹ ਉਸ ਦੇ ਦੋਸਤ ਸਨ। ਜਾਣੀ ਇੱਕ ਪਲੈਨਿੰਗ ਦੇ ਨਾਲ ਉਸ ਦਾ ਧਿਆਨ ਰੱਖਣ ਵਾਸਤੇ ਰਾਜੇ ਨੇ ਇਹ ਲੋਕ ਬੱਚੇ ਲਾਏ ਸਨ ਆਪਣੇ ਦੋਸਤਾਂ ਮਿੱਤਰਾਂ ਦੇ। ਤੇ ਇਹ ਸਾਰੇ ਕਿਸੇ ਨਾ ਕਿਸੇ ਵਿੱਦਿਆ ਦੇ ਵਿੱਚ ਪ੍ਰਵੀਨ ਸਨ, ਗੁਣੀ ਗਿਆਨੀ ਸਨ, ਤਾਂ ਜੋ ਉਸ ਰਾਜਕੁਮਾਰ ਗੌਤਮ ਨੂੰ ਅਗਰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸ ਨੂੰ ਦੁਸ਼ਵਾਰੀ ਜਾਂ ਉਸ ਸਮੱਸਿਆ ਦੇ ਵਿੱਚੋਂ ਕੱਢ ਲੈਣ। ਤੇ ਇੱਕ ਦਿਨ ਇਸ ਰਾਜਕੁਮਾਰ ਗੌਤਮ ਨੇ ਸੁਪਨੇ ਦੇ ਵਿੱਚ ਇੱਕ ਰਾਜਕੁਮਾਰੀ ਕਾਮਲਤਾ ਨੂੰ ਵੇਖਿਆ। ਉਸ ਦਾ ਨਾਂ ਕਾਮਲਤਾ ਸੀਗਾ। ਸੋ ਉਸ ਦਾ ਨਾਂ ਕਾਮਲਤਾ ਸੀ, ਜਾਣੀ ਕਿ ਸੁੰਦਰਤਾ ਦੀ ਦੇਵੀ ਸੀ ਉਹ ਆਪਣੇ ਆਪ ਦੇ ਵਿੱਚ। ਤੇ ਗੌਤਮ ਸੁਪਨੇ ਦੇ ਵਿੱਚ ਉਸ ਨੂੰ ਵੇਖ ਕੇ, ਜਿਵੇਂ ਇਹੀ ਚੀਜ਼ ਤੁਸੀਂ ਵੇਖੋ ਕਿ ਰਾਂਝੇ ਤੇ ਹੀਰ ਦੇ ਕਿਸੇ 'ਚ ਵੀ ਆਉਂਦੀ ਹੈ ਕਿ ਰਾਂਝਾ ਸੁਪਨੇ ਦੇ ਵਿੱਚ ਹੀਰ ਨੂੰ ਦੇਖ ਕੇ ਮੋਹਿਤ ਹੋ ਗਿਆ। ਸੋ ਬਹੁਤ ਸਾਰੀਆਂ ਜਿਹੜੀਆਂ ਲਵ ਸਟੋਰੀ ਨੇ ਵਿਸ਼ਵ ਦੀਆਂ, ਉਹਨਾਂ ਦੇ ਵਿੱਚ ਇਹ ਚੀਜ਼ ਹੈ ਜਿਹੜੀ ਪਲਾਟ ਕੀਤੀ ਜਾਂਦੀ ਆ। ਇਹ ਇਸ ਸਟੋਰੀ ਦਾ ਕਿੱਸਿਆਂ ਦਾ ਪਲਾਟ ਹੁੰਦਾ ਜਿਸ 'ਤੇ ਕਿੱਸੇ ਸਿਰਜੇ ਜਾਂਦੇ ਨੇ। ਖੈਰ, ਜਦੋਂ ਉਸਨੂੰ ਸੁਪਨੇ ਦੇ ਵਿੱਚ ਕਾਮਲਤਾ ਦਿਸਦੀ ਹੈ ਤਾਂ ਉਹ ਉਸ ਦੇ ਵਾਸਤੇ ਬੇਬਲ ਹੋ ਜਾਂਦਾ। ਉਸ ਦੇ ਦਰਦ ਦੇ ਵਿੱਚ ਉਹ ਬਿਰਹਾ ਦੇ ਵਿੱਚ ਆ ਜਾਂਦਾ ਅਤੇ ਉਦਾਸ ਰਹਿੰਦਾ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਵਾਸਤੇ ਹਰ ਹੀਲਾ ਵਸੀਲਾ ਵਰਤਣ ਦੀ ਕੋਸ਼ਿਸ਼ ਕਰਦਾ। ਸੋ ਕਾਮਰੂਪ ਕਾਮਲਤਾ ਦੇ ਰੂਪ ਦੇ ਅਜਿਹਾ ਜਿਹੜਾ ਆਕਰਸ਼ਿਤ ਹੋਇਆ ਕਿ ਉਸ ਨੂੰ ਲੱਭਣ ਦੇ ਵਾਸਤੇ ਵਿਆਕਲ ਹੋ ਗਿਆ, ਪਰ ਉਸ ਨੂੰ ਰਾਜਕੁਮਾਰੀ ਦਾ ਕੋਈ ਨਾਮ ਪਤਾ ਨਹੀਂ ਸੀ ਦਿਸਦਾ। ਸੋ ਇਹ ਜਿਹੜਾ ਕਾਮਰੂਪ ਸੀ ਅੰਦਰੋਂ ਅੰਦਰ ਹੀ ਨਿਗਰਦਾ ਜਾ ਰਿਹਾ ਸੀ। ਸੋ ਰਾਜੇ ਨੇ
बड़े राजे गजपति ने अपने इस पुत्र कामरूप दे ਜਿਹੜੇ ਸੀ बड़े इलाज लूज कराए पर ਇਹ ਗੱਲ ਨਾ ਬਣੀ। ਸੋ ਇਹ ਕਾਮਰੂਪ ਉਸ ਕਾਮਲਤਾ ਦੇ ਪਿਆਰ ਦੇ ਵਿੱਚ ਰਾਜੇ ਗੌਤਮ ਦਾ ਪੁੱਤਰ ਜਦੋਂ ਲੀਨ ਹੋ ਗਿਆ ਤੇ ਅਖੀਰ ਫਿਰ ਇੱਕ ਦਿਨ ਉਹ ਭਟਕਦਾ ਭਟਕਦਾ ਉਸ ਦੀ ਪ੍ਰਾਪਤੀ ਵਾਸਤੇ ਨਿਕਲ ਜਾਂਦਾ। ਰਾਜੇ ਨੇ ਕਾਮਰੂਪ ਦੀ ਮਨ ਦੀ ਸ਼ਾਂਤੀ ਵਾਸਤੇ ਬੜੇ ਪੁੰਨਦਾਨ ਕੀਤੇ, ਵਰਤ ਰਖਵਾਏ, ਬੜਾ ਕੁਛ ਕੀਤਾ। ਪਰ ਇੱਕ ਸਦਾਵਰਤ ਦੇ ਵਿੱਚ ਇੱਕ ਬੁੱਢਾ ਪੰਡਤ ਸਮੀਨ ਬਚਨ ਵੀ ਹਾਜ਼ਰ ਹੋਇਆ ਜੋ ਬਾਹਰਲੇ ਦੇਸ਼ਾਂ ਤੋਂ ਘੁੰਮ ਫਿਰ ਕੇ ਵਾਪਸ ਪਰਤਿਆ ਸੀ। ਉਸਨੇ ਰਾਜੇ ਨੂੰ ਦੱਸਿਆ ਕਿ ਘੁੰਮਦਾ ਫਿਰਦਾ ਉਹ ਇੱਕ ਟਾਪੂ ਸਗਲਾਦੀਪ ਗਿਆ ਜਿੱਥੋਂ ਦੇ ਰਾਜੇ ਛਤਰਪਤੀ ਦੀ ਖੂਬਸੂਰਤ ਲੜਕੀ ਕਾਮਲਤਾ ਸੁਪਨੇ ਦੇ ਵਿੱਚ ਇੱਕ ਸੁੰਦਰ ਰਾਜਕੁਮਾਰ ਨੂੰ ਵੇਖ ਕੇ ਉਸ ਦੇ ਨਾਲ ਪਿਆਰ ਕਰਨ ਲੱਗੀ ਹੈ। ਤੇ ਜਾਣੀ ਉਹ ਲਵ ਸਟੋਰੀ ਦੀ ਸ਼ੁਰੂਆਤ ਉਸ ਪੰਡਤ ਦੇ ਜ਼ਰੀਏ ਹੋ ਜਾਂਦੀ ਹੈ। ਤੇ ਕਿ ਇੱਕ ਮਤਲਬ ਔਰਤ ਵੀ ਹੈ ਕਾਮਲਤਾ ਜੋ ਇਸੇ ਤਰ੍ਹਾਂ ਇੱਕ ਰਾਜਕੁਮਾਰ ਨੂੰ ਪਿਆਰ ਕਰਦੀ ਹੈ ਸੁਪਨੇ ਦੇ ਵਿੱਚ ਤੇ ਉਸਦੇ ਪਿਆਰ ਦੇ ਵਿੱਚ ਲੀਨ ਹੋ ਜਾਂਦੀ ਹੈ ਰਾਜੇ ਛਤਰਪਤੀ ਦੀ ਲੜਕੀ ਕਾਮਲਤਾ। ਇਹ ਜਿਹੜੀ ਜਾਣਕਾਰੀ ਪੰਡਤ ਸਮੀਤ ਨੇ ਉਸ ਨੂੰ ਦਿੱਤੀ। ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਹ ਗੱਲ ਉਸ ਪੰਡਤ ਨੂੰ ਕਾਮਲਤਾ ਦੀ ਸਾਖੀ ਕਾਮਲਤਾ ਨੇ ਦੱਸੀ ਸੀਗੀ ਜਿਹੜੀ। ਤੇ ਸਮੀਤ ਬਚਨ ਕਾਮਰੂਪ ਦੀ ਸਾਰੀ ਸਾਖੀ ਉਸ ਪੰਡਤ ਕੋਲੋਂ ਸੁਣ ਕੇ ਸਮਝ ਆਉਂਦਾ ਤੇ ਕਾਮਰੂਪ ਨੂੰ ਰਾਜਕੁਮਾਰੀ ਬਾਰੇ ਦੱਸਦਾ। ਇਹ ਗੱਲ ਸੁਣ ਕੇ ਕਾਮਰੂਪ ਰਾਜੇ ਤੋਂ ਚੋਰੀ ਕਾਮਲਤਾ ਨੂੰ ਮਿਲਣ ਦੇ ਵਾਸਤੇ ਸਗਲਾਦੀਪ ਜਾਣ ਦੀਆਂ ਤਿਆਰੀਆਂ ਕਰਦਾ। ਰਾਜਾ ਉਸ ਨੂੰ ਪ੍ਰਦੇਸ਼ ਜਾਣੋਂ ਵਰਜਦਾ ਤੇ ਅਖੀਰ ਕਾਮਰੂਪ ਆਪਣੇ ਸਾਥੀ ਮਿੱਤਰ ਚੰਦ ਵਿਦਿਆ ਚੰਦ ਧਨੰਤਰ ਦੇ ਨਾਲ ਜਹਾਜ਼ ਦੇ ਵਿੱਚ ਬੈਠ ਕੇ ਸਗਲਾਦੀਪ ਰਵਾਨਾ ਹੁੰਦਾ ਤੇ ਬੁੱਢਾ ਪੰਡਤ ਸਮੀਤ ਬਚਨ ਵੀ ਉਹਨਾਂ ਦੇ ਨਾਲ ਚੱਲਦਾ। ਅਚਾਨਕ ਸਮੁੰਦਰ 'ਚ ਤੂਫਾਨ ਆਉਂਦਾ ਹੈ ਤੇ ਜਹਾਜ਼ ਤਬਾਹ ਹੋਣ ਦੇ ਨਾਲ ਕਾਮਰੂਪ ਦੇ ਉਸਦੇ ਸਾਥੀ ਵਿਛੜ ਜਾਂਦੇ ਨੇ ਤੇ ਉਹ ਤਖਤਿਆਂ ਤੇ ਲੱਕੜਦਿਆਂ ਤੇ ਚੜ੍ਹ ਕੇ ਇੱਕ ਦੂਸਰੇ ਤੋਂ ਉਸ ਕਿਸ਼ਤੀ ਜਾਂ ਬਾਦਵਾਨ ਜੋ ਵੀ ਹੁੰਦਾ ਉਸ ਤੇ ਨਿਖੜ ਜਾਂਦੇ ਨੇ। ਸੋ ਕਾਮਰੂਪ 3 ਦਿਨ ਲਗਾਤਾਰ ਸਮੁੰਦਰ ਦੇ ਵਿੱਚ ਤਖਤੇ ਤੇ ਭਟਕਦਾ ਅਖੀਰ ਸਹੀ ਸਲਾਮਤ ਕੰਢੇ ਤੇ ਜਾ ਲੱਗਦਾ ਤੇ ਕਾਮਰੂਪ ਦੇ ਨੇੜੇ ਇੱਕ ਸ਼ਹਿਰ ਆ ਜਿਹੜਾ ਉੱਥੇ ਉਹ ਜਾਂਦਾ ਹੈ। ਤੇ ਇਹ ਸ਼ਹਿਰ ਜਨਾਨੀਆਂ ਦਾ ਸ਼ਹਿਰ ਹੈ ਤੇ ਤੀਵੀਆਂ ਦਾ ਰਾਜ ਹੈ ਤੇ ਸਾਰਾ ਵਪਾਰ ਤੀਵੀਆਂ ਹੀ ਚਲਾਉਂਦੀਆਂ ਨੇ। ਤੇ ਮੈਂ ਬੇਨਤੀ ਕਰਦਾ ਕਿ ਮੈਂ ਹੁਣ ਕੁਛ ਦੇਰ ਕਾਲ ਨਹੀਂ ਲੈ ਸਕਾਂਗਾ। ਖੈਰ ਤੇ ਇਸ ਦੌਰਾਨ ਇਹ ਜਨਾਨੀਆਂ ਦਾ ਯਾਨੀ ਕਿ ਔਰਤਾਂ ਦਾ ਸ਼ਹਿਰ ਹੈ। ਉਹੀ ਸਾਖੀ ਜਿਹੜੀ ਮਤਲਬ ਗੁਰੂ ਨਾਨਕ ਸਾਹਿਬ ਦੇ ਵਕਤ ਆਉਂਦੀ ਹੈ ਸਾਹਮਣੇ ਕਿ ਮਰਦਾਨੇ ਨੂੰ ਉਹਨਾਂ ਔਰਤਾਂ ਦੇ ਸ਼ਹਿਰ ਦੇ ਵਿੱਚ ਬੰਦੀ ਬਣਾ ਲਿਆ ਗਿਆ। ਸ਼ਹਿਰ ਦੇ ਵਿੱਚ ਓਪਰੇ ਮਰਦ ਨੂੰ ਵੇਖ ਕੇ 2 ਮੁਟਿਆਰਾਂ ਕਾਮਰੂਪ ਨੂੰ ਬੰਦੀ ਬਣਾ ਕੇ ਆਪਣੀ ਰਾਣੀ ਇੰਦਰਵਤੀ ਦੇ ਸਾਹਮਣੇ ਪੇਸ਼ ਕਰਦੀਆਂ ਨੇ। ਇੰਦਰਵਤੀ ਕਾਮਰੂਪ ਤੇ ਮੋਹਿਤ ਹੋ ਜਾਂਦੀ ਹੈ ਤੇ ਆਪਣੇ ਮਨ ਦੀ ਗੱਲ ਉਹ ਆਪਣੀ ਸਹੇਲੀ ਪਦਮਾਵਤੀ ਨਾਲ ਸਾਂਝੀ ਕਰਦੀ ਹੈ। ਸੋ ਕਾਮਰੂਪ ਇੰਦਰਾਵਤੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਤੇ ਕਾਮਰੂਪ ਨੂੰ ਇੱਕ ਵਾਰੀ ਸੁਪਨੇ ਦੇ ਵਿੱਚ ਫਿਰ ਕਾਮਲਤਾ ਦੇ ਦਰਸ਼ਨ ਆਉਂਦੇ ਨੇ ਤੇ ਸਵੇਰੇ ਸਵੇਰੇ ਇੰਦਰਵਤੀ ਦਾ ਮਹਿਲ ਛੱਡ ਕੇ ਉਹ ਬਾਹਰ ਉਜਾੜ ਵੱਲ ਨਿਕਲ ਤੁਰਦਾ ਹੈ ਤੇ ਥੱਕ ਕੇ ਇੱਕ ਦਰਖਤ ਹੇਠ ਲੰਮਾ ਪੈ ਜਾਂਦਾ ਹੈ। ਉੱਥੇ ਉਸ ਨੂੰ ਪਰੀਆਂ ਚੁੱਕ ਕੇ ਕੋਹ ਕਾਫ ਲੈ ਜਾਂਦੀਆਂ ਨੇ। ਸੋ ਉਹ ਬੋਲੀਆਂ 'ਚ ਵੀ ਆਉਂਦਾ ਨਾ ਕਿ ਕੋਹ ਕਾਫ ਦੀ ਹੂਰ ਹੈ ਨਾ। ਤੇ ਕਈ ਸਾਰੇ ਕਮੈਂਟ ਆ ਰਹੇ ਨੇ, ਮੈਂ ਬਾਅਦ ਦੇ ਵਿੱਚ ਪੜ੍ਹਾਂਗਾ। YouTube 'ਤੇ ਇਸ ਵਕਤ ਜਿਹੜੇ ਸੱਜਣ ਲਾਈਵ ਵੇਖ ਰਹੇ ਨੇ ਤੇ Facebook ਇਸ ਵਕਤ ਲਾਈਵ ਨਹੀਂ ਹੈ, ਮੈਂ ਮਾਫੀ ਚਾਹਾਂਗਾ। ਖੈਰ ਇਸ ਤੋਂ ਬਾਅਦ ਜਦੋਂ ਉਹ ਰਾਣੀ ਇੰਦਰਵਤੀ ਦਾ ਮਹਿਲ ਛੱਡ ਕੇ ਉਜਾੜ ਵੱਲ ਨਿਕਲਦਾ ਤੇ ਥੱਕ ਹਾਰ ਕੇ ਇੱਕ ਦਰਖਤ ਹੇਠ ਲੰਮਾ ਪੈਂਦਾ ਤੇ ਪਰੀਆਂ ਉਸ ਨੂੰ ਚੁੱਕ ਕੇ ਕੋਹ ਕਾਫ ਲੈ ਜਾਂਦੀਆਂ ਨੇ ਤੇ ਪਰੀਆਂ ਦੀ ਰਾਣੀ ਤਾਰਾਵਤੀ ਕਾਮਰੂਪ ਨੂੰ ਵੇਖਦੇ ਸਾਰ ਉਸ ਨੂੰ ਮੁਹੱਬਤ ਕਰਨ ਲੱਗ ਜਾਂਦੀ ਹੈ। ਤੇ ਇਸੇ ਦੌਰਾਨ ਫਿਰ ਜਿਹੜੀ ਇਸ ਕਾਮਰੂਪ ਤੇ ਕਾਮਲਤਾ ਦੀ ਕਹਾਣੀ ਅੱਗੇ ਵੱਧਦੀ ਹੈ ਤੇ ਸ਼ਾਹਪੁਰ ਤਾਰਾਵਤੀ ਦੀ ਮੰਗਣੀ ਵੇਲੇ ਦੋਵਾਂ ਦੇ ਦੇਸਾਂ ਦੇ ਰਾਜੇ ਸੁਧੀਰ ਦਿਓ ਦੇ ਨਾਲ ਦੇਵਾ ਦੇ ਰਾਜੇ ਸ਼ਾਹਪੁਰ ਤਾਰਾਵਤੀ ਦੀ ਮੰਗਣੀ ਦੇਵਾ ਦੇ ਰਾਜੇ ਸੁਧੀਰ ਦਿਓ ਦੇ ਨਾਲ ਤੈਅ ਹੋ ਚੁੱਕੀ ਸੀ ਤੇ ਕਾਮਰੂਪ ਨਾਲ ਤਾਰਾਵਤੀ ਦੇ ਇਸ਼ਕ ਦੀ ਗੱਲ ਸੁਧੀਰ ਕੋਲ ਪੁੱਜੀ ਤੇ ਉਸਨੇ ਅਸਲੀਅਤ ਜਾਣਨੀ ਚਾਹੀ। ਇੱਕ ਵਾਰ ਜਦੋਂ ਕਾਮਰੂਪ ਤੇ ਤਾਰਾਵਤੀ ਸ਼ਰਾਬ ਪੀ ਕੇ ਪਲੰਗ ਤੇ ਪਏ ਸਨ ਤਾਂ ਉਸ ਵਕਤ ਸੁਧੀਰ ਦਿਓ ਦੇ ਹੁਕਮ ਨਾਲ ਨੌਕਰਾਂ ਨੇ ਉਹਨਾਂ ਦਾ ਪਲੰਗ ਚੁੱਕਵਾ ਕੇ ਸੁਧੀਰ ਦਿਓ ਕੋਲ ਹਾਜ਼ਰ ਕੀਤਾ। ਕਾਮਰੂਪ ਸੁਧੀਰ ਦਿਓ ਨੂੰ ਅਸਲੀ ਗੱਲ ਦੱਸਦਾ ਤੇ ਸਾਰੀ ਗੱਲ ਜਾਣ ਕੇ ਸੁਧੀਰ ਦੀ ਆਗਿਆ ਨਾਲ ਨੌਕਰ ਕਾਮਰੂਪ ਨੂੰ ਦੂਰ ਦੇ ਇੱਕ ਬਾਗ ਦੇ ਵਿੱਚ ਛੱਡ ਕੇ ਆਉਂਦੇ ਨੇ ਤੇ ਇਸ ਬਾਗ ਦੇ ਵਿੱਚ ਅਜੀਬ ਕਿਸਮ ਦੇ ਇੱਕ ਟੰਗੇ ਰਾਖਸ਼ ਰਹਿੰਦੇ ਨੇ ਜਿਨ੍ਹਾਂ ਦੀ ਲੰਮੀ ਦਾੜੀ, ਸਿਰ ਉੱਤੇ ਪਗੜੀ ਤੇ ਉਹਨਾਂ ਨੂੰ ਹੋਰ ਡਰਾਉਣੇ ਅਦਭੁਤ ਬਣਾ ਦਿੰਦੀ ਹੈ। ਕਾਮਰੂਪ ਦਾ ਸਾਰਾ ਵਰਤਾਂਤ ਸੁਣ ਕੇ ਇੱਕ ਬਜ਼ੁਰਗ ਉਸ ਨੂੰ ਆਪਣੇ ਘਰ ਚੱਲਣ ਲਈ ਪ੍ਰੇਰਦਾ ਤੇ ਉਹ ਉੱਥੋਂ ਚੱਲ ਪੈਂਦੇ ਨੇ। ਪਰ ਉਹ ਸ਼ਖਸ ਇੱਕ ਟੰਗਾ ਹੋਣ ਕਰਕੇ ਠੀਕ ਤਰ੍ਹਾਂ ਤੁਰ ਨਹੀਂ ਸੀ ਸਕਦਾ ਤੇ ਕਾਮਰੂਪ ਉਸ ਨੂੰ ਆਪਣੇ ਕੰਧੇੜੇ ਤੇ ਚੁੱਕ ਲੈਂਦਾ
ਤੇ ਪਿੱਠ ਤੇ ਚੜ੍ਹਦੇ ਸਾਰ ਉਹ ਰਾਖਸ਼ ਆਪਣਾ ਰੰਗ ਵਿਖਾਉਂਦਾ ਤੇ ਰਾਖਸ਼ ਆਪਣੀ ਪੂੰਛ ਕੱਸ ਕੇ ਕਾਮਰੂਪ ਦੇ ਜਿਸਮ ਤੇ ਵੱਲ ਲੈਂਦਾ ਤੇ ਇੱਕ ਟੰਗਾ ਹਰ ਵੇਲੇ ਦਿਨ ਹੋਵੇ ਜਾਂ ਰਾਤ ਕਾਮਰੂਪ ਤੇ ਸਵਾਰ ਰਹਿੰਦਾ ਤੇ ਕਾਮਰੂਪ ਤੇ ਹੀ ਚੜ੍ਹਿਆ ਹੋਇਆ ਉਹ ਖਾਂਦਾ ਪੀਂਦਾ ਸੌਂਦਾ ਤੇ ਹਰ ਤਰ੍ਹਾਂ ਦੇ ਕਾਰਜ ਕਰਦਾ। ਸੋ ਇਸ ਇੱਕ ਟੰਗੇ ਰਾਖਸ਼ ਤੋਂ ਖਹਿੜਾ ਛੁਡਾਉਣ ਦੇ ਵਾਸਤੇ ਕਈ ਉਸਨੇ ਤਰਕੀਬਾਂ ਸੋਚੀਆਂ, ਪਰ ਸਾਰੀਆਂ ਵਿਅਰਥ। ਆਖਰ ਕਾਮਰੂਪ ਇੱਕ ਦਿਨ ਉਸ ਰਾਖਸ਼ ਨੂੰ ਅੰਗੂਰ ਦੀ ਸ਼ਰਾਬ ਪਿਆਉਂਦਾ ਜੋ ਉਸਨੂੰ ਬਹੁਤ ਪਸੰਦ ਹੈ। ਬੁੱਢਾ ਰਾਖਸ਼ ਇਹ ਖੁਸ਼ੀ ਸਭਨਾਂ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਰਾਖਸ਼ਾਂ ਦੀ ਸਾਰੀ ਕੌਮ ਨੂੰ ਦਾਵਤ ਦਿੰਦਾ ਹੈ। ਇਸ ਗੱਲ ਦੀ ਪ੍ਰੇਰਨਾ ਕਾਮਰੂਪ ਨੇ ਹੀ ਉਸ ਨੂੰ ਦਿੱਤੀ ਸੀ। ਇਸ ਦਾਵਤ ਦੇ ਵਿੱਚ ਹਜ਼ਾਰਾਂ ਇੱਕ ਟੰਗੇ ਰਾਖਸ਼ ਆਦਮੀਆਂ ਦੀ ਪਿੱਠ ਤੇ ਸਵਾਰ ਹੋ ਕੇ ਉਸ ਕੋਲ ਪਹੁੰਚੇ। ਜਦੋਂ ਇੱਕ ਟੰਗੇ ਰਾਖਸ਼ ਸ਼ਰਾਬ ਦੇ ਵਿੱਚ ਚੂਰ ਹੋ ਗਏ ਤਾਂ ਕੰਵਰ ਨੇ ਸਭ ਆਦਮੀਆਂ ਨੂੰ ਸਮਝਾਇਆ ਕਿ ਹੁਣ ਇਹਨਾਂ ਨੂੰ ਹੇਠਾਂ ਵਗਾ ਸੁੱਟੋ ਤੇ ਜਾਨੋਂ ਮਾਰ ਦਿਓ। ਇਸ ਤਰ੍ਹਾਂ ਕਾਮਰੂਪ ਨੇ ਆਪਣੇ ਆਪ ਨੂੰ ਤੇ ਹੋਰ ਮਨੁੱਖਾਂ ਨੂੰ ਇੱਕ ਟੰਗੇ ਰਾਖਸ਼ਾਂ ਤੋਂ ਮੁਕਤ ਕਰਾਇਆ। ਜਾਣੀ ਇਹਦੇ 'ਚ ਕਲਪਨਾ ਦੀਆਂ ਬਹੁਤ ਉਡਾਰੀਆਂ ਨੇ। ਕਈ ਵਾਰੀ ਤੇ ਅਜੀਬ ਲੱਗਦਾ, ਪਰ ਇਹ ਚੀਜ਼ਾਂ ਵਿਕਦੀਆਂ ਨੇ ਕਿਉਂਕਿ ਕੁਛ ਲੋਕ ਇਹਨਾਂ ਨੂੰ ਸੁਣਨਾ ਚਾਹੁੰਦੇ ਨੇ। ਜਿਵੇਂ ਇਹਦੇ 'ਚ ਤੁਸੀਂ ਵੇਖੋ ਕਿ ਹੈਰੀ ਪੋਟਰ ਦੇ ਵਿੱਚ ਕੀ ਕੁਛ ਚੱਲਦਾ। ਤੇ ਛੁਟਕਾਰਾ ਪਾਉਣ ਵਾਲੇ ਆਦਮੀਆਂ ਦੇ ਵਿੱਚ ਕਾਮਰੂਪ ਦਾ ਦੋਸਤ ਮਿਹਤਰ ਚੰਦ ਵੀ ਸੀ। ਸੋ ਮੁਕਤੀ ਪਾਉਂਦੇ ਹੀ ਉਹ ਕਾਮਰੂਪ ਨੂੰ ਮਿਲਿਆ ਤੇ ਦੋਹਾਂ ਨੇ ਇੱਕ ਦੂਜੇ ਨੂੰ ਆਪਣੀ ਹੱਡ ਬੀਤੀ ਸੁਣਾਈ ਤੇ ਉੱਥੋਂ ਜਿੱਧਰ ਉਹ ਮੂੰਹ ਆਏ ਤੁਰ ਪਏ। ਤੇ ਚਲਦਿਆਂ ਰਾਹ ਵਿੱਚ ਉਹਨਾਂ ਨੂੰ ਇੱਕ ਤੋਤਾ ਮਿਲਿਆ ਜੋ ਕਾਮਰੂਪ ਦੇ ਹੱਥ ਤੇ ਆ ਬੈਠਾ ਸੀ ਤੇ ਕਾਮਰੂਪ ਤੇ ਉਸਦੇ ਮਿੱਤਰ ਇੱਕ ਨਦੀ ਦੇ ਕੰਢੇ ਆਰਾਮ ਕਰ ਰਹੇ ਸਨ। ਉਹ ਉੱਥੇ ਜਦੋਂ ਬੈਠੇ ਸਨ ਤਾਂ ਉੱਥੇ ਨਹਾਉਣ ਵਾਸਤੇ ਇੱਕ ਜੋਗੀ ਆਉਂਦਾ ਜੋ ਉਹਨਾਂ ਦੋਹਾਂ ਨੂੰ ਆਪਣੀ ਕੁਟੀਆ 'ਚ ਲੈ ਜਾਂਦਾ ਤੇ ਕੰਵਰ ਦੀ ਨਜ਼ਰ ਅਚਾਨਕ ਤੋਤੇ ਦੇ ਪੈਰਾਂ ਨਾਲ ਬੱਧੇ ਨੀਲੇ ਧਾਗੇ ਤੇ ਪੈਂਦੀ ਹੈ ਤੇ ਜਦੋਂ ਉਹ ਨੀਲਾ ਧਾਗਾ ਤੋੜਦਾ ਤਾਂ ਤੋਤੇ ਦੇ ਵਿੱਚੋਂ ਇੱਕ ਮਨੁੱਖੀ ਕਾਇਆ ਪ੍ਰਗਟ ਹੁੰਦੀ ਹੈ। ਇਹ ਸ਼ਖਸ ਕਾਮਰੂਪ ਦਾ ਹੀ ਸਾਥੀ ਪੰਡਤ ਵਿਦਿਆ ਚੰਦ ਸੀ ਜੋ ਤੂਫਾਨ ਵੇਲੇ ਕਾਮਰੂਪ ਤੋਂ ਵਿਛੜ ਗਿਆ ਸੀ ਤੇ ਦੇਵਾਂ ਦੀ ਨਗਰੀ ਦੇ ਵਿੱਚ ਜਾ ਪੁੱਜਾ ਸੀ। ਉੱਥੇ ਦੇਵ ਦੀ ਕਰੋਪੀ ਤੇ ਬਟੰਗੇ ਨੈਣ ਨਕਸ਼ਾਂ ਵਾਲੀ ਲੜਕੀ ਜੋ ਉਸ 'ਤੇ ਮੋਹਿਤ ਹੋ ਗਈ ਤੇ ਉਸਨੇ ਮੰਤਰ ਫੂਕ ਕੇ ਉਸ ਨੂੰ ਤੋਤਾ ਬਣਾ ਕੇ ਆਪਣੇ ਕੋਲ ਰੱਖ ਲਿਆ। ਜਾਣੀ ਕਿ ਇਹ 6 'ਚੋਂ 3 ਦੋਸਤ ਇਕੱਠੇ ਹੋ ਗਏ ਤੇ ਜਦੋਂ ਜੋਗੀ ਪਰਤ ਕੇ ਆਉਂਦਾ ਉਹ 2 ਦੀ ਥਾਂ 3 ਆਦਮੀਆਂ ਨੂੰ ਵੇਖ ਕੇ ਹੈਰਾਨ ਰਹਿੰਦਾ ਤੇ ਕਾਮਰੂਪ ਨੇ ਉਸ ਨੂੰ ਸਾਰਾ ਕਿੱਸਾ ਦੱਸਿਆ ਕਿ ਇਸ ਤਰ੍ਹਾਂ ਤੋਤਾ ਸੀ ਜਿਹੜਾ ਮੈਂ ਉਹਦੀ ਪਹੁੰਚਿਆਂ 'ਚ ਪਾਇਆ ਧਾਗਾ ਤੋੜਿਆ। ਸੋ ਗੱਲਾਂ ਦੇ ਵਿੱਚ ਭੇਦ ਖੁੱਲ੍ਹਦਾ ਕਿ ਇਸੇ ਜੋਗੀ ਦੇ ਵਰ ਦੇ ਨਾਲ ਕਾਮਰੂਪ ਨੇ ਜਨਮ ਲਿਆ ਸੀ। ਸੋ ਜੋਗੀ ਕਾਮਰੂਪ ਨੂੰ ਕੁਝ ਮੰਤਰ ਸਿਖਾਉਂਦਾ ਤੇ ਵਿਦਾਇਗੀ ਵੇਲੇ ਕਾਮਰੂਪ ਨੂੰ ਇੱਕ ਪਾਰਸ ਪੱਥਰ ਦਿੰਦਾ ਤੇ ਤਿੰਨੋਂ ਸਾਥੀ ਉਸ ਜੋਗੀ ਨੂੰ ਅਲਵਿਦਾ ਕੇ ਹਰਿਦੁਆਰ ਪਹੁੰਚਦੇ ਨੇ। ਹੁਣ ਤੁਸੀਂ ਵੇਖੋ ਕਿ ਕਿੱਥੇ ਉਹ ਸਗਲਾਦੀਪ ਦਾ ਇਲਾਕਾ ਤੇ ਕਿੱਥੇ ਹਰਿਦੁਆਰ। ਇਹਦੇ 'ਚ ਲੜੀ ਨਹੀਂ ਜੁੜਦੀ, ਮਤਲਬ ਬਹੁਤ ਲੰਮੀ ਕਲਪਨਾ ਇਸ ਦੇ ਵਿੱਚ ਹੁੰਦੀ ਹੈ। ਸੋ ਤੂਫਾਨ ਦੇ ਵਕਤ ਕਾਮਰੂਪ ਦੇ ਹੋਰ 2 ਸਾਥੀ ਧਨੰਤਰ ਵੈਦ ਤੇ ਚਤਰਾਮਨ ਉਸ ਦੇ ਨਾਲੋਂ ਵਿਛੜ ਗਿਆ ਤੇ ਉਹਨਾਂ ਵੀ ਕਈ ਮੁਸੀਬਤਾਂ 'ਚ ਆ ਗਈਆਂ। ਧਨੰਤਰ ਇੱਕ ਤਖਤੇ ਤੇ ਤੈਰਦਾ ਹੋਇਆ ਇੱਕ ਹੋਰ ਜਹਾਜ਼ ਦੇ ਨੇੜੇ ਪਹੁੰਚਿਆ। ਉਸ ਜਹਾਜ਼ ਦਾ ਮਾਲਕ ਬੁੱਧਨਿਧ ਦੀ ਨਜ਼ਰ ਜਦੋਂ ਧਨੰਤਰ ਤੇ ਪੈ ਗਈ ਤੇ ਉਸਨੇ ਆਪਣੀ ਨੌਕਰ ਦੀ ਮਦਦ ਨਾਲ ਰੱਸਾ ਸੁੱਟ ਕੇ ਧਨੰਤਰ ਨੂੰ ਜਹਾਜ਼ ਤੇ ਚੜ੍ਹਾ ਲਿਆ। ਬੁੱਧਨਿਧ ਨੇ ਉਸ ਦਾ ਇਲਾਜ ਕੀਤਾ ਤੇ ਮੁੜ ਨਵਾਂ ਨਰਵਾਇਆ। ਬੁੱਧਨਿਧ ਅਸਲ ਦੇ ਵਿੱਚ ਸਗਲਾਦੀਪ ਦਾ ਨਿਵਾਸੀ ਸੀ ਤੇ ਧਨੰਤਰ ਦਾ ਵਿਸ਼ਵਾਸ ਸੀ ਕਿ ਕਾਮਰੂਪ ਉਸ ਨੂੰ ਸਗਲਾਦੀਪ ਦੇ ਵਿੱਚ ਮਿਲੇਗਾ। ਸੋ ਉਹ ਉਹਨਾਂ ਦੇ ਨਾਲ ਸਗਲਾਦੀਪ ਜਾ ਪੁੱਜਾ। ਸੋ ਸਗਲਾਦੀਪ ਦੇ ਵਿੱਚ ਜਿੱਥੇ ਇਸ ਕਾਮਰੂਪ ਤੇ ਕਾਮਲਤਾ ਦੀ ਮੁਹੱਬਤ ਦਾ ਕਿੱਸਾ ਚੱਲ ਰਿਹਾ ਸੀਗਾ ਤੇ ਕਈ ਹਕੀਮਾਂ ਨੇ ਉਸ ਨੂੰ ਬਿਮਾਰ ਸਮਝ ਕੇ ਉਸ ਦਾ ਇਲਾਜ ਕੀਤਾ ਤੇ ਉਸ ਦੇ ਵਿੱਚ ਰਤਾ ਵੀ ਫਰਕ ਨਾ ਪਿਆ। ਫਿਰ ਧਨੰਤਰ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਇੱਕ ਹੋਰ ਸਾਥੀ ਸੀ ਜਿਹੜਾ ਚਤਰਾਮਨ ਤੂਫਾਨ ਦੇ ਵਿੱਚ ਭਟਕਦਾ ਇੱਕ ਤਖਤੇ ਤੇ ਤੈਰਦਾ ਹੋਇਆ ਕਿਸੇ ਬਾਗ ਦੇ ਕੰਢੇ ਜਾ ਲੱਗਾ ਤੇ ਬਾਗ ਦੇ ਮਾਲੀ ਨੇ ਉਸ ਨੂੰ ਬਾਹਰ ਕੱਢਿਆ ਤੇ ਆਪਣੇ ਕੋਲ ਰੱਖ ਲਿਆ। ਤੇ ਇਸ ਦੌਰਾਨ ਫਿਰ ਜਿਹੜਾ ਚਤਰਾਮਨ ਸੀਗਾ ਉਹ ਚਿੱਤਰਕਾਰ ਸੀ ਤੇ ਵਿਹਲਾ ਸਮਾਂ ਗੁਜ਼ਾਰਨ ਦੇ ਲਈ ਦੁਪਹਿਰੀ ਕਾਮਰੂਪ ਤੇ ਉਸਦੇ ਸਾਥੀਆਂ ਦੇ ਚਿੱਤਰ ਬਣਾਉਂਦਾ ਰਹਿੰਦਾ ਸੀ। ਇਹ ਬਾਗ ਰਾਜੇ ਦਾ ਸੀ ਤੇ ਰਾਜੇ ਕੀਚਪਤੀ ਨੇ ਤਸਵੀਰਾਂ ਵੇਖੀਆਂ ਤੇ ਉਹਨਾਂ ਦੀ ਕਲਾ ਦੀ ਤਾਰੀਫ ਕੀਤੀ ਤੇ ਉਸ ਨੂੰ ਰਾਜੇ ਛਤਰਪਤੀ ਪਾਸ ਸਗਲਾਦੀਪ ਭੇਜ ਦਿੱਤਾ। ਇਹ ਰਾਜਾ ਕਲਾ ਦਾ ਰਸੀਆ ਸੀ। ਕੁਝ ਦਿਨਾਂ ਮਗਰੋਂ ਇਹ ਚਿੱਤਰਕਾਰ ਚਤਰਾਮਨ ਬਿਮਾਰ ਪੈ ਗਿਆ ਤੇ ਉਸ ਨੇ ਇਲਾਜ ਲਈ ਧਨੰਤਰ ਨੂੰ ਬੁਲਾਇਆ ਤੇ ਦੋਹਾਂ ਨੇ ਇੱਕ ਦੂਜੇ ਨੂੰ ਪਹਿਚਾਣ ਲਿਆ। ਉਧਰ ਜਿਹੜੀ ਕਾਮਲਤਾ ਸੀ ਕਾਮਰੂਪ ਦੀ ਪ੍ਰੇਮਿਕਾ, ਉਹ ਪ੍ਰੇਮ ਰੋਗ ਦੇ ਵਿੱਚ ਆਤੁਰ ਸੀ। ਧਨੰਤਰ ਨੇ ਉਸ ਨੂੰ ਬਾਗ ਦੇ ਵਿੱਚ ਸੈਰ ਕਰਨ ਦੀ ਸਲਾਹ ਦਿੱਤੀ ਕਿਉਂਕਿ ਧਨੰਤਰ ਉਸ ਦਾ ਇਲਾਜ ਕਰਦਾ ਸੀ। ਸੋ ਚਤਰਾਮਨ ਨੇ ਕਾਮਰੂਪ ਦੀਆਂ ਕਈ ਤਸਵੀਰਾਂ ਬਣਾਈਆਂ। ਇੱਕ ਤਸਵੀਰ ਉਸਨੇ ਕਾਮਰੂਪ ਦੀ ਸੰਗਤ ਵਿੱਚ ਧਨੰਤਰ ਨੂੰ ਬੈਠੇ ਵਿਖਾਇਆ। ਇਹ ਚਿੱਤਰ ਵੇਖ ਕੇ ਕਾਮਲਤਾ ਨੂੰ ਸਮਝ ਆ ਗਈ ਕਿ ਧਨੰਤਰ ਤੇ ਚਤਰਾਮਨ ਦੋਵੇਂ ਕਾਮਰੂਪ ਦੇ ਸਾਥੀ ਨੇ। ਜਦੋਂ ਕਾਮਲਤਾ ਨੂੰ ਸਾਰੀ ਗੱਲ ਪਤਾ ਲੱਗੀ, ਉਸ ਲੜਕੀ ਕਾਮਲਤਾ ਨੂੰ, ਸ਼ਹਿਜ਼ਾਦੀ ਨੂੰ, ਤਾਂ ਉਸ ਨੇ ਚਤਰਾਮਨ ਨੂੰ ਕਾਮਰੂਪ ਦੀ ਖੋਜ ਦੇ ਵਿੱਚ ਭੇਜਿਆ ਤੇ ਚਤਰਾਮਨ ਕਈ ਥਾਂ ਭਟਕਦਾ ਹੋਇਆ ਅਖੀਰ ਹਰਿਦੁਆਰ ਪੁੱਜਾ ਤੇ ਉੱਥੇ ਵੀ ਉਸ ਨੂੰ ਨਿਰਾਸ਼ਤਾ ਦਾ ਮੂੰਹ ਦੇਖਣਾ ਪਿਆ ਤੇ ਆਖਰ ਤੰਗ ਪੈ ਕੇ ਚਤਰਾਮਨ ਨੇ ਦਰਿਆ 'ਚ ਛਾਲ ਮਾਰ ਦਿੱਤੀ। ਪਰ ਕਾਮਰੂਪ ਦੇ ਸਾਥੀ
ਮਿਹਰ ਚੰਦ ਨੇ ਉਸ ਨੂੰ ਡੁੱਬਣੋਂ ਬਚਾ ਲਿਆ ਤੇ ਇਸ ਚਿਤਰਾਮਨ ਦਾ ਮੇਲ ਕਾਮਰੂਪ ਦੇ ਨਾਲ ਹੋ ਗਿਆ ਤੇ ਚਿਤਰਾਮਨ ਨੇ ਕਾਮਰੂਪ ਦੀ ਕਾਮਲਤਾ ਵੱਲੋਂ ਭੇਜੀ ਹੋਈ ਇੱਕ ਮੁੰਦਰੀ ਉਸ ਨੂੰ ਦਿੱਤੀ। ਇੰਨੀ ਦਿਨੀ ਕਾਮਰੂਪ ਨੂੰ ਪੈਸੇ ਦੀ ਸਖਤ ਲੋੜ ਸੀ, ਸੋ ਉਸਨੇ ਆਪਣੇ ਡੋਲੇ ਨਾਲ ਬੱਝੇ ਹੋਏ ਲਾਲ ਸੀ ਜਿਹੜੇ ਜਿਵੇਂ ਹੀਰੇ ਲਾਲ ਜਵਾਹਰਾਤ ਹੁੰਦੇ ਆ, ਚਿਤਰਾਮਨ ਦੇ ਹੱਥ ਹਰਿਦੁਆਰ ਦੇ ਇੱਕ ਜੌਹਰੀ ਪਿਰਥੀਪਤ ਕੋਲ ਵੇਚਣ ਲਈ ਭੇਜੇ। ਸੋ ਪਿਰਥੀਪਤ ਉਹ ਲਾਲ ਇੱਕ ਹੋਰ ਜੌਹਰੀ ਨਾਨਕ ਚੰਦ ਨੂੰ ਵਿਖਾਉਣ ਦੇ ਲਈ ਗਿਆ। ਸੋ ਨਾਨਕ ਚੰਦ ਨੇ ਫਿਰ ਚਿਤਰਾਮਨ ਨੂੰ ਪਹਿਚਾਣ ਲਿਆ ਕਿ ਇਹ ਤਾਂ ਉਹੀ ਮੇਰਾ ਪੁਰਾਣਾ ਸਾਥੀ ਹੈ। ਸੋ ਇਸ ਤਰ੍ਹਾਂ ਨਾਨਕ ਚੰਦ ਵੀ ਆਪਣੇ ਇਹਨਾਂ ਸਾਥੀਆਂ ਦੇ ਨਾਲ ਕਾਮਰੂਪ ਦੇ ਦੋਸਤਾਂ ਨਾਲ ਮਿਲਿਆ। ਸੋ ਇੱਕ ਵਾਰੀ ਰਾਜੇ ਦੇ ਰੰਗ ਤਮਾਸ਼ੇ ਦੀ ਜਦੋਂ ਸਭਾ ਲੱਗੀ, ਦਰਬਾਰ ਸਜਿਆ ਤੇ ਉਸ ਦੇ ਵਿੱਚ ਕਾਮਰੂਪ ਵੀ ਉੱਥੇ ਆ ਗਿਆ ਤਾਂ ਉਸ ਦਾ ਮੇਲ ਕਲੌਂਤ ਨਾਲ ਹੋ ਜਾਂਦਾ। ਇਸ ਤਰ੍ਹਾਂ ਸਾਰੇ ਪੁਰਾਣੇ ਸਾਥੀ ਮੁੜ ਕੇ ਇਕੱਠੇ ਹੋ ਜਾਂਦੇ ਨੇ, 6 ਦੇ 6। ਸੋ ਇਨੀ ਦਿਨੀ ਕਾਮਰੂਪ ਦੇ ਉਸਦੇ ਸਾਥੀ ਰਾਜੇ ਪ੍ਰਿਥੀਪਤ ਕੋਲ ਰਹਿ ਰਹੇ ਸਨ ਤਾਂ ਜਦੋਂ ਜਗਨਨਾਥ ਦੇ ਰਾਜੇ ਝੱਜਰ ਸਿੰਘ ਨੇ ਧਾਵਾ ਬੋਲਿਆ, ਪਰ ਕਾਮਰੂਪ ਤੇ ਉਸ ਦੀ ਬੜੀ ਬਹਾਦਰੀ ਨਾਲ ਲੜਦੇ ਹੋਏ ਝੱਜਰ ਸਿੰਘ ਦੀ ਸੈਨਾ ਨੂੰ ਮਾਰ ਦਿੰਦੇ ਨੇ। ਤੇ ਹੁਣ ਕਾਮਰੂਪ ਰਾਜੇ ਪ੍ਰਿਥੀ ਦੀ ਆਗਿਆ ਲੈ ਕੇ ਸਾਥੀਆਂ ਸਮੇਤ ਸਗਲਾਦੀਪ ਵੱਲ ਨੂੰ ਰਵਾਨਾ ਹੁੰਦਾ ਹੈ ਤੇ 10 ਦਿਨਾਂ ਦਾ ਲੰਮਾ ਸਫ਼ਰ ਝਾਕ ਕੇ ਉਹ ਸਗਲਾਦੀਪ ਪਹੁੰਚਦਾ ਤੇ ਇੱਕ ਬਾਗ ਦੇ ਵਿੱਚ ਡੇਰੇ ਜਮਾਉਂਦਾ। ਤੇ ਤਨੰਤਰ ਕਾਮਲਤਾ ਉਸ ਸ਼ਹਿਜ਼ਾਦੀ ਕਾਮਲਤਾ ਦਾ ਇਲਾਜ ਨਹੀਂ ਕਰ ਸਕਿਆ, ਇਸ ਕਰਕੇ ਰਾਜੇ ਨੇ ਉਸ ਨੂੰ ਵੀ ਛੁੱਟੀ ਦੇ ਦਿੱਤੀ। ਕਾਮਲਤਾ ਨੂੰ ਮਿਲਣ ਦੇ ਲਈ ਕਾਮਰੂਪ ਕੋਲ ਕੋਈ ਤਰਕੀਬ ਨਹੀਂ ਸੀ ਬਣ ਰਹੀ। ਉਸਨੇ ਸੋਚਿਆ ਉਹ ਵਿਦਿਆ ਚੰਦ ਪੰਡਤ ਦੇ ਪੈਰਾਂ ਦੇ ਵਿੱਚ ਉਹ ਧਾਗਾ ਬੰਨ੍ਹ ਕੇ ਉਸ ਨੂੰ ਫਿਰ ਤੋਤਾ ਬਣਾ ਦਿੰਦਾ ਤੇ ਤੋਤਾ ਉੱਡਦਾ ਹੋਇਆ ਫਿਰ ਕਾਮਲਤਾ ਕੋਲ ਪੁੱਜਦਾ ਹੈ ਤੇ ਕਾਮਲਤਾ ਉਸ ਤੋਤੇ ਨੂੰ ਫੜ ਕੇ ਖੇਡਣ ਲੱਗਦੀ ਹੈ ਤੇ ਉਸ ਦੀ ਨਜ਼ਰ ਤੋਤੇ ਦੇ ਪੈਰਾਂ ਦੇ ਵਿੱਚ ਬੱਧੇ ਨੀਲੇ ਧਾਗੇ ਤੇ ਪੈਂਦੀ ਹੈ ਤੇ ਧਾਗਾ ਖੋਲ੍ਹਣ ਦੇ ਨਾਲ ਪੰਡਤ ਆਪਣੇ ਅਸਲੀ ਕਾਇਆ ਦੇ ਵਿੱਚ ਆ ਜਾਂਦਾ ਤੇ ਪੰਡਤ ਕਾਮਲਤਾ ਨੂੰ ਕਾਵਰੂਪ ਦੇ ਆਉਣ ਦੀ ਦੱਸ ਪਾਉਂਦਾ। ਜਾਣੀ ਕਿ ਤੋਤਾ ਉਹ ਮੈਸੇਂਜਰ ਬਣ ਗਿਆ। ਮਤਲਬ ਸਟੋਰੀ ਰਾਈਟਰ ਦੀ ਕਲਪਨਾ ਵੇਖੋ, ਕਿੱਸਾਕਾਰ ਦੀ ਕਲਪਨਾ ਵੇਖੋ, ਹੈ ਨਾ। ਤੇ ਉਧਰ ਰਾਜੇ ਨੇ ਕਾਮਲਤਾ ਦੇ ਸਵੰਬਰ ਦਾ ਫੈਸਲਾ ਕਰ ਲਿਆ, ਕਾਮਲਤਾ ਦੇ ਪਿਤਾ ਨੇ। ਤੇ ਸਵੰਬਰ ਦੇ ਵਿੱਚ ਕੁਝ ਦਿਨ ਬਾਕੀ ਸੀ, ਸੋ ਨੀਲਾ ਧਾਗਾ ਪੈਰ ਦੇ ਵਿੱਚ ਬੰਨਣ ਕਰਕੇ ਪੰਡਤ ਫਿਰ ਤੋਤਾ ਬਣ ਕੇ ਉੱਡ ਜਾਂਦਾ ਤੇ ਕਾਮਲਤਾ ਦਾ ਸੁਨੇਹਾ ਕਾਮਰੂਪ ਨੂੰ ਜਾ ਕੇ ਦਿੰਦਾ ਤੇ ਕਾਮਰੂਪ ਕਾਮਲਤਾ ਨੂੰ ਮੁੜ ਸੁਨੇਹਾ ਭੇਜਦਾ ਤੇ ਸਵੰਬਰ ਵਾਲੇ ਦਿਨ ਜੋਗੀ ਦੇ ਰੂਪ ਦੇ ਵਿੱਚ ਉਹ ਹਾਜ਼ਰ ਹੋਵੇਗਾ ਤੇ ਸੱਜੇ ਪਾਸੇ ਧਨੰਤਰ ਵੈਦ, ਖੱਬੇ ਪਾਸੇ ਸੀਮਤ ਬਚਨ ਪੰਡਤ ਸੀ ਜਿਹੜਾ ਸੀਮਤ ਬਚਨ ਪੰਡਤ ਤੇ ਕਲੌਂਤ ਹੋਣਗੇ ਤੇ ਉਸਦੇ ਹੱਥਾਂ ਦੇ ਵਿੱਚ ਤੋਤਾ ਹੋਵੇਗਾ, ਉਹੀ ਜੋ ਕਾਮਲਤਾ ਕੋਲ ਆਇਆ ਸੀ। ਤੇ ਸਵੰਬਰ ਦੇ ਵਕਤ ਕਾਮਲਤਾ ਤੋਤੇ ਦੀਆਂ ਦੱਸੀਆਂ ਨਿਸ਼ਾਨੀਆਂ ਦੇ ਆਧਾਰ ਤੇ ਕਾਮਰੂਪ ਨੂੰ ਪਛਾਣ ਲੈਂਦੀ ਹੈ ਤੇ ਉਸ ਉੱਤੇ ਕੁੰਗੂ ਦਾ ਛਿੱਟਾ ਮਾਰਦੀ ਹੈ ਤੇ ਉਸ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਜਾਣੀ ਸਵੰਬਰ ਵਾਲਾ ਹਾਰ ਪਾ ਦਿੰਦੀ ਹੈ। ਇਹ ਵੇਖ ਕੇ ਰਾਜਾ ਛਤਰਪਤੀ ਉਸ ਦਾ ਪਿਓ ਬੜਾ ਪਰੇਸ਼ਾਨ ਹੁੰਦਾ ਤੇ ਉਹ ਸਮਝਦਾ ਕਿ ਅੱਧ ਸੁਰਤੀ ਦੀ ਹਾਲਤ ਦੇ ਵਿੱਚ ਕਾਮਲਤਾ ਨੇ ਕਾਮਰੂਪ ਦੇ ਗਲ ਦੇ ਵਿੱਚ ਹਾਰ ਪਹਿਨਾ ਦਿੱਤਾ, ਜਾਣੀ ਕਿ ਉਸ ਦੀ ਬੇਟੀ ਨੇ ਜਿਹੜੀ ਅੱਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਆਪਣਾ ਪਤੀ ਚੁਣਿਆ। ਸੋ ਰਾਜੇ ਨੇ ਇਹ ਰਿਸ਼ਤਾ ਪ੍ਰਵਾਨ ਨਾ ਕੀਤਾ ਤੇ ਦੂਜੀ ਵਾਰੀ ਕਾਮਲਤਾ ਨੂੰ ਫਿਰ ਸਵੰਬਰ ਦੇ ਵਾਸਤੇ ਹਾਰ ਪਾਉਣ ਦੇ ਲਈ ਉਹਨਾਂ ਸਾਰੇ ਰਾਜਿਆਂ ਦੇ ਜੋ ਵਾਰਸ ਸੀਗੇ ਜਾਂ ਰਾਜੇ ਸੀ ਜਾਂ ਯੁਵਰਾਜ ਸੀ ਉਹਨਾਂ ਦੀ ਚੋਣ ਕਰਨ ਦੇ ਲਈ ਆਖਿਆ ਤੇ ਦੂਜੀ ਵਾਰ ਵੀ ਕਾਮਲਤਾ ਨੇ ਕਾਮਰੂਪ ਦੇ ਗਲ ਦੇ ਵਿੱਚ ਹੀ ਹਾਰ ਪਾਇਆ ਤਾਂ ਵੀ ਗੱਲ ਨਾ ਬਣੀ। ਫਿਰ ਤੀਜੀ ਵਾਰ ਕਾਮਲਤਾ ਨੂੰ ਚੋਣ ਕਰਨੀ ਕਿਹਾ, ਪਰ ਇਸ ਵਾਰੀ ਵੀ ਉਸਨੇ ਕਾਮਰੂਪ ਦੇ ਗਲ ਦੇ ਵਿੱਚ ਹਾਰ ਪਾ ਕੇ ਉਸ ਨੂੰ ਆਪਣਾ ਪਤੀ ਪ੍ਰਵਾਨ ਕੀਤਾ। ਇਸ ਤੇ ਰਾਜਾ ਛਤਰਪਤੀ ਬੜਾ ਕ੍ਰੋਧ ਦੇ ਵਿੱਚ ਆਇਆ ਤੇ ਉਸਨੇ ਜੋਗੀ ਦੇ ਰੂਪ ਦੇ ਵਿੱਚ ਉੱਥੇ ਬੈਠੇ ਕਾਮਰੂਪ ਨੂੰ ਇੱਕ ਖੂਹ ਦੇ ਵਿੱਚ ਕੈਦ ਕਰ ਦਿੱਤਾ ਤੇ ਕਾਮਲਤਾ ਨੂੰ ਸਖੀਆਂ ਸਮੇਤ ਮਹਿਲ ਦੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਕਾਮਰੂਪ ਕੋਲ ਹਰਮਦਿਓ ਦਾ ਇੱਕ ਵਾਲ ਸੀ। ਉਹ ਵਾਲ ਮੇਤਰ ਚੰਦ ਨੇ ਅੱਗੋਂ ਕਾਮਰੂਪ ਨੂੰ ਦਿੱਤਾ ਸੀ ਤੇ ਉਸ ਵਾਲ ਦੇ ਧੋਖਣ ਦੇ ਨਾਲ ਹਰਮਦਿਓ ਫੌਰਨ ਹਾਜ਼ਰ ਹੋ ਜਾਂਦਾ ਤੇ ਕਾਮਰੂਪ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਕੇ ਉਸ ਨੂੰ 200 ਕੋਹ ਦੂਰ ਲੈ ਜਾਂਦਾ। ਦਿਓ ਦੀ ਮਦਦ ਨਾਲ ਇੱਕ ਵੱਡਾ ਲਸ਼ਕਰ ਇਕੱਠਾ ਕਰਕੇ ਸਗਲਾਦੀਪ ਤੇ ਧਾਵਾ ਬੋਲਦਾ ਤੇ ਲਸ਼ਕਰ ਦੇ ਖਰਚੇ ਦਾ ਬੋਝ ਉਠਾਉਣ ਦੇ ਲਈ ਫਿਰ ਕਾਮਰੂਪ ਪਾਰਸ ਪੱਥਰ ਜਿਹੜਾ ਉਹ ਲੈ ਕੇ ਗਿਆ ਸੀ ਡੋਲੇ ਨਾਲ ਬੰਨ੍ਹ ਕੇ ਤੇ ਉਹ ਉਸ ਪਾਰਸ ਦੇ ਨਾਲ ਲੋਹੇ ਨੂੰ ਸੋਨਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਦਾ। ਜਾਣੀ ਕਿ ਉਹ ਪਾਰਸ ਵਾਲੀ ਕਹਾਣੀ ਫਿਰ ਇਸ ਤਰ੍ਹਾਂ ਹੈ ਜਿਹੜੀ ਕਿ ਉਹ ਲੋਹੇ ਨੂੰ ਸੋਨਾ ਬਣਾ ਕੇ, ਹਾਲਾਂਕਿ ਪਾਰਸ ਜਿਹੜਾ ਹੈਗਾ ਇਹ ਵੀ ਆਪਣੇ ਆਪ ਦੇ ਵਿੱਚ ਮਿੱਥ ਹੈ, ਇਸ ਦੇ ਵਿੱਚ ਕੋਈ ਬਹੁਤੀ ਪਾਰਸ ਦੇ ਵਿੱਚ ਸੱਚਾਈ ਨਹੀਂ ਹੈ। ਪ੍ਰੇਮ ਲਹਿਲ ਜੀ ਕਹਿੰਦੇ ਕਿਹੜੇ ਚੱਕਰਾਂ 'ਚ ਪੈ ਗਏ, ਅਨੁਵਾਦ ਕੀਤੀਆਂ ਉਹ ਕਹਾਣੀਆਂ 'ਚ ਉਹ ਗੱਲ ਨਹੀਂ ਹੁੰਦੀ ਜਿਹੜੀ ਅਸਲੀ ਕਿੱਸਿਆਂ 'ਚ ਹੁੰਦੀ ਹੈ। ਹਾਂ, ਇਹ ਗੱਲ ਠੀਕ ਹੈ ਪ੍ਰੇਮ ਲਹਿਲ ਜੀ, ਤੁਹਾਡਾ ਮੈਂ ਪੜ੍ਹ ਰਿਹਾ, ਪਰ ਇਹਦੇ ਵਿੱਚ ਕਿੱਸਿਆਂ ਦੇ ਵਿੱਚ ਜੋ ਮੈਂ ਪੜ੍ਹ ਰਿਹਾ ਕੁਛ ਫਿਗਰ ਅਤੇ ਫੈਕਟ ਦੇ ਨਾਲ ਪੜ੍ਹ ਰਿਹਾ
ਤੇ ਜਿਹੜੇ ਕਿੱਸੇ ਨੇ ਉਹਨਾਂ ਦੇ ਵਿੱਚ ਰੌਚਕਤਾ ਬਹੁਤ ਜ਼ਿਆਦਾ ਭਰੀ ਹੁੰਦੀ ਹੈ। ਠੀਕ ਹੈ ਕਿ ਉਹਦੇ 'ਚ ਕਾਵਬੰਦੀ ਹੁੰਦੀ ਕਿ ਕੀਤਾ ਹੁੰਦਾ, ਉਸਨੂੰ ਕਾਵਬੰਦ ਕੀਤਾ ਹੁੰਦਾ, ਪਰ ਉਹਦੇ ਵਿੱਚ ਜਿਹੜਾ ਰੋਮਾਂਸਵਾਦੀ ਅੰਸ਼ ਹੈ ਨਾ ਉਹ ਜ਼ਿਆਦਾ ਪਾਇਆ ਹੁੰਦਾ। ਅਸਲ ਦੇ ਵਿੱਚ ਜੇ ਵੇਖਿਆ ਜਾਵੇ ਇਹ ਕਿਸੇ ਇੱਕ ਐਂਟਰਟੇਨ ਦਾ ਸਾਧਨ ਨੇ, ਇਹ ਅੱਜ ਵੀ ਵਿਕਦੇ ਨੇ। ਹੁਣ ਹੈਰੀ ਪੋਟਰ ਦਾ ਜਿਹੜਾ ਸੀ ਕਿੰਨਾ ਕਰੋੜਾਂ ਅਰਬਾਂ ਦਾ ਬਿਜ਼ਨਸ ਕੀਤਾ ਉਹ ਇਸ ਤਰ੍ਹਾਂ ਦਾ। ਉਸ ਤੋਂ ਪ੍ਰਭਾਵਿਤ ਹੋ ਕੇ ਹੋਰ ਬਹੁਤ ਸਾਰੀਆਂ ਕਿਤਾਬਾਂ ਆ ਰਹੀਆਂ ਨੇ। ਲੋਕ ਐਂਟਰਟੇਨ ਕਰਨਾ ਚਾਹੁੰਦੇ ਆ ਅਤੇ ਵਿਕਦਾ ਅਗਲਿਆਂ ਦਾ। ਬਹੁਤ ਸਾਰੀਆਂ ਫਿਲਮਾਂ ਵੇਖੋ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਬੇਲੋੜਾ ਆਕਰਸ਼ਿਤ ਕਰਦੀਆਂ ਨੇ, ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ। ਖੈਰ, ਪਰ ਇਹ ਸਾਰੇ ਕੁਝ ਦੱਸਣ ਦਾ ਮਤਲਬ ਸੀਗਾ ਕਿ ਅਸਾਮ ਦੇ ਨਾਲ ਜਾਂ ਇਸ ਕਾਮਰੂਪ ਦੇ ਕਿੱਸੇ ਦੇ ਨਾਲ, ਮਤਲਬ ਪੰਜਾਬੀ ਦੇ ਵਿੱਚ ਇਹ ਕਿੱਸੇ ਦਾ ਆਉਣਾ ਇੱਕ ਐਂਟਰਟੇਨ ਸੀਗਾ ਜੋ ਐਮਜੀਆਰ ਨੇ ਲਿਖਿਆ ਸੀ। ਪਰ ਪੰਜਾਬ ਦੇ ਮੁਤਾਬਕ ਇਹ ਸਾਰੀਆਂ ਚੀਜ਼ਾਂ ਨਹੀਂ ਆ, ਨਾ ਹੀ ਚਲੋ ਨਾ ਤਾਂ ਮਿਲ ਜਾਂਦੇ ਨੇ, ਪਰ ਐਂਟਰਟੇਨ ਦਾ ਇਸ ਤਰ੍ਹਾਂ ਦੀਆਂ ਮਤਲਬ ਹਰ ਦੁਨੀਆ ਦੇ ਜਿਹੜੇ ਬਹੁਤ ਸਾਰੇ ਕਿੱਸੇ ਨੇ ਉਹਨਾਂ ਦੇ ਵਿੱਚੋਂ ਕੁਝ ਗੱਲਾਂ ਕੱਢ ਕੇ ਉਸ ਵਕਤ ਜਿਹੜੇ ਸਿਆਣੇ ਲੋਕ ਸੀ, ਲੇਖਕ ਲੋਕ ਸੀਗੇ, ਉਹ ਕਾਪੀ ਪੇਸਟ ਕਰਦੇ ਹੁੰਦੇ ਸੀ ਇਹਨਾਂ ਚੀਜ਼ਾਂ ਨੂੰ। ਖੈਰ, ਤੇ ਕਈ ਇਹਨਾਂ ਨੂੰ ਸੱਚਾਈ ਮੰਨ ਲੈਂਦੇ ਨੇ ਤੇ ਇਸੇ ਤਰ੍ਹਾਂ ਸਮਾਂ ਪਾ ਕੇ ਫਿਰ ਇਹ ਜਿਹੜੇ ਪਾਤਰ ਨੇ ਉਹ ਅਸਲੀ ਬਣ ਜਾਂਦੇ ਨੇ, ਜਿਵੇਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ। ਕਿਤੇ ਇਹਨਾਂ ਕਿੱਸਿਆਂ ਨੂੰ ਭਾਈ ਗੁਰਦਾਸ ਨੇ ਵੀ ਇਹਨਾਂ ਦੇ ਪ੍ਰਸੰਗ ਦੇ ਵਿੱਚ ਲਿਖਿਆ, ਸੱਸੀ ਪੁੰਨੂ ਦੋਸਤੀ। ਖੈਰ, ਤੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਬਾਈ ਜੀ ਹੋਰਾਂ ਦੇ ਇਸ ਕਮੈਂਟ ਤੋਂ। ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ। ਪ੍ਰੋਗਰਾਮ ਦੀ ਰੂਪ ਰੇਖਾ ਦਾ ਮੈਂ ਜ਼ਿਕਰ ਕਰਦਾ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਹੈ, ਜਿਸ ਦੇ ਵਿੱਚ ਸਿਆਸਤ ਅਤੇ ਵਿਰਾਸਤ ਦੀ ਗੱਲ ਹੁੰਦੀ ਹੈ। ਅਤੇ ਸਾਰਾ ਦਿਨ ਸਿਆਸਤ ਦੀਆਂ ਗੱਲਾਂ ਸੁਣ ਕੇ ਵੀ ਮਨ ਅੱਕ ਜਾਂਦਾ ਹੈ, ਪਰ ਸਾਡੀ ਵਿਰਾਸਤ ਦੇ ਵਿੱਚ ਕੀ ਕੁਝ ਹੈ ਸਾਨੂੰ ਇਸ ਦੇ ਬਾਰੇ ਵੀ ਥੋੜ੍ਹਾ ਵਾਬਸਤਾ ਹੋਣਾ ਚਾਹੀਦਾ। ਜਾਣਕਾਰੀ ਇਹਨਾਂ ਚੀਜ਼ਾਂ ਦੀ ਲੈਣੀ ਚਾਹੀਦੀ ਹੈ ਜੇ ਤੁਸੀਂ ਪਸੰਦ ਕਰਦੇ ਹੋ ਤਾਂ। ਅਤੇ ਖੈਰ, ਆਪਣੀ ਗੱਲਬਾਤ ਚੱਲ ਰਹੀ ਸੀ ਕਿ ਜਦੋਂ ਕਾਮਰੂਪ ਅਤੇ ਉਸਦੇ ਸਾਥੀ ਰਾਜੇ ਪ੍ਰਿਥੀਪਾਲ ਕੋਲ ਰਹੇ ਤਾਂ ਜਗਨਨਾਥ ਦੇ ਰਾਜੇ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਜਗਨਨਾਥ ਦਾ ਰਾਜਾ ਸੀ ਝੱਜਰ ਸਿੰਘ, ਪਰ ਕਾਮਰੂਪ ਦੇ ਉਸਦੇ ਸਾਥੀ ਬੜੀ ਬਹਾਦਰੀ ਨਾਲ ਲੜੇ ਅਤੇ ਝੱਜਰ ਸਿੰਘ ਦੀ ਸੈਨਾ ਨੂੰ ਮਾਰ ਭਜਾਇਆ। ਹੁਣ ਕਾਮਰੂਪ ਦੇ ਰਾਜੇ ਪ੍ਰਿਥੀਪਤ ਦੀ ਆਗਿਆ ਲੈ ਕੇ ਸਾਥੀਆਂ ਸਮੇਤ ਉਹ ਸਗਲਾਦੀਪ ਨੂੰ ਰਵਾਨਾ ਹੁੰਦੇ ਨੇ ਅਤੇ 10 ਦਿਨ ਦਾ ਸਫ਼ਰ ਕਰਕੇ ਉਹ ਇੱਕ ਡੇਰੇ ਦੇ ਵਿੱਚ ਜਾਂਦੇ ਨੇ। ਵੈਸੇ ਉਸ ਦੇ ਵਿੱਚ ਤੁਸੀਂ ਵੇਖੋ ਕਿ ਨਾਂ ਕਈ ਵਾਰੀ ਬੜੇ ਅਜੀਬ ਜਿਹੇ ਆਉਂਦੇ ਨੇ, ਝੱਜਰ ਸਿੰਘ, ਜਗਨਨਾਥ ਦਾ ਰਾਜਾ। ਹਾਲਾਂਕਿ ਹਿਸਟਰੀ ਦੇ ਵਿੱਚ ਮੈਂ ਵੇਖਿਆ ਕਿ ਜਗਨਨਾਥ ਦਾ ਝੱਜਰ ਸਿੰਘ ਰਾਜੇ ਦਾ ਕੋਈ ਬਹੁਤਾ ਹਵਾਲਾ ਮੈਨੂੰ ਨਹੀਂ ਮਿਲਿਆ। ਖੈਰ, ਆਪਣੀ ਗੱਲਬਾਤ ਚੱਲ ਰਹੀ ਸੀ ਸਵੰਬਰ 'ਤੇ ਕਿ 3 ਵਾਰ ਇਹ ਸਾਰੀਆਂ ਲੜਾਈਆਂ ਲੜਨ ਤੋਂ ਬਾਅਦ ਜਦੋਂ ਸਵੰਬਰ ਦੇ ਵਿੱਚ ਪਹੁੰਚਦੇ ਨੇ ਅਤੇ ਕਾਮਰੂਪ ਜਦੋਂ ਕਾਮਲਤਾ ਦੇ ਸਵੰਬਰ ਦੇ ਵਿੱਚ ਪਹੁੰਚਦਾ, ਕਿਉਂਕਿ ਉਸ ਤੋਤੇ ਦੇ ਜ਼ਰੀਏ ਉਸਨੂੰ ਸਾਰਾ ਕੁਝ ਦੱਸਿਆ ਹੁੰਦਾ ਹੈ, ਅਤੇ ਉਹ ਤਿੰਨੋਂ ਹੀ ਵਾਰ ਜਿਹੜਾ ਹੈਗਾ ਸਵੰਬਰ ਦੇ ਵਿੱਚ ਜਿਹੜਾ ਹੈਗਾ ਕਾਮਰੂਪ ਨੂੰ ਆਪਣੇ ਪਤੀ ਦੇ ਰੂਪ ਦੇ ਵਿੱਚ ਚੁਣਦੀ ਹੈ। ਅਤੇ ਰਾਜੇ ਨੇ ਜਦੋਂ ਰਿਸ਼ਤਾ ਨਾ ਪ੍ਰਵਾਨ ਕੀਤਾ ਅਤੇ ਰਾਜੇ ਨੇ ਆਪਣੀ ਬੇਟੀ ਅਤੇ ਉਸ ਦੀਆਂ ਸਖੀਆਂ ਨੂੰ ਕੈਦ ਕਰ ਲਿਆ, ਇੱਕ ਕਮਰੇ ਦੇ ਵਿੱਚ ਤਾੜ ਦਿੱਤਾ। ਅਤੇ ਇਸ ਦੌਰਾਨ ਰਾਜਾ ਬੜਾ ਕ੍ਰੋਧ ਦੇ ਵਿੱਚ ਆ ਗਿਆ, ਸੋ ਉਸਨੇ ਜੋਗੀ ਦੇ ਰੂਪ ਦੇ ਵਿੱਚ ਉੱਥੇ ਬੈਠੇ ਕਾਮਰੂਪ ਨੂੰ ਇੱਕ ਖੂਹ ਦੇ ਵਿੱਚ ਕੈਦ ਕਰ ਦਿੱਤਾ। ਅਤੇ ਉਸ ਕੋਲ ਫਿਰ ਉੱਥੋਂ ਨਿਕਲਣ ਦਾ ਕੀ ਜ਼ਰੀਆ ਹੁੰਦਾ? ਫਿਰ ਇੱਥੇ ਵੀ ਕਲਪਨਾ, ਇਮੈਜੀਨੇਸ਼ਨ ਦਾ ਅਖੀਰ। ਸੋ ਕਾਮਰੂਪ ਕੋਲ ਹਦਮ ਦਿਓ ਦਾ ਇੱਕ ਵਾਲ ਸੀ ਜੋ ਦਿਓ ਨੇ ਮਿਹਤਰ ਚੰਦ ਉਸਦੇ ਸਾਥੀ ਨੂੰ ਦਿੱਤਾ ਸੀ। ਉਹ ਵਾਲ ਮਿਹਤਰ ਚੰਦ ਨੇ ਅੱਗੋਂ ਕਾਮਰੂਪ ਨੂੰ ਦਿੱਤਾ। ਉਸ ਵਾਲ ਦੇ ਧਿਖਾਣ ਦੇ ਨਾਲ ਹਦਮ ਦਿਓ ਫੌਰਨ ਹਾਜ਼ਰ ਹੋ ਜਾਂਦਾ, ਜਿਵੇਂ ਔਲਾਦੀਨ ਦਾ ਚਿਰਾਗ ਹੁੰਦਾ ਨਾ ਆਪਣੇ। ਸੋ ਉਸ ਦਿਓ ਨੇ ਹਾਜ਼ਰ ਹੋ ਕੇ ਕਾਮਰੂਪ ਨੂੰ ਖੂਹ ਦੇ ਵਿੱਚੋਂ ਕੱਢ ਦਿੱਤਾ ਅਤੇ ਉਸ ਨੂੰ 200 ਕੋਹ ਦੂਰ ਲੈ ਗਿਆ। ਦਿਓ ਦੀ ਮਦਦ ਨਾਲ ਇੱਕ ਵੱਡਾ ਇਕੱਠ ਕਰਕੇ ਸਗਲਦੀਪ 'ਤੇ ਫਿਰ ਇਹਨਾਂ ਨੇ ਧਾਵਾ ਬੋਲਿਆ ਅਤੇ ਲਸ਼ਕਰ ਦੇ ਸਾਰੇ ਖਰਚੇ ਦਾ ਸੈਨਾ ਦਾ ਬੋਝ ਉਠਾਉਣ ਲਈ ਕਾਮਰੂਪ ਨੇ ਉਹ ਪਾਰਸ ਪੱਥਰ ਦੀ ਮਦਦ ਨਾਲ ਲੋਹੇ ਨੂੰ ਸੋਨਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਿਆ। ਅਖੀਰ ਲੜਾਈ ਦੇ ਵਿੱਚ ਕਾਮਲਤਾ ਦਾ ਪਿਤਾ ਅਤੇ ਉਸ ਖਿੱਤੇ ਦਾ ਰਾਜਾ ਛਤਰਪਤੀ ਹਾਰ ਜਾਂਦਾ, ਸਗਲਾਦੀਪ ਦਾ ਰਾਜਾ। ਅਤੇ ਕਾਮਰੂਪ ਰਾਜਾ ਛਤਰਪਤੀ ਦੀ ਅੱਗੇ ਆਪਣੀ ਅਸਲੀਅਤ ਪ੍ਰਗਟ ਕਰਦਾ ਕਿ ਮੈਂ ਜੋਗੀ ਕੁਛ ਨਹੀਂ ਹੈ ਅਤੇ ਮੈਂ ਤਾਂ ਅਵਧ ਦਾ ਰਾਜਾ ਗਜਪਤੀ ਦਾ ਲੜਕਾ।
ਤੇ ਇਹ ਗੱਲ ਜਾਣ ਕੇ ਰਾਜਾ ਛਤਰਪਤੀ ਬੜਾ ਖੁਸ਼ ਹੁੰਦਾ ਹੈ। ਉਹਨੂੰ ਤੇ ਲੱਗਦਾ ਸੀ ਕਿ ਮੈਂ ਆਪਣੇ ਰਾਜਕੁਮਾਰੀ ਐਵੇਂ ਕਿਸੇ ਜੋਗੀ ਦੇ ਲੜ ਸਾਧ ਦੇ ਲੜ ਲਾਤੀ ਹੈ, ਪਰ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਹ ਤਾਂ ਅਵਧ ਦੇ ਰਾਜੇ ਗਜਪਤੀ ਦਾ ਲੜਕਾ ਹੈ ਤੇ ਫਿਰ ਉਹ ਉਸ ਸਵੰਬਰ ਨੂੰ ਆ ਜਿਹੜਾ ਪ੍ਰਵਾਨ ਕਰ ਲੈਂਦਾ। ਸੋ ਕਾਮਰੂਪ ਤੇ ਬਾਕੀ ਸਾਥੀ ਵੀ ਆਪਣੇ ਕਿੱਤੇ ਤੇ ਉਮਰ ਦੇ ਮੁਤਾਬਕ ਕਾਮਲਤਾ ਦੀਆਂ ਸਖੀਆਂ ਜਾਂ ਸਗਲਾਦੀਪ ਦੀਆਂ ਮਟਿਆਰਾਂ ਨਾਲ ਵਿਆਹ ਕਰ ਲੈਂਦੇ ਨੇ। ਇਹ ਅਸਲ ਦੇ ਵਿੱਚ ਲੋਕ ਕਹਾਣੀਆਂ ਅਨੇਕਾਂ ਰੂੜੀਆਂ ਇਸ ਦੇ ਵਿੱਚ ਰੂੜੀਆਂ ਜਾਣੀ ਕਿ ਪਲਾਟ ਆਪਣੀ ਗੋਹੇ ਵਾਲੀ ਰੂੜੀ ਨਹੀਂ ਹੁੰਦੀ, ਜਿਹੜੀਆਂ ਮੁੱਢੀਆਂ ਹੁੰਦੀਆਂ ਨੇ ਉਹਨੂੰ ਰੂੜੀ ਵੀ ਕਹਿ ਲਿਆ ਜਾਂਦਾ ਅਤੇ ਉਸ ਕਥਾ ਦਾ ਸੁਮੇਲ ਹੁੰਦਾ। ਸੋ ਪੰਜਾਬੀ ਸੱਭਿਆਚਾਰ ਨਾਲ ਇਹ ਕਿੱਸਾ ਬਹੁਤ ਘੱਟ ਜੁੜਿਆ, ਇਸ ਕਰਕੇ ਇਹ ਕਿੱਸਾ ਪੰਜਾਬ ਦੇ ਵਿੱਚ ਬਹੁਤਾ ਪ੍ਰਚਲਿਤ ਨਹੀਂ ਹੋ ਸਕਿਆ। ਸੋ ਇਹ ਸੀ ਕਾਮਰੂਪ ਦਾ ਕਿੱਸਾ। ਅਤੇ ਜੋ ਅਹਿਮਦ ਯਾਰ ਨੇ ਲਿਖਿਆ ਸੀਗਾ, ਕਿਉਂਕਿ ਜੋ ਇੰਡੀਅਨ ਹਿਸਟਰੀ ਦੇ ਵਿੱਚ ਜਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਜਿਸ ਤਰ੍ਹਾਂ ਇਹਦੇ ਵਿੱਚ ਹੁਣ ਮੈਂ ਕਾਮਣ ਦਾ ਜ਼ਿਕਰ ਕਰਾਂ, ਆਪਾਂ ਨੂੰ ਤ੍ਰਿੰਝਣ ਤਾਂ ਯਾਦ ਨੇ ਕਿ ਤ੍ਰਿੰਝਣ ਕੀ ਹੁੰਦੇ ਨੇ, ਪਰ ਜਿਹੜਾ ਕਾਮਣ ਹੈ, ਕਾਮਣ ਦੇ ਬਾਰੇ ਆਪਾਂ ਨੂੰ ਬਹੁਤਾ ਇਲਮ ਨਹੀਂ ਹੈ। ਜਿਸ ਤਰ੍ਹਾਂ ਉਹ ਕਾਮਣ ਦੇ ਵਿੱਚ ਇੱਕ ਪੰਜਾਬਣ ਜ਼ਿਕਰ ਕਰਦੀ ਹੈ ਕਿ ਕਾਮਰੂਪ ਨਾ ਜਾਈ, ਉੱਥੋਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਭੇਡੂ ਬਣਾ ਲੈਂਦੀਆਂ ਨੇ ਬਲਾ। ਸੋ ਇਹ ਕਾਮਣ ਦੇ ਵਿੱਚ ਗਾਇਆ ਜਾਂਦਾ ਸੀਗਾ ਇਹ ਗੀਤ, ਕਾਮਰੂਪ ਨਾ ਜਾਈ ਵਿਟੋਲਾ, ਉੱਥੋਂ ਦੀਆਂ ਨਾਰੀਆਂ ਕਾਮਣ ਹਾਰੀਆਂ, ਭੇਡੂ ਲੈਣ ਬਣਾਵੇ ਮੈਂ ਵਾਰੀ ਲਾਲ, ਵੇ ਕਰ ਲੈ ਖੇਤੀ ਸਾਬਰੀ, ਨਾ ਕਰੀ ਵੇ ਨਾਬਰੀ, ਤੂੰ ਘਰ ਵਿੱਚ ਬਹਿ ਕੇ ਖਾ ਮੈਂ ਵਾਰੀ ਵੇ ਲਾਲ। ਸੋ ਕਾਮਣ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਸੀਗਾ। ਕਾਮਣ ਅਸਲ ਦੇ ਵਿੱਚ ਇਹ ਪੰਜਾਬੀ ਲੋਕ ਕਾਵ ਹੈ ਅਤੇ ਇਹ ਲੋਕ ਕਾਵ ਰੂਪ ਦਾ ਮੁੱਢ ਜਾਦੂ ਟੂਣੇ ਦੇ ਰੂਪ ਦੇ ਵਿੱਚ ਉੱਭਰਿਆ, ਜਿਵੇਂ ਵਿਕਸਿਤ ਹੋ ਕੇ ਪ੍ਰੇਮ ਗੀਤਾਂ ਦੀ ਜਾਣੀ ਕਿ ਜਿਹੜੇ ਲਵ ਸੌਂਗ ਨੇ, ਲਵ ਸਟੋਰੀਜ਼ ਦੇ ਸੌਂਗ ਨੇ, ਉਹਨਾਂ ਦਾ ਰੂਪ ਧਾਰਨ ਕਰ ਗਿਆ। ਸੋ ਕਾਮਣ ਦਾ ਤਾਂਤਰਿਕ ਮਹੱਤਵ ਹੈ। ਇਹ ਲਾੜੇ ਦੇ ਮਨ ਦੇ ਵਿੱਚ ਲਾੜੀ ਪ੍ਰਤੀ ਪਿਆਰ ਪੈਦਾ ਕਰਨ ਅਥਵਾ ਲਾੜੇ ਨੂੰ ਲਾੜੀ ਦੇ ਵਿੱਚ ਵਾਸ ਦੇ ਵਿੱਚ ਰੱਖਣ ਵਾਸਤੇ ਕਾਮਣ ਦੇ ਗੀਤ ਗਾਏ ਜਾਂਦੇ ਨੇ। ਸੋ ਕਾਮਣ ਗਿਣਤੀ ਦੇ ਵਿੱਚ 108 ਮੰਨੇ ਜਾਂਦੇ ਨੇ। ਸੋ ਕਾਮਣ ਪਦ ਕਾਮਨਾ ਤੋਂ ਬਣਿਆ, ਕਾਮਣ ਲਫ਼ਜ਼ ਜਾਣੀ ਕਿ ਕਾਮਨਾ ਤੋਂ ਬਣਿਆ, ਕਿਸੇ ਚੀਜ਼ ਦੀ ਕਾਮਨਾ ਹੋਣੀ, ਇੱਛਾ ਹੋਣੀ, ਚੇਸ਼ਟਾ ਹੋਣੀ। ਸੌਰੀ, ਪ੍ਰੇਮ ਲਹਿਲ ਜੀ ਕਹਿੰਦੇ ਮੈਂ ਪ੍ਰੇਮ ਮੈਂ ਧਿਆਨ ਨਾਲ ਨਹੀਂ ਪੜ੍ਹਿਆ ਕਿਉਂਕਿ ਇਹਨਾਂ ਦਾ ਨਾਮ ਵੀ ਪਰਮਿੰਦਰ ਹੀ ਹੈ। ਪਰਮ ਲਹਿਲ, ਸੌਰੀ, ਮੈਂ ਦੂਰੋਂ ਪੜ੍ਹ ਨਹੀਂ ਪਾਇਆ ਠੀਕ ਤਰ੍ਹਾਂ। ਲਹਿਲ ਸਾਹਿਬ ਥੈਂਕ ਯੂ। ਵੈਸੇ ਤਾਂ ਕੋਸ਼ਿਸ਼ ਹੋਵੇ ਪੂਰਾ ਨਾਂ ਲਿਖਿਆ ਹੋਵੇ, ਪਰਮ ਸਿੰਘ ਲਹਿਲ ਹੋਵੇ, ਫਿਰ ਉਹ ਪਤਾ ਨਹੀਂ ਲੱਗਦਾ ਕਿ ਮੇਲ ਫੀਮੇਲ ਦਾ। ਸੋ ਇਸ ਕਰਕੇ ਪਰਮਿੰਦਰ ਮੈਨੂੰ ਤੁਸੀਂ ਲਿਖ ਦਿੱਤਾ ਪਰਮਿੰਦਰ, ਪਰ ਅਜੇ ਵੀ ਨਹੀਂ ਪਤਾ ਕਿ ਪਰਮਿੰਦਰ ਕੌਰ ਲੈ ਲਓ ਜਾਂ ਪਰਮਿੰਦਰ ਸਿੰਘ ਲੈ ਲਓ। ਸੋ ਇਹ ਜਿਹੜਾ ਹੈਗਾ ਫਰਕ ਹੁੰਦਾ। ਸੌਰੀ ਪ੍ਰੇਮ ਜੀ, ਥੈਂਕ ਯੂ। ਪਰਮ ਜੀ ਥੈਂਕ ਯੂ। ਵੈਸੇ ਪ੍ਰੇਮ ਵੀ ਮਾੜਾ ਨਹੀਂ ਹੈ, ਪ੍ਰੇਮਜੀਤ। ਖੈਰ, ਕਾਮਣ ਦੀ ਗੱਲਬਾਤ ਹੋ ਰਹੀ ਸੀ, ਜਿਸ ਦਾ ਅਰਥ ਹੈ ਕਿ ਇੱਕ ਅਜਿਹਾ ਕਰਮਕਾਂਡ ਜੋ ਕਿਸੇ ਇੱਛਾ ਜਾਂ ਕਾਮਨਾ ਦੀ ਪੂਰਤੀ ਲਈ ਕੀਤਾ ਜਾਵੇ। ਸੋ ਵਿਆਹ ਦੇ ਵਕਤ ਜਿਹੜਾ ਲਾੜੇ ਦੀਆਂ ਸਾਲੀਆਂ ਸੀ ਜਾਂ ਹੋਰ ਕੁੜੀਆਂ ਛੰਦਲੀਆਂ 'ਤੇ ਬੈਠਦੀਆਂ ਹੁੰਦੀਆਂ ਸੀ। ਸੋ ਲਾੜੀ ਦੇ ਆਸ-ਪਾਸ ਝੁਰਮਟ ਪਾ ਕੇ ਬੈਠ ਜਾਂਦੀਆਂ ਸੀ। ਸੋ ਛੰਦਲੀਆਂ ਉੱਤੇ ਬੈਠੀ ਦੁਲਹਨ ਦੇ ਕੋਲ ਇੱਕ ਘੜੇ ਉੱਤੇ ਚਮਕੀਆ ਦੀਵਾ ਬਾਲ ਕੇ ਰੱਖ ਦਿੱਤਾ ਜਾਂਦਾ ਸੀ ਅਤੇ ਇੱਕ ਥਾਲ ਦੇ ਵਿੱਚ ਤਿਲ ਚੌਲੀ ਪਾਈ ਜਾਂਦੀ ਸੀਗੀ। ਸੋ ਕਾਮਣ ਦੇ ਗੀਤ ਗਾਏ ਜਾਂਦੇ ਸੀਗੇ। ਸੋ ਕੰਨਿਆ ਜਿਹੜੀਆਂ ਕੁੜੀਆਂ ਸੀ ਉਹ ਸਹੇਲੀਆਂ ਨਾਲ ਰਲ ਕੇ ਤਿਲ ਚੌਲੀ ਚੱਬਦੀਆਂ, ਫੱਕਦੀਆਂ ਅਤੇ ਚੌਮੱਖੀ ਦੀਵੇ ਵੱਲ ਘੜੀ ਮੁੜੀ ਵੇਖਦੀਆਂ। ਸੋ ਇਹ ਧਾਰਨਾ ਸੀ ਕਿ ਤਿਲ ਚੌਲੀ ਚੱਬਣ ਦੇ ਨਾਲ ਲਾੜੇ ਨੂੰ ਕਾਮਣ ਪੈਂਦੇ ਨੇ, ਜਾਣੀ ਕਿ ਚਮੱਖੀ ਦੀਵੇ ਵੱਲ ਵੇਖਣ ਨਾਲ ਲਾੜੀ ਦੇ ਚਿਹਰੇ ਉੱਤੇ ਜਲਾਲ ਆਉਂਦਾ ਹੈ। ਜਲਾਲ ਤਾਂ ਭਾਈ ਆਪੇ ਹੀ ਆਉਣਾ ਜਦੋਂ ਅੱਗ ਦੀ ਲਾਟ ਦਾ ਸੇਕ ਲੱਗੇਗਾ, ਕਿਉਂਕਿ ਜਦੋਂ ਤੁਸੀਂ ਚੱਬਦੇ ਹੋ, ਕੁਛ ਤਿਲ ਚੌਲੀ ਚੱਬਦੇ ਹੋ ਤਾਂ ਤੁਹਾਡਾ ਜਿਵੇਂ ਚਿੰਗਮ ਚੱਬਦੇ ਹੋ, ਤੁਹਾਡਾ ਮੂੰਹ ਐਕਸਰਸਾਈਜ਼ ਕਰਦਾ, ਤੁਹਾਡੇ ਜਿਹੜੇ ਚਿਹਰੇ ਦੇ ਮਸਲ ਨੇ ਉਹ ਉਹਨਾਂ ਦੇ ਵਿੱਚ ਜ਼ਿਆਦਾ ਉਹ ਐਕਟਿਵ ਹੁੰਦੇ ਨੇ। ਸੋ ਇਹਨਾਂ ਚੀਜ਼ਾਂ ਦਾ ਕੋਈ ਥੋੜ੍ਹਾ ਲੌਜਿਕ ਹੁੰਦਾ। ਅੱਜ ਕੱਲ੍ਹ ਲੋਕ ਕੋਈ ਚਿੰਗਮ ਜਾਂ ਕੋਈ ਹੋਰ ਚੱਬਦਾ ਆਪਣੇ ਚਿਹਰੇ ਦੀ ਗਲੋ ਵਾਸਤੇ, ਜਾਂ ਖਾਸ ਕਰਕੇ ਰੂਟੀਨ ਦੇ ਵਿੱਚ ਇਹ ਚੀਜ਼ਾਂ ਕਰੋ। ਹੁਣ ਜਿਵੇਂ ਸਾਡੇ ਪੰਜਾਬੀਆਂ ਦੇ ਮੁੰਡੇ ਕੁੜੀਆਂ ਦੇ ਮੂੰਹ ਆਲੂਆਂ ਵਰਗੇ ਹੋ ਗਏ ਨਾ, ਆਹ ਜਿਹੜੀ ਜਾ ਬਿਊਟੀ ਹੁੰਦੀ ਹੈ, ਜਵਾੜੇ ਦੀ ਜਿਹੜੀ ਬਿਊਟੀ ਹੁੰਦੀ ਹੈ, ਠੋਡੀ ਦੀ, ਜਿਵੇਂ ਠੋਡੀ ਗਿਰੀ ਬਦਾਮਾਂ ਦੀ, ਉਹ ਚੀਜ਼ਾਂ ਪੰਜਾਬ 'ਚੋਂ ਲੋਪ ਹੋ ਗਈਆਂ। ਕਾਰਨ ਪਤਾ ਕੀ ਹੈ ਕਿ ਸਾਡਾ ਲਾਈਫ ਸਟਾਈਲ ਕੀ ਹੋ ਗਿਆ, ਸਾਡੇ ਨਿਆਣਿਆਂ ਤੋਂ ਛੱਲੀਆਂ ਨਹੀਂ ਚੱਬ ਹੁੰਦੀਆਂ, ਗੰਨਾ ਨਹੀਂ ਮਤਲਬ ਚੂਪ ਹੁੰਦਾ, ਉਹ ਗੰਨਾ ਖਾਂਦੇ ਨੇ, ਗਨੇਰੀਆਂ ਖਾਂਦੇ ਨੇ, ਤਾਂ ਹੀ ਤਾਂ 40 ਰੁਪਏ ਪਾਈਆ ਹੋ ਗਈਆਂ ਗਨੇਰੀਆਂ। ਸੀਜ਼ਨ 'ਚ ਵੀ 20 ਰੁਪਏ ਪਾਈਆ, 80 ਰੁਪਏ ਕਿੱਲੋ ਹੋ ਗਿਆ, ਉਹੀ 3 ਰੁਪਏ ਕਿੱਲੋ ਵਿਕਣ ਵਾਲਾ ਗੰਨਾ।
ਸੋ ਉਹ ਜਿਹੜੀ ਜਾਬ ਬਿਊਟੀ ਆਉਂਦੀ ਹੈ ਨਾ, ਭਾਵੇਂ ਉਹ ਛੋਲੇ ਨੇ, ਸਖਤ ਚੀਜ਼ ਹੈ। ਤੇ ਗੰਨੇ ਆ, ਹੈ ਨਾ, ਤੇ ਇਕੱਲੀ ਚਿੰਗਮ ਤੁਸੀਂ ਵੱਡੇ ਹੋ ਕੇ ਚੱਬਦੇ ਹੋ, ਤੇ ਚਿੰਗਮ ਨਾਲ ਜਾਬ ਬਿਊਟੀ, ਜਵਾੜੇ ਦੀ ਬਿਊਟੀ ਥੋੜ੍ਹੀ ਆਉਣੀ। ਤੁਸੀਂ ਵੇਖੋ ਕਿ ਪੰਜਾਬੀਆਂ ਦਾ ਜਿਹੜਾ ਫੇਸ ਕੱਟ ਹੈ ਉਹ ਕਿੰਨਾ ਕਮਾਲ ਦਾ ਹੈ। ਹੁਣ ਉਹ ਠੋਡੀਆਂ ਤਾਂ ਨਿਕਲਦੀਆਂ ਹੀ ਨਹੀਂ, ਉਹ ਨਿਕਲਣਗੀਆਂ ਵੀ ਕਿੱਥੋਂ ਜਦੋਂ ਜਵਾੜੇ ਦੀ ਐਕਸਰਸਾਈਜ਼ ਹੀ ਨਹੀਂ ਹੋਣੀ, ਪੋਲੀਆਂ ਪੋਲੀਆਂ ਚੀਜ਼ਾਂ ਖਾਣੀਆਂ, ਉਹੀ ਗੋਲ ਮਟੋਲ ਜਿਹਾ ਮੂੰਹ ਬਣ ਜਾਂਦਾ। ਇਸੇ ਕਰਕੇ ਪੰਜਾਬੀਆਂ ਦਾ ਜਿਹੜਾ ਚਿਹਰਾ ਮੋਹਰ ਹੈ ਨਾ, ਉਹਨਾਂ ਦੇ ਵਿੱਚ ਵੀ ਬਦਲਾਅ ਆਏ ਨੇ। ਸੋ ਇਹ ਜਿਸ ਤਰ੍ਹਾਂ ਤਿਲ ਚੌਲੀ ਫੱਕਦੀਆਂ ਸੀ, ਅਤੇ ਨਾਲ ਨਾਲ ਉਸ ਜਿਹੜਾ ਚਮੱਖੀਆ ਦੀਵਾ ਬਲਦਾ ਸੀਗਾ ਉਹਦੀ ਲਾਟ ਵੱਲ ਵੇਖਦੀਆਂ ਸੀ, ਅਤੇ ਨਾਲ ਕਾਮਣ ਦੇ ਰੋਮੈਂਟਿਕ ਗੀਤ ਗਾਉਂਦੀਆਂ ਸੀਗੀਆਂ। ਸੋ ਜਦੋਂ ਬਰਾਤ ਦਾ ਢੁਕਾਅ ਹੁੰਦਾ ਸੀ ਤਾਂ ਉਸ ਮਗਰੋਂ ਲਾੜਾ ਅਤੇ ਲਾੜੀ ਦੇ ਕਮਰੇ ਵਿੱਚ ਆਉਂਦਾ, ਅਤੇ ਲਾੜੀ ਦੀਆਂ ਸਹੇਲੀਆਂ ਅਤੇ ਭੈਣਾਂ ਕਈ ਤਰ੍ਹਾਂ ਦੇ ਟੂਣੇ ਦੁੱਲੇ 'ਤੇ ਕਰਦੀਆਂ, ਜਾਣੀ ਸੋਹਣੇ ਸੋਹਣੇ ਗੀਤ ਪ੍ਰੇਮ ਦੇ, ਨੌਜਵਾਨੀ ਦੇ ਗਾਉਂਦੀਆਂ, ਜਿਵੇਂ ਜਵਾਨੀ 'ਚ ਬੰਦਾ ਸੁਣਦਾ। ਜਿਵੇਂ ਜੈਮਾਲਾ ਦੇ ਵਕਤ ਦੁੱਲੇ ਨੂੰ ਨੀਵੀਂ ਥਾਂ ਖੜਾ ਕੇ ਫਿਰ ਲਾੜੀ ਨੂੰ ਉੱਚੀ ਥਾਂ ਖੜਾ ਦੇਣਾ। ਸੋ ਉਸ ਵਕਤ ਹੀ ਪ੍ਰਭਾਵ ਪਾ ਦੇਣਾ ਲਾੜੇ 'ਤੇ। ਜਿਵੇਂ ਹੁਣ ਸਾਡੇ ਮਿੱਥ ਹੈ ਕਿ ਆਨੰਦ ਕਾਰਜ ਦੇ ਵਕਤ ਭਾਈ ਜਿਹੜਾ ਪਹਿਲਾਂ ਉੱਠੂਗਾ ਲਾੜੇ ਅਤੇ ਲਾੜੀ 'ਚੋਂ, ਉਹਦੀ ਟੌਰ ਬਣੀ ਰਹੂਗੀ, ਹੈ ਨਾ। ਇਹ ਚੀਜ਼ਾਂ ਇੱਕ ਮਤਲਬ ਜਿਵੇਂ ਕਹਿੰਦੇ ਨਾ ਕਿ ਲਵ ਐਟ ਫਸਟ ਸਾਈਟ, ਹੇਟ ਐਟ ਮਾਈਨਰਿਜ਼ਨ। ਫਸਟ ਇੰਪਰੈਸ਼ਨ, ਤੁਸੀਂ ਫਸਟ ਇੰਪਰੈਸ਼ਨ ਕਿਸੇ 'ਤੇ ਭਾਰੂ ਹੋ ਜਾਂਦੇ ਹੋ। ਹਾਲਾਂਕਿ ਇਹ ਚੀਜ਼ਾਂ ਦਾ ਬਹੁਤਾ ਮਿੱਥ ਨਹੀਂ ਹੈਗਾ, ਕੋਈ ਲੌਜਿਕ ਨਹੀਂ, ਆਧਾਰ ਨਹੀਂ ਹੈਗਾ, ਪਰ ਇਹ ਹੁੰਦਾ ਹੈ। ਕਿਉਂਕਿ ਤੁਸੀਂ ਵੇਖੋ ਕਿ ਕੁੱਤਾ ਤੁਹਾਡੇ 'ਤੇ ਉਨੀ ਦੇਰ ਅਟੈਕ ਨਹੀਂ ਕਰਦਾ ਜਿੰਨੀ ਦੇਰ ਤੁਹਾਡੀਆਂ ਅੱਖਾਂ 'ਚ ਘਬਰਾਹਟ ਨਹੀਂ ਦਿਸਦੀ। ਸ਼ੇਰ ਤੁਹਾਡੇ 'ਤੇ ਉਨੀ ਦੇਰ ਅਟੈਕ ਨਹੀਂ ਕਰਦਾ ਜਿੰਨੀ ਦੇਰ ਤੁਹਾਡੀਆਂ ਅੱਖਾਂ 'ਚ ਘਬਰਾਹਟ ਨਹੀਂ ਦਿਸਦੀ। ਸਰਕਸ ਜਾਂ ਹੋਰਾਂ 'ਚ ਤੁਸੀਂ ਵੇਖੋ ਕਿ ਜਿਹੜੇ ਉਹਨਾਂ ਦੇ ਮਾਸਟਰ ਹੁੰਦੇ ਨੇ, ਉਹ ਐਨ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਨੇ। ਤਾਂ ਹੀ ਕਹਿੰਦੇ ਆ ਕਿ ਚੋਰ ਦੇ ਪੈਰ ਨਹੀਂ ਹੁੰਦੇ। ਜਿਹੜਾ ਫੇਸ ਰੀਡਿੰਗ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਸ਼ੈ ਹੁੰਦੀ ਹੈ। ਅੱਖ 'ਚ ਅੱਖ ਪਾ ਕੇ ਵੇਖਣਾ। ਜਦੋਂ ਤੁਸੀਂ ਕਿਸੇ ਕੋਲੋਂ ਕਾਣੇ ਹੁੰਦੇ ਹੋ, ਤੁਸੀਂ ਅੱਖ 'ਚ ਅੱਖ ਪਾ ਕੇ ਨਹੀਂ ਵੇਖ ਸਕਦੇ। ਹਾਲਾਂਕਿ ਉਹ ਭਾਵੇਂ ਅੱਖਾਂ ਟੱਡੀ ਜਾਓ, ਪਰ ਅੰਦਰੋਂ ਤੁਹਾਡੀ ਜਿਹੜੀ ਫੇਸ ਰੀਡਿੰਗ ਹੈ ਨਾ, ਉਹ ਇੰਟਲੈਕਚੁਅਲ ਬੰਦੇ ਕਰ ਲੈਂਦੇ ਨੇ। ਹੁਣ ਪੁਲਿਸ ਵਾਲੇ ਕੀ ਹੁੰਦਾ, ਪਹਿਲੇ ਝਟਕੇ ਹੀ ਜਦੋਂ ਕੋਈ ਟੈਕਸੀ 'ਚ ਉਤਰਦਾ ਪਛਾਣ ਜਾਂਦੇ ਨੇ ਕਿ ਯਾਰ ਇਹਦੇ ਕੋਲ ਕਾਗਜ਼ ਪੱਤਰ ਨਹੀਂ ਹੈਗੇ। ਇਸੇ ਤਰ੍ਹਾਂ ਜੱਜ ਹੈ, ਖਾਸ ਕਰਕੇ ਪੁਲਿਸ ਵਾਲੇ ਬਹੁਤ ਪ੍ਰੈਕਟੀਕਲ ਹੁੰਦੇ ਨੇ, ਕਿਉਂਕਿ ਉਹਨਾਂ ਦਾ ਵਾਹ ਇਸ ਤਰ੍ਹਾਂ ਦਾ ਪੈਂਦਾ ਹੈ। ਉਹ ਬੰਦੇ ਦੀ ਫੇਸ ਰੀਡਿੰਗ ਬਹੁਤ ਜਲਦੀ ਮਤਲਬ ਜਿਹੜਾ ਹੈਗਾ, ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਇੱਦਾਂ ਹੁੰਦਾ, ਹੈ ਨਾ। ਸੋ ਇੱਦਾਂ ਹੀ ਜਿਹੜੇ ਲੀਡਰ ਨੇ ਉਹ ਵੇਖ ਲੈਂਦੇ ਨੇ ਕਿ ਯਾਰ ਆਹ ਬੰਦਾ ਕਿਸ ਕੰਮ ਲਈ ਆਇਆ। ਅਤੇ ਜਿਹੜੇ ਬਹੁਤ ਸਾਰੇ ਪੰਜਾਬ ਦੇ ਲੀਡਰ ਨੇ, ਤੁਸੀਂ ਉਹਨਾਂ ਕੋਲ ਕੰਮ ਕਰਾਉਣ ਵਾਸਤੇ ਜਾਓ, ਉਹ ਤੁਹਾਡੇ ਨਾਲ ਅੱਖ ਨਹੀਂ ਮਿਲਾਉਂਦੇ। ਅਤੇ ਅਸੀਂ ਜਿਹੜੇ ਮਤਲਬ ਪਿੰਡ ਦੇ ਸਰਪੰਚ ਨੂੰ ਜਾਂ ਨੰਬਰਦਾਰ ਨੂੰ ਜਾਂ ਤਹਿਸੀਲਦਾਰ ਨੂੰ ਉਹੀ ਜੀ ਕਰਨ ਦੀ ਆਦਤ ਹੁੰਦੀ ਹੈ, ਸਾਡੇ 'ਚ ਉਹ ਕੌਨਫੀਡੈਂਸ ਬਿਲਡ ਨਹੀਂ ਹੁੰਦਾ। ਸਾਡੇ 'ਚ ਉਹ ਹੌਸਲਾ ਨਹੀਂ ਪੈਂਦਾ ਕਿ ਅਸੀਂ ਲੀਡਰ ਨੂੰ ਜਾ ਕੇ ਕਹਿ ਦਈਏ ਕਿ ਕੈਪਟਨ ਸਾਹਿਬ ਆ ਮੇਰਾ ਕੰਮ ਕਰੋ। ਪਿੰਡ ਦਾ ਕੋਈ ਬੰਦਾ ਫੜਾ ਕੇ ਲੈ ਜਾਂਦਾ, ਉੱਥੇ ਜਾ ਕੇ ਤੁਸੀਂ ਹੌਲੀ ਹੌਲੀ ਸਤਿ ਸ਼੍ਰੀ ਅਕਾਲ ਜੀ ਮੇਰਾ ਕੰਮ ਕਰ ਦਿਓ ਜੀ, ਜਦੋਂ ਉਹ ਲੰਘ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਵੇਖ ਲਓ, ਬਹੁਤ ਘੱਟ ਲੋਕਾਂ ਨਾਲ ਅੱਖ ਮਿਲਾਉਂਦੇ ਆ, ਕਿਉਂਕਿ ਜਦੋਂ 15 ਬੰਦੇ ਖੜ੍ਹੇ ਨੇ, ਉਹਨਾਂ ਨੇ ਬਸ ਦੂਰੋਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਰੇ ਲੀਡਰ ਇੱਦਾਂ ਕਰਦੇ ਆ ਪੰਜਾਬ ਦੇ, ਕਿਉਂਕਿ ਜਦੋਂ ਤੁਸੀਂ ਅੱਖ 'ਚ ਅੱਖ ਪਾਈ, ਉਦੋਂ ਹੀ ਤੁਸੀਂ ਕਹਿ ਦੇਣਾ ਜੀ ਮੇਰਾ ਕੰਮ ਕਰੋ। ਜਿਹੜੇ ਤੇਜ਼ ਤਰਾਰ ਬੰਦੇ ਹੁੰਦੇ ਨੇ, ਜਿਨ੍ਹਾਂ 'ਚ ਕੌਨਫੀਡੈਂਸ ਹੁੰਦਾ, ਉਹ ਕੰਮ ਕਰਵਾ ਜਾਂਦੇ ਨੇ। ਅਦਰਵਾਈਜ਼ ਬੋਲਿਆਂ ਨਾਲ ਤਾਂ ਅੱਖ ਹੀ ਨਹੀਂ ਮਿਲਾਉਂਦੇ, ਉਹ ਮਸਾਂ 2 ਮਿੰਟ ਮਿਲਣ ਦਾ ਟਾਈਮ ਮਿਲਦਾ। ਜਿਹੜਾ ਪਿੰਡੋਂ ਲੱਗਿਆ ਹੁੰਦਾ, ਉਹ ਕਹਿੰਦਾ ਮੈਂ ਤਾਂ ਤੁਹਾਨੂੰ ਬਾਦਲ ਸਾਹਿਬ, ਕੈਪਟਨ ਸਾਹਿਬ ਦੇ ਮੂਹਰੇ ਕਰ ਦਿੱਤਾ। ਇਹ ਤਾਂ ਹੁਣ ਤੁਸੀਂ ਕਹਿਣਾ ਸੀ ਨਾ, ਮੈਂ ਥੋੜ੍ਹੀ ਕਹਿਣਾ ਸੀ ਵੀ ਕੰਮ ਕੀ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਤੁਹਾਡੇ ਫਸਟ ਇੰਪਰੈਸ਼ਨ ਦਾ, ਤੁਹਾਡੀ ਅੰਦਰੂਨੀ ਸ਼ਖਸੀਅਤ ਦਾ। ਇਹ ਤਾਂ ਆਉਂਦੀਆਂ ਨੇ ਜੇ ਸਾਨੂੰ ਵਧੀਆ ਐਜੂਕੇਸ਼ਨ ਮਿਲੀ ਹੈ, ਵਧੀਆ ਖਾਨਦਾਨੀ ਗੁਣ ਮਿਲੇ ਨੇ, ਪਰਿਵਾਰ ਦੇ ਵਿੱਚ ਅਸੀਂ ਬੈਠ ਕੇ ਗੱਲ ਕਰ ਸਕਦੇ ਹਾਂ, ਪਰੇ ਪੰਚਾਇਤ ਦੇ ਵਿੱਚ, ਕਲਾਸ ਦੇ ਵਿੱਚ, ਕਿਸੇ ਇਕੱਠ ਦੇ ਵਿੱਚ ਅਸੀਂ ਬੋਲ ਸਕਦੇ ਹਾਂ, ਖੜ੍ਹ ਸਕਦੇ ਹਾਂ। ਇਹ ਚੀਜ਼ਾਂ ਸਾਡੇ 'ਚ ਤਾਂ ਬਿਲਡ ਹੁੰਦੀਆਂ ਨੇ, ਤਾਂ ਪੈਦਾ ਹੁੰਦੀਆਂ ਨੇ। ਖੈਰ, ਇਸੇ ਤਰ੍ਹਾਂ ਜਦੋਂ ਵਰਮਾਲਾ ਪਾਈ ਜਾਂਦੀ ਹੈ, ਅਤੇ ਉਦੋਂ ਵੀ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਲਾੜੇ ਨੂੰ ਠਿੱਠ ਜਿਹਾ ਕਰ ਦੇਵੇ, ਜਾਂ ਜਿਹੜੀਆਂ ਸਾਲੀਆਂ ਨੇ ਉਹ ਉਸ ਵਕਤ ਉਹਨਾਂ ਹੀ ਬੰਦੇ ਨੂੰ ਠਿੱਠ ਕਰਦੀਆਂ ਨੇ, ਅਤੇ ਬੰਦਾ ਸਾਰੀ ਉਮਰ ਸਹੁਰੇ ਜਾਂਦਾ ਹੈ, ਲੱਤਾਂ ਕੰਬੀ ਜਾਂਦੀਆਂ ਬਹੁਤਿਆਂ ਦੀਆਂ। ਬਹੁਤ ਸਾਰੇ ਬੰਦੇ ਮੈਂ ਵੇਖੇ ਨੇ, ਜਦੋਂ ਸਹੁਰੇ ਜਾਣਗੇ ਜਾਂ ਤਾਂ ਅਫੀਮ ਖਾ ਕੇ ਜਾਣਗੇ, ਅਤੇ ਜਾਂ ਫਿਰ ਉਹ ਸ਼ਰਾਬ ਪੀ ਕੇ ਜਾਣਗੇ ਆਪਣੇ ਆਪ ਨੂੰ, ਦਿਲ ਨੂੰ ਤਕੜਾ ਕਰਨ ਵਾਸਤੇ। ਇੱਥੋਂ ਤੱਕ ਕਿ ਨੰਦਾਂ ਦੇ ਵਕਤ ਜਦੋਂ ਆਨੰਦ ਕਾਰਜ ਹੁੰਦੇ ਨੇ, ਅਤੇ ਬਹੁਤ ਸਾਰੇ ਲੋਕ ਘਬਰਾਏ ਹੁੰਦੇ ਨੇ, ਉਹਨਾਂ 'ਚ ਕੌਨਫੀਡੈਂਸ ਨਹੀਂ ਹੁੰਦਾ। ਹੁਣ ਤਾਂ ਚਲੋ ਇੱਦਾਂ ਦੇ ਹਾਲਾਤ ਬਣ ਗਏ, ਲੋਕ ਐਕਚੁਅਲੀ ਤੇਜ਼ ਤਰਾਰ ਹੋ ਗਏ, ਕਿਉਂਕਿ ਅਸੀਂ ਡਿਬੇਟ ਸਕੂਲਾਂ 'ਚ ਹੋਣ ਲੱਗ ਪਈਆਂ, ਅਸੀਂ ਫੇਸ ਕਰਨ ਲੱਗ ਪਏ ਹਾਂ। ਸੋ ਇਹ ਜਿਹੜਾ ਅਸਲ ਦੇ ਵਿੱਚ ਸਾਡੀ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ। ਖੈਰ, ਇਸ ਕਰਕੇ ਜਦੋਂ ਉਹ ਮਤਲਬ ਉਹ ਜਿਹੜਾ ਸਾਰਾ ਕੁਛ ਹੁੰਦਾ ਸੀ, ਉਸ ਵਕਤ ਲਾੜੇ ਨੂੰ ਨੀਵੀਂ ਥਾਂ ਖੜਾ ਕੇ ਦੁਲਹਨ ਨੂੰ ਉੱਚੀ ਥਾਂ ਖੜਾ ਕੀਤਾ ਜਾਣਾ, ਜਾਣੀ ਕਿ ਲਾੜੇ 'ਤੇ ਪ੍ਰਭਾਵ। ਇਹ ਵੀ ਕਾਮਣ ਦਾ ਇੱਕ ਹਿੱਸਾ ਸੀਗਾ। ਅਤੇ
ਇਸ ਦੌਰਾਨ ਕਾਲੇ ਤਿਲਾਂ ਦੇ ਵਿੱਚ ਸ਼ੱਕਰ ਰਲਾ ਕੇ ਲਾੜੇ ਨੂੰ ਖਾਣ ਵਾਸਤੇ ਦਿੱਤੀ ਜਾਂਦੀ। ਜੇ ਵਰ ਖਾ ਲਵੇ ਤਾਂ ਸਾਰੀ ਉਮਰ ਅਖੇ ਵਹੁਟੀ ਦੇ ਵੱਸ 'ਚ ਰਹਿੰਦਾ। ਇੱਦਾਂ ਦੇ ਟੋਟਕੇ ਮਿੱਥਾਂ ਉਹ ਮਤਲਬ ਇੱਕ ਮਿੱਥ ਸੀ ਕਿ ਜੇ ਉਹਨੇ ਕਾਲੇ ਚੌਲ ਸ਼ੱਕਰ 'ਚ ਖਾ ਲਏ ਤਾਂ ਲੜਕੀ ਨੂੰ ਕਹਿਣਾ ਅੱਛਾ, ਉਹਨੂੰ ਵਿਆਹ ਵਾਲੀ ਕੁੜੀ ਨੂੰ ਕਹਿਣਾ ਕਿ ਇਹਨੇ ਤਾਂ ਕਾਲੇ ਜਿਹੜੇ ਸੀ ਕਾਲੇ ਤਿਲ ਖਾ ਲਏ, ਹੁਣ ਆਪਣਾ ਕਾਮਣ ਚੱਲ ਗਿਆ, ਆਪਣਾ ਜਾਦੂ ਚੱਲ ਗਿਆ, ਇਹ ਸਾਰੀ ਉਮਰ ਤੇਰੀ ਜੁੱਤੀ ਥੱਲੇ ਰਹੂ। ਉਹ ਲਾੜੀ ਐਟੋਮੈਟਿਕ ਉਹ ਕੁਦਰਤੀ ਮਤਲਬ ਫੁੱਲ ਕੌਨਫੀਡੈਂਸ 'ਚ ਹੋ ਜਾਂਦੀ ਹੈ ਨਾ, ਇੱਕ ਮਤਲਬ ਵਹਿਮ ਪਾਲ ਲੈਂਦੀ ਹੈ। ਸੋ ਧਾਰਨਾ ਇਹ ਹੈ ਕਿ ਕਾਲੇ ਤਿਲ ਖਾਣ ਵਾਲਾ ਤੇ ਤਿਲ ਖਵਾਉਣ ਵਾਲੇ ਦੇ ਬਸ 'ਚ ਹੋ ਜਾਂਦਾ। ਜਦੋਂ ਛੰਦਲੀਆਂ ਤੇ ਵਰ ਤੇ ਕੰਨਿਆ ਬਹਿੰਦੇ ਨੇ ਤਾਂ ਇੱਕ ਦੂਜੇ ਨੂੰ ਮਿਲਦੇ ਨੇ। ਇਸ ਲਈ ਪ੍ਰਭਾਵ ਨੂੰ ਗਹਿਰਾ ਕਰਨ ਵਾਸਤੇ ਇੱਥੇ ਲਾੜੇ ਨੂੰ ਕਾਮਣ ਪਾਏ ਜਾਂਦੇ ਨੇ। ਵਿਆਹ ਵੇਲੇ ਗਾਏ ਜਾਂਦੇ ਇਹਨਾਂ ਕਾਮਣ ਗੀਤਾਂ ਨੂੰ, ਇਹਨਾਂ ਨੂੰ ਕਾਮਣ ਦੇ ਗੀਤ ਕਿਹਾ ਜਾਂਦਾ ਹੈ। ਜਾਣੀ ਕਿ ਆਪਣੀ ਲਾੜੀ ਦੀ ਤਾਰੀਫ ਜ਼ਿਆਦਾ ਕੀਤੀ ਜਾਂਦੀ ਹੈ। ਉਹ ਮੈਂ ਤੁਹਾਨੂੰ ਟੱਪੇ ਦੱਸਦਾ ਕੀ ਹੁੰਦੇ ਹਨ ਉਹ। ਐਸਾ ਕਾਮਣ ਕਰ ਵੇ ਮੇਰੀ ਬੀਬੀ, ਕਾਨ ਤੇਰੇ ਵਸ ਹੋਵੇ। ਕਾਨ ਜਾਣੀ ਕਿ ਲਾੜਾ। ਪੀਵੇ ਤੇ ਪਕਾਵੇ ਨਾਲੇ ਗੋਹੇ ਚੁਣ ਚੁਣ ਲਿਆਵੇ। ਜਾਣੀ ਕਿ ਉਹ ਪੀਵੇ ਵੀ ਤੇ ਪਕਾਵੇ ਵੀ, ਰੋਟੀ ਟੁੱਕ ਵੀ ਕਰੇ ਤੇ ਗੋਹੇ ਵੀ ਚੁਣ ਚੁਣ ਲਿਆਵੇ। ਹੋਰਨਾਂ ਦੇ ਕਾਮਣ ਉਰਲੇ ਪਰਲੇ, ਬੀਬੀ ਦਾ ਕਾਮਣ ਸਾਵੇ। ਇਸ ਤਰ੍ਹਾਂ ਕਈ ਵਾਰੀ ਤੀਲੀਆਂ ਜੋੜ ਕੇ ਉਹਨਾਂ ਦੇ ਵਿੱਚ ਮੰਤਰ ਫੂਕ ਕੇ ਲਾੜੇ ਨੂੰ ਟਪਾਇਆ ਜਾਂਦਾ ਤੇ ਗੀਤ ਗਾਏ ਜਾਂਦੇ ਨੇ। ਲਾੜੇ ਨੂੰ ਤੀਲੜੀਆਂ ਵੇ, ਲਾੜੇ ਨੂੰ ਤੀਲੜੀਆਂ ਵੇ, ਲਾੜੇ ਨੂੰ ਡਾਢੇ ਕਾਮਣ ਪਾਈਏ, ਉਮਰ ਭਰ ਲੀਲੜੀਆਂ ਵੇ, ਹੈ ਨਾ। ਸੋ ਇਹ ਜਿਹੜਾ ਸੀਗਾ ਕਿ ਇਸ ਤਰ੍ਹਾਂ ਮਤਲਬ ਗੀਤ ਗਾ ਕੇ ਜਾਂ ਇਸ ਤਰ੍ਹਾਂ ਕਰਕੇ ਇੱਕ ਲਾੜੀ ਦਾ ਪ੍ਰਭਾਵ ਪਾਇਆ ਜਾਂਦਾ। ਕਿਉਂਕਿ ਉਸ ਵਕਤ ਹੁੰਦਾ ਕੀ ਸੀ ਕਿ ਔਰਤਾਂ, ਕੁੜੀਆਂ ਨੇ ਜਿਹੜੀਆਂ ਲੜਕੀਆਂ ਨੇ, ਉਹ ਬਹੁਤੀਆਂ ਪੜ੍ਹ ਲਿਖ ਨਹੀਂ ਸੀ ਪਾਉਂਦੀਆਂ, ਸੁਸਾਇਟੀ 'ਚ ਨਹੀਂ ਸੀ ਵਿਚਰ ਸਕਦੀਆਂ। ਸੋ ਇਸ ਕਰਕੇ ਇਸ ਕਾਮਣ ਦੇ ਵਕਫੇ ਦੇ ਦੌਰਾਨ ਉਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਮੋਟੀਵੇਟ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਕੀਤੀ ਜਾਂਦੀ ਸੀ। ਲਓ, ਇਹ ਸੀ ਗੱਲਬਾਤ ਵਿਰਾਸਤ ਦੀ। ਅਤੇ ਹੁਣ ਗੱਲ ਕਰਾਂਗੇ ਸਿਆਸਤ ਦੀ ਅਤੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਹੋਰਾਂ ਨਾਲ ਜੁੜਾਂਗੇ। ਅਤੇ ਇਸ ਵਕਤ ਤੁਸੀਂ ਕੋਈ ਗੱਲ ਕਰਨੀ ਹੋਵੇ ਤਾਂ ਫੋਨ ਲਾਈਨ ਇਸ ਵਕਤ ਖੁੱਲ੍ਹੀਆਂ ਨੇ 98 763 09655 'ਤੇ ਤੁਸੀਂ ਵਟਸਐਪ ਜਾਂ ਸਿੰਪਲ ਕਾਲ ਵੀ ਕਰ ਸਕਦੇ ਹੋ। ਅਤੇ ਇਸ ਸਿਲਸਿਲੇ ਵਿੱਚ ਕੁਝ ਸਵਾਲ ਆਏ ਨੇ। ਮੇਰੀ ਕੋਸ਼ਿਸ਼ ਹੈ ਮੈਂ ਸਵਾਲ ਵੀ ਸਾਂਝੇ ਕਰ ਲਾਂ। ਤੁਹਾਡੇ ਜਿਹੜੇ YouTube 'ਤੇ ਕਮੈਂਟ ਆਏ ਨੇ। ਜਸਵਿੰਦਰ ਸਿੰਘ, ਆਵਾਜ਼ ਦੀ ਦਿੱਕਤ ਸੀ ਜੀ, ਆ ਗਈ ਹੈ। ਅਤੇ ਇਸੇ ਦੌਰਾਨ ਦਿਦਾਰ ਸਿੰਘ, ਸਤਿ ਸ਼੍ਰੀ ਅਕਾਲ। ਗੁਰਜੀਤ ਸਿੰਘ ਸੰਧੂ, ਸਰਬਜੀਤ ਕੌਰ, ਮਨਦੀਪ, ਦੀਪਾ ਅਤੇ ਦੁਆਵਾਂ ਭੈਣ ਸਰਬਜੀਤ, ਮਿਹਰਬਾਨੀ। ਮੱਖਣ ਸਿੰਘ, ਪਰਮਜੀਤ ਕੌਰ ਐਂਡ ਹਰਿੰਦਰ ਸਿੰਘ, ਰਮੇਸ਼ ਚੰਦਰ ਕੌਸ਼ਿਕ ਸਾਹਿਬ ਹਰਿਆਣਾ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ। ਡਾਕਟਰ ਮਲਕੀਤ ਪੱਟੀ ਤੋਂ, ਥੈਂਕ ਯੂ ਜੀ। ਗਜ਼ਲ ਸ਼ਰਮਾ, ਧੰਨਵਾਦ। ਰਸ਼ਪਾਲ ਸਿੰਘ ਚੰਗੇਰਾ ਅਤੇ ਸਰਬਜੀਤ ਕੌਰ ਕਹਿੰਦੇ ਵਿਰਾਸਤ ਦਾ ਪਤਾ ਲੱਗਦਾ ਜੀ, ਬਹੁਤ ਸਾਰਾ ਇਤਿਹਾਸ ਇਕੱਠਾ ਕਰਕੇ ਲੈ ਆਉਂਦੇ ਹੋ, ਥੈਂਕ ਯੂ। ਅਤੇ ਇਸੇ ਦੌਰਾਨ ਗਜ਼ਲ ਸ਼ਰਮਾ, ਉਗਰਾਹਾਂ ਧੜਾ ਜਿੰਦਾਬਾਦ, ਕਿਆ ਬਾਤ ਹੈ। ਸੁਖਪਾਲ ਦਰਿਆ ਜੀ, ਥੈਂਕ ਯੂ। ਅਤੇ ਇਸੇ ਦੌਰਾਨ ਅਗਲੇ ਕਾਲਰ ਨੇ, ਆਪਣੇ ਲਿਸਨਰ ਨੇ ਜਿਨ੍ਹਾਂ ਨੇ ਕਮੈਂਟ ਕੀਤਾ, ਪਰਮ ਲਹਿਲ ਸਾਹਿਬ ਕਹਿੰਦੇ ਕਿਹੜੇ ਚੱਕਰਾਂ 'ਚ ਪੈ ਗਏ ਹੋ, ਅਨੁਵਾਦ ਕੀਤੀਆਂ ਕਹਾਣੀਆਂ 'ਚ ਉਹ ਗੱਲ ਨਹੀਂ ਹੁੰਦੀ ਜਿਹੜੀ ਅਸਲੀ ਕਿੱਸਿਆਂ 'ਚ ਹੁੰਦੀ ਆ। ਹਾਂ, ਅਸਲੀ ਕਿੱਸਿਆਂ 'ਚ ਰੰਗਤ ਹੋਰ ਹੁੰਦੀ ਹੈ ਜੀ, ਉਹਨਾਂ ਨੂੰ ਗਾਉਣ ਦਾ ਵੀ ਅੰਦਾਜ਼ ਹੁੰਦਾ ਹੈ, ਪਰ ਉਹ ਕਿੱਸੇ ਬਹੁਤ ਵੱਡੇ ਵੱਡੇ ਨੇ ਲਹਿਲ ਸਾਹਿਬ, ਇੰਨੀ ਜਲਦੀ ਇਕੱਠੇ ਨਹੀਂ ਕੀਤੇ ਜਾਂਦੇ। ਅਤੇ ਇਸ ਕਰਕੇ ਸੰਖੇਪ ਦੇ ਵਿੱਚ ਉਸ ਦੀ ਸਟੋਰੀ ਅੰਸ਼ ਕੀ ਹੈ, ਉਸ ਦੀ ਪ੍ਰੈਸੀ ਕੀ ਹੈ, ਉਸ ਦਾ ਸਾਰ ਅੰਸ਼ ਕੀ ਹੈ, ਤੁਹਾਡੇ ਨਾਲ ਸਾਂਝਾ ਕੀਤਾ। ਅਤੇ ਗਿਆਨ ਸਿੰਘ ਜੀ, ਥੈਂਕ ਯੂ। ਐਂਡ ਇਸੇ ਦੌਰਾਨ ਸਰਬਜੀਤ ਸਿੰਘ ਅਤੇ ਮਨਦੀਪ, ਦੀਪਾ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ। ਕੁਲਵੀਰ ਜਵੰਦਾ ਸਾਹਿਬ ਅਤੇ ਰਮੇਸ਼ ਚੰਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਜੈ ਜਵਾਨ ਜੈ ਕਿਸਾਨ। ਹਿੰਦੀ 'ਚ ਇਹਨਾਂ ਨੇ ਲਿਖਿਆ, ਮੈਂ ਤੁਹਾਨੂੰ ਸੁਣ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਕੂਲ ਦੇ ਵਿੱਚ ਜਾ ਕੇ ਪੰਜਾਬੀ ਸਿੱਖ ਰਿਹਾ ਤਾਂ ਕਿ ਮੈਂ ਪੰਜਾਬੀ ਦੇ ਵਿੱਚ ਕਮੈਂਟ ਕਰ ਸਕੂੰ। ਕਿਆ ਬਾਤ ਹੈ ਜੀ। ਨਹੀਂ, ਕੋਈ ਨਹੀਂ ਜੀ, ਤੁਸੀਂ ਪੰਜਾਬੀ 'ਚ ਕਰੋ, ਹਿੰਦੀ 'ਚ ਕਰੋ। ਕੌਸ਼ਿਕ ਸਾਹਿਬ ਹਰਿਆਣੇ ਤੋਂ ਨੇ ਵੈਸੇ, ਕਹਿੰਦੇ ਗੁਰੂ ਘਰ ਜਾ ਕੇ, ਸਕੂਲ ਜਾ ਕੇ ਕਹਿੰਦੇ ਪੰਜਾਬੀ ਸਿੱਖ ਰਿਹਾ। ਅਤੇ ਬਲਦੇਵ ਸਿੰਘ ਬਠਿੰਡਾ ਤੋਂ, ਥੈਂਕ ਯੂ। ਮਨਦੀਪ ਸਿੰਘ, ਥੈਂਕ ਯੂ। ਅਤੇ ਇਸੇ ਦੌਰਾਨ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 98 763 09655 'ਤੇ ਕਾਲ ਕਰ ਸਕਦੇ ਹੋ। ਅਤੇ ਨਾਲ ਨਾਲ ਇਸ ਦੇ ਵਿੱਚ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਾਉਣਾ ਚਾਹੋ ਤਾਂ ਤੁਹਾਡਾ ਸਵਾਗਤ ਹੈ। ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਂਸਰ ਨੇ ਸੁਖੀ ਘੁੰਮਣ, ਬੇਕਰਸਫੀਲਡ ਤੋਂ, ਅਤੇ ਇਹਨਾਂ ਦਾ
ਵੀ ਧੰਨਵਾਦ ਹੈ। ਤੇ tivanaradio.com ਵੈਬਸਾਈਟ ਤੇ ਜਾ ਕੇ ਤੁਸੀਂ ਸਾਡੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਸਕਦੇ ਹੋ। ਜੋ ਤੁਹਾਨੂੰ ਮਿਲਣਗੀਆਂ ਐਪਸ ਜਿਹੜੀਆਂ ਨੇ ਉਹ ਮਿਲਣਗੀਆਂ ਆਈਫੋਨ ਤੇ ਐਂਡਰਾਇਡ ਦੀਆਂ ਐਪਸ ਤੁਹਾਨੂੰ ਮਿਲਣਗੀਆਂ। ਤੇ ਕਾਲ ਟੂ ਲਿਸਨ ਨੰਬਰ ਹੈ US ਦਾ 667 930 9260। ਤੇ ਇਸ ਦੇ ਨਾਲ ਨਾਲ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 98 763 096 55 ਤੇ ਕਾਲ। ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੌ ਸੁਰਿੰਦਰ ਸਿੰਘ ਜੁੜ ਚੁੱਕੇ ਨੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਸੁਖੀ ਘੁੰਮਣ ਬੇਕਰਸਫੀਲਡ ਤੋਂ ਯੂਨੀਅਨ ਟਰੱਕ ਡਰਾਈਵਿੰਗ ਸਕੂਲ ਤੇ ਇੰਡੀਅਨ ਰੈਸਟੋਰੈਂਟ। ਤੇ ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਸੁਰਿੰਦਰ ਸਿੰਘ ਜੀ, ਦੌਰੇ ਸਿਆਸਤ ਦੇ ਵਿੱਚ ਕੀ ਕੁਛ ਵਾਪਰ ਰਿਹਾ? ਕਈ ਸਾਰੀਆਂ ਖਬਰਾਂ ਆ ਰਹੀਆਂ ਨੇ, ਪ੍ਰਧਾਨ ਮੰਤਰੀ ਸਾਹਿਬ ਵੀ ਬੋਲੇ ਨੇ, ਕਹਿੰਦੇ ਮੋਦੀ ਸਾਹਿਬ ਸਭ ਅੱਛਾ ਨਹੀਂ ਕਰ ਰਹੇ। ਤੇ ਉਧਰ ਪ੍ਰਿਯੰਕਾ ਆਸਾਮ ਦੇ ਬਗਾਨਾਂ ਦੇ ਵਿੱਚ ਚਾਹ ਦੀਆਂ ਪੱਤੀਆਂ ਤੋੜਦੀ ਫਿਰਦੀ ਹੈ। ਪੱਤੀਆਂ ਕਾਹਦੀਆਂ, ਮੇਰੇ ਖਿਆਲ ਵੋਟਾਂ ਹੀ ਬਟੋਰਦੀ ਫਿਰਦੀ ਹੈ। ਕੀ ਚੱਲ ਰਿਹਾ ਸਿਆਸਤ ਸੈਂਟਰ ਦੀ ਜੀ? ਟਵਾਣਾ ਸਾਹਿਬ, ਗੱਲ ਇਹ ਆ ਕਿ ਸੈਂਟਰ 'ਚ ਚੱਲੇ ਤੇ ਸਟੇਟ 'ਚ ਚੱਲੇ, ਸਾਰਿਆਂ ਨੇ ਜਿੱਥੇ ਜਿੱਥੇ ਵੀ ਚੁੱਲ੍ਹਾ ਤੇ ਤੰਦੂਰ ਗਰਮ ਦੇਖਿਆ ਉਹਦੇ ਤੇ ਰੋਟੀਆਂ ਸੇਕਣ ਲਈ ਉੱਤਰ ਪਏ ਨੇ। ਠੀਕ ਆ। ਰਹੀ ਗੱਲ ਹੁਣ ਜਿੱਥੋਂ ਤੱਕ ਪ੍ਰਿਯੰਕਾ ਗਾਂਧੀ ਦੀ, ਦੇਖੋ ਹੁਣ ਪੱਤੀਆਂ ਤੋੜ ਚਾਹੇ ਜੋ ਮਰਜ਼ੀ ਕਰ, ਪਰ ਸੱਤਾ ਜਿਹੜੀ ਆ ਉਹ ਆਸਾਮ ਦੀ ਹੱਥ ਲੱਗਦੀ ਦਿਖਾਈ ਨਹੀਂ ਦੇ ਰਹੀ। ਇਹ ਹਾਲਾਤ ਬਣੀ ਪਈ ਆ। ਹੁਣ ਕਾਂਗਰਸ ਜਿਹੜੀ ਉਹ ਸਾਰੀ ਲੀਰੋ ਲੀਰ ਹੋਈ ਪਈ ਆ, ਉਹਦੇ ਅੱਲੇ ਪੱਲੇ ਕੁਛ ਨਹੀਂ ਬਚਿਆ। ਜਦੋਂ ਉੱਪਰ ਤੁਹਾਡੇ ਕੋਲ ਕੁਛ ਨਾ ਬਚਿਆ ਹੋਵੇ ਤੇ ਟਵਾਣਾ ਸਾਹਿਬ ਫਿਰ ਤੁਸੀਂ ਸਟੇਟ ਦੇ ਵਿੱਚ ਵੀ ਜਾ ਕੇ ਕੀ ਕਰੋਗੇ? ਉਹ ਸਟੇਟਾਂ 'ਚ ਤੁਹਾਡਾ ਕੋਈ ਕੁਛ ਵੀ ਆਧਾਰ ਜਿਹੜਾ ਉਹ ਬਚਿਆ ਨਹੀਂ ਹੋਇਆ। ਠੀਕ ਆ, ਤੁਸੀਂ ਆਪੋਜੀਸ਼ਨ 'ਚ ਆ ਜਾਓਗੇ ਕਿਉਂਕਿ ਉੱਥੇ ਆਪੋਜੀਸ਼ਨ ਹੋਰ ਕੁਛ ਹੈ ਨਹੀਂ ਗੀ, ਇੰਨਾ ਕੁ ਹੋ ਜਾਏਗਾ। ਪਰ ਜੇ ਤੁਸੀਂ ਕਹੋ ਕਿ ਰਾਜ ਸੱਤਾ ਉਹਨਾਂ 5 ਸਟੇਟਾਂ 'ਚੋਂ ਕਿਸੇ ਦੀ ਵੀ ਤੁਹਾਡੇ ਹੱਥ 'ਚ ਆ ਜਾਵੇ, ਉਹ ਟਵਾਣਾ ਸਾਹਿਬ ਆਉਂਦੀ ਦਿਖਾਈ ਨਹੀਂ ਦੇ ਰਹੀ। ਤੇ ਹੁਣ ਸਵਾਏ ਪੱਤੀਆਂ ਹੀ ਤੋੜਦੇ ਆ, ਪੱਤੀਆਂ ਤੋੜ ਕੇ ਵਾਪਸ ਆ ਜਾਣ, ਕਿਤੇ ਪੱਕੀ ਨੌਕਰੀ ਨਾ ਕਰ ਲੈਣ ਪੱਤੀਆਂ ਤੋੜਨ ਦੀ, ਉਹਦਾ ਖਤਰਾ ਨਾ ਕਿਤੇ ਪੈਦਾ ਹੋ ਜਾਏ। ਬਾਕੀ ਚਲੋ ਚਾਹ ਦੇ ਨਾਲ ਪੱਤੀਆਂ ਤੋੜਨੀਆਂ ਕੋਈ ਔਖੀਆਂ ਨਹੀਂ ਗੀਆਂ, ਕਿਉਂਕਿ ਕੋਈ ਵੀ ਵੱਡਾ ਵਿਅਕਤੀ ਜਾ ਕੇ ਖੇਤਾਂ ਦੇ ਵਿੱਚ ਇੱਕ ਅੱਧੇ ਦਿਨ ਦੇ ਲਈ ਮਾੜਾ ਮੋਟਾ ਠੀਆ ਠੱਪਾ ਕਰ ਲਵੇ ਤੇ ਉਹ ਤੇ ਚੱਲਦਾ, ਕਿਤੇ ਪੱਕੇ ਤੌਰ ਤੇ ਮਜ਼ਦੂਰੀ ਕਰਨ ਲੱਗ ਜਾਵੇ ਤੇ ਫਿਰ ਥੋੜਾ ਜਿਹਾ ਜਿਸ ਤਰ੍ਹਾਂ ਗਾਂਧੀ ਪਰਿਵਾਰ ਦੇ ਉੱਤੇ ਬਹੁਤ ਸੰਕਟ ਹੈ ਇਸ ਵਕਤ, ਪਰ ਫਿਰ ਵੀ ਭਾਵੇਂ ਸਿਕਿਉਰਿਟੀ ਦਾ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਸਿਕਿਉਰਿਟੀ ਥ੍ਰੈਟ ਵੀ ਇਹਨਾਂ ਨੂੰ ਰਹਿੰਦਾ ਹੈ। ਇਸ ਦੌਰਾਨ ਪ੍ਰਿਯੰਕਾ ਵੱਲੋਂ ਅਗਾਊਂ ਹੀ ਇਸ ਦੇ ਮਤਲਬ ਸਟਾਰਟਿੰਗ ਇਲੈਕਸ਼ਨ ਦਾ ਐਲਾਨ ਹੁੰਦਿਆਂ ਇਹਨਾਂ 5 ਰਾਜਾਂ ਦੇ ਵਿੱਚ ਆਪਣੀ ਜਿਹੜੀ ਕਵਾਇਦ, ਉਧਰ ਰਾਹੁਲ ਗਾਂਧੀ ਤਾਮਿਲਨਾਡੂ 'ਚ ਡੰਡ ਬੈਠਕਾਂ ਮਾਰਦਾ, ਜਾਣੀ ਆਪਣੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਾਂਗਰਸ ਦੀ ਸਾਖ ਬਚਾਉਣ ਵਾਸਤੇ। ਕਿਉਂਕਿ ਗਰੁੱਪ 20 ਜਿਹੜਾ 23 ਹੈਗਾ ਜਿਹੜਾ ਉਹ ਵੀ ਇੱਕ ਅੰਦਰੂਨੀ ਤੌਰ 'ਤੇ ਸਮੱਸਿਆ ਬਣ ਰਿਹਾ ਤੇ BJP ਸੇਂਧ ਲਾ ਰਹੀ ਹੈ। ਕਪਲ ਸਿੱਬਲ ਵਰਗੇ ਵੱਡੇ ਨੇਤਾ ਜਿਨ੍ਹਾਂ ਨੇ ਰਾਜ ਸੱਤਾ ਪੂਰੀ ਹੰਢਾਈ ਹੈ ਤੇ ਉਹ ਗੁਜਰਾਤ ਦੇ ਵਕੀਲ ਬਣੇ ਹੋਏ ਨੇ, ਗੁਜਰਾਤ ਸਟੇਟ ਦੇ ਸਿੱਖਾਂ ਦੇ ਜਿਹੜੇ ਉੱਥੇ ਪੰਜਾਬੀ ਜਾੜੇ ਜਾ ਰਹੇ ਨੇ, ਪੰਜਾਬੀ ਸਿੱਖ, ਉਹ ਕੇਸ ਭਾਵੇਂ ਸੁਪਰੀਮ ਕੋਰਟ ਦੇ ਵਿੱਚ ਆ ਤੇ ਕਪਲ ਸਿੱਬਲ ਵਰਗੇ ਕਾਂਗਰਸੀ ਉਹਨਾਂ ਦੇ ਵਕੀਲ ਨੇ। ਸੋ ਇਹ 22-23 ਬੰਦਿਆਂ ਦਾ ਜੁੱਟ, ਰਾਜ ਬੱਬਰ ਬੜੇ ਵਧੀਆ ਬੁਲਾਰੇ ਨੇ, ਉਹ ਵੀ ਇਸ ਵਕਤ ਇਸ ਗਰੁੱਪ 23 ਦਾ ਮੈਂਬਰ ਨੇ। ਸੋ ਮੇਰੇ ਖਿਆਲ ਕਾਂਗਰਸ ਆਪਣਾ ਪਨਾ ਬਚਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਕਿਸਾਨ ਅੰਦੋਲਨ ਨੂੰ ਵੀ ਕਿਤੇ ਨਾ ਕਿਤੇ ਉਹ ਕੈਸ਼ ਕਰਨ ਦੀ ਕਵਾਇਦ ਦੇ ਵਿੱਚ ਨੇ। ਤੇ ਕੀ ਇਸ ਤੋਂ ਵੱਧ ਹੋਰ ਉਹ ਕੁਛ ਕਰ ਸਕਦੇ ਨੇ ਪੱਤੀਆਂ ਤੋੜਨ ਤੋਂ ਇਲਾਵਾ, ਜਾਂ ਫਿਰ ਕਾਂਗਰਸ ਖਾਤਮੇ ਵੱਲ ਨੂੰ? ਜੀ ਟਵਾਣਾ ਸਾਹਿਬ, ਮੈਂ ਕੱਲ ਵੀ ਬਿਆਨ ਕੀਤਾ ਸੀ ਤੇ ਅੱਜ ਵੀ ਬਿਆਨ ਕਰਦੇ ਆ, ਸ਼ਾਇਦ ਰਿਜ਼ਲਟ ਇਹੀ ਕੁਛ ਆਉਣਗੇ। ਅਸਾਮ ਦੀ ਸੱਤਾ ਦੁਬਾਰਾ BJP ਕੋਲੇ ਜਾ ਰਹੀ ਆ। ਹਾਂ, ਜੇ ਕਿਤੇ ਕਾਂਗਰਸ ਕੋਲੇ ਆਉਂਦੀ ਆ ਤਾਂ ਕਿਸਾਨੀ ਅੰਦੋਲਨ ਦੀ ਬਦੌਲਤ ਆ ਜਾਏਗੀ, ਪਰ ਅਸਾਮ ਦੇ ਵਿੱਚ ਕਿਸਾਨੀ ਅੰਦੋਲਨ ਕੋਈ ਬਹੁਤ ਵੱਡੇ ਲੈਵਲ ਤੇ ਉੱਭਰਿਆ ਨਹੀਂ ਹੈ। ਹਾਂ, ਬਗਾਵਤ ਹੈ ਆ, ਪਰ ਜਿੱਦਾਂ ਪੰਜਾਬ, ਹਰਿਆਣਾ, ਵੈਸਟਰਨ UP, ਉੱਤਰਾਂਚਲ ਤੇ ਰਾਜਸਥਾਨ ਵਾਲਾ ਜੇ ਇਦਾਂ ਦਾ ਹੁੰਦਾ ਤੇ ਫਿਰ BJP ਦੇ ਧੋਣੇ ਧੋਤੇ ਜਾਂਦੇ। ਇਹ ਹਾਲਾਤ ਟਵਾਣਾ ਸਭ ਉੱਥੋਂ ਦੀ ਬਣੀ ਹੋਈ ਆ। ਦੂਸਰੀ ਗੱਲ ਆ ਗਈ ਕੇਰਲ ਦੀ। ਟਵਾਣਾ ਸਾਹਿਬ, ਕੇਰਲ 'ਚ ਖੱਬੇ ਪੱਖੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਦੁਬਾਰਾ ਤੋਂ ਸੱਤਾ ਲੈ ਜਾਣੀ ਆ। ਤੇ ਜਿੱਥੋਂ ਤੱਕ ਸਵਾਲ ਉੱਥੇ ਆ ਕਾਂਗਰਸ ਦਾ ਤੇ BJP ਦਾ, ਉਹ ਬਹੁਤ ਦੂਰ ਰਹਿ ਜਾਣੇ ਦੋਨੋਂ। ਕਾਂਗਰਸ ਤਾਂ ਸ਼ਾਇਦ ਥੋੜਾ ਬਹੁਤਾ ਕੁਛ ਉੱਥੇ ਲੈ ਜਾਵੇ, ਪਰ BJP ਦਾ ਬਹੁਤ ਦੂਰ ਰਹਿਣਾ ਉੱਥੇ ਕੁਦਰਤੀ ਆ।
ਇਹ ਹਾਲਾਤ ਬਣਨੀ ਆ। ਉਹਦੇ ਬਾਅਦ ਆ ਗਿਆ ਤਾਮਿਲਨਾਡੂ। ਟਵਾਣਾ ਸਾਹਿਬ ਜਿਹੜਾ ਤਾਮਿਲਨਾਡੂ ਆ ਉੱਥੇ ਨਾ ਕਾਂਗਰਸ ਲੱਭਣੀ ਆ ਤੇ ਨਾ ਬੀਜੇਪੀ ਲੱਭਣੀ ਆ। ਉੱਥੇ AIADMK ਤੇ DMK ਦੋਨਾਂ ਦੇ ਵਿਚਾਲੇ ਟੱਕਰ ਰਹਿੰਦੀ ਆ ਤੇ 5 ਸਾਲ ਉਹ ਤੇ 5 ਸਾਲ ਉਹ, ਇਹੀ ਉੱਥੇ ਕਵੈਤ ਚੱਲਦੀ ਆ। ਤੇ ਇਸ ਵਾਰ AIADMK ਕੋਲੋਂ ਖੁੱਸ ਕੇ DMK ਕੋਲੇ ਸਾਰਾ ਕੁਝ ਚਲੇ ਜਾਣਾ ਤੇ ਫਿਰ ਇਹ ਤਾਂ ਉੱਥੇ ਲੱਭੇ ਹੀ ਨਾ। ਉਹਦੇ ਬਾਅਦ ਆ ਗਿਆ ਵੈਸਟ ਬੰਗਾਲ। ਟਮਾਣਾ ਸਾਹਿਬ ਵੈਸਟ ਬੰਗਾਲ ਦੇ ਵਿੱਚ ਇੱਕ ਬੰਨੇ ਜਿਹੜੀ ਉਹ ਤ੍ਰਿਣਮੂਲ ਕਾਂਗਰਸ ਬੈਠੀ ਆ, ਜਿਹੜੀ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਤੋਂ ਬਾਹਰ ਨਿਕਲ ਕੇ ਜਿਹਨੇ ਆਪਣੀ ਰੀਜਨਲ ਪਾਰਟੀ ਬਣਾਈ ਸੀ ਤੇ ਲੰਬਾ ਸਮਾਂ ਉਹਨੇ ਉੱਥੇ ਜਿਹੜੇ ਲੈਫਟ ਸੀਗੇ ਕਾਮਰੇਡ ਸੀਗੇ ਖੱਬੇ ਪੱਖੀ, ਉਹਨਾਂ ਨਾਲ ਲੰਬਾ ਸਮਾਂ ਉਹਨੇ ਲੜ ਝਗੜ ਕੇ ਅਖੀਰ ਉਹਨਾਂ ਤੋਂ ਸੱਤਾ ਖੋਈ ਸੀ। ਉੱਥੇ ਕਾਂਗਰਸ ਜਿਹੜੀ ਆ ਉਹ ਇਸ ਵੇਲੇ ਉਹਨਾਂ ਜਿਹੜੇ ਖੱਬੇ ਪੱਖੀਆਂ ਨਾਲ ਲੰਬਾ ਸਮਾਂ ਲੜਦੀ ਰਹੀ ਉਹਨਾਂ ਦੇ ਨਾਲ ਸਮਝੌਤੇ 'ਚ ਲੜ ਰਹੀ ਆ ਤੇ ਇੱਕ ਬੰਨੇ ਬੀਜੇਪੀ ਆ। ਉੱਥੇ ਹਾਲਾਤ ਆ ਕਿ ਦੋਨੋਂ ਧਿਰਾਂ ਥੱਲੇ ਰਹਿ ਜਾਣੀਆਂ ਨੇ। ਮਮਤਾ ਬੈਨਰਜੀ ਨੇ ਫੇਰ ਸਾਰਾ ਕੁਝ ਉੱਥੇ ਸਾਂਭ ਜਾਣਾ ਤੇ ਬੀਜੇਪੀ ਕੋਲੇ ਇੱਕ ਸਟੇਟ ਜਿਹੜੀ ਆ ਉੱਥੇ ਉਹ ਕਾਂਗਰਸ ਨੂੰ ਹਰਾ ਕੇ ਸੱਤਾ 'ਚ ਆਉਂਦੀ ਦਿਖ ਰਹੀ ਆ, ਉਹ ਪੌਂਡੀਚੇਰੀ ਆ। ਤੇ ਹੁਣ ਇੱਥੇ ਮੈਨੂੰ ਦੱਸੋ ਕਾਂਗਰਸ ਜਾਊਗੀ ਤੇ ਕਿੱਥੇ ਜਾਏਗੀ? ਹੁਣ ਕਿਸਾਨਾਂ ਨੇ ਤਾਂ ਇੱਕ ਐਲਾਨ ਕਰ ਦਿੱਤਾ, ਅੱਜ ਉਹਨਾਂ ਨੇ ਪੂਰਾ ਆਪਦਾ ਤਾਮਝਾਮ ਝੋਕ ਦਿੱਤਾ। ਉਹਨਾਂ ਨੇ ਦੱਸ ਦਿੱਤਾ ਕਿ ਉਹ 5 ਮਾਰਚ ਨੂੰ ਕਰਨਾਟਕ 'ਚ ਜਾ ਰਹੇ ਆ। ਕਿਸ ਤਰ੍ਹਾਂ ਉੱਥੋਂ ਉਹ ਦੂਸਰਾ ਕੀ ਕਹਿੰਦੇ ਹੁੰਦੇ ਆ ਆਪਣਾ ਜਿਹੜੀ ਉੱਥੇ ਚੱਲ ਰਹੀ ਆ ਆਪਣਾ ਦੂਸਰੀ ਵਾਢੀ ਚੱਲ ਰਹੀ ਆ, ਆਪਣੀ ਕਣਕ ਦੀ ਕਟਾਈ ਆ, ਉਹਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਉੱਥੇ MSP ਆ ਉਸ ਤੋਂ 1000 ਰੁਪਇਆ ਥੱਲੇ ਕਣਕ ਉੱਥੇ ਵਿਕ ਰਹੀ ਆ। ਟਵਾਣਾ ਸਾਹਿਬ ਪਿਛਲੇ ਪ੍ਰੋਗਰਾਮਾਂ 'ਚ ਆਪਾਂ ਤੁਹਾਨੂੰ ਯਾਦ ਹੋਏਗਾ ਮੈਂ ਗੱਲ ਕੀਤੀ ਸੀ, ਸਭ ਤੋਂ ਪਹਿਲਾਂ ਕਰਨਾਟਕ, ਕੇਰਲ, ਮਹਾਰਾਸ਼ਟਰ ਤੇ ਗੁਜਰਾਤ ਇਹ ਸਟੇਟਾਂ ਦੀ ਕਣਕ ਆਉਂਦੀ ਆ ਤੇ ਕਰਨਾਟਕ ਤੇ ਕੇਰਲ ਵਾਲੀ ਪੂਰੇ ਜ਼ੋਰ ਤੇ ਆ। ਨਾਲ ਹੀ ਹੁਣ ਮਹਾਰਾਸ਼ਟਰ ਤੇ ਗੁਜਰਾਤ ਸ਼ੁਰੂ ਹੋਇਆ। ਜਦੋਂ ਇਹ ਸਟੇਟਾਂ ਖਤਮ ਹੋਣਗੀਆਂ ਮੱਧ ਪ੍ਰਦੇਸ਼ ਤੇ ਰਾਜਸਥਾਨ ਸ਼ੁਰੂ ਹੋ ਜੂ। ਹੁਣ ਕਿਸਾਨ ਆਗੂਆਂ ਨੇ ਤੇ ਉਧਰ ਨੂੰ ਮੂੰਹ ਕਰ ਲਿਆ ਕਿ ਅਸੀਂ ਉੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਗਾਉਣਾ ਕਿ ਤੁਸੀਂ ਕਹਿੰਦੇ ਸੀ MSP ਹੈ, MSP ਸੀ ਤੇ MSP ਰਹੇਗੀ, ਪਰ ਕਰਨਾਟਕ 'ਚ ਜਿਹੜਾ MSP ਆ ਉਹਦੇ ਤੋਂ 1000 ਰੁਪਇਆ ਘਾਟੇ 'ਚ ਕਣਕ ਇਸ ਵੇਲੇ ਵਪਾਰੀ ਖਰੀਦ ਰਿਹਾ ਤੇ ਉਹਦੇ ਲਈ ਕਿਸਾਨਾਂ ਨੇ ਹੁਣ ਤੋਂ ਕਮਰ ਕੱਸੇ ਜਿਹੜੇ ਉਹ ਕਰ ਲਿਆ। ਤੇ 12 ਮਾਰਚ ਨੂੰ ਉਹ ਕਲਕੱਤੇ 'ਚ ਇੱਕ ਵੱਡੀ ਰੈਲੀ ਜਿਹੜੀ ਆ ਉਹ ਕਰਨ ਜਾ ਰਹੇ, ਜਿਹੜੀ ਉੱਥੋਂ ਦੇ ਕਿਸਾਨ ਆਗੂ ਕਰ ਰਹੇ ਨੇ, ਜਿਹਦੇ 'ਚ ਸੰਯੁਕਤ ਕਿਸਾਨ ਮੋਰਚਾ ਜਾ ਰਿਹਾ ਤੇ ਉਹਦੇ 'ਚ ਟਵਾਣਾ ਸਾਹਿਬ 294 ਜਿਹੜੀਆਂ ਅਸੈਂਬਲੀ ਹਲਕੇ ਨੇ ਉਸ ਵੈਸਟ ਬੰਗਾਲ ਦੇ, ਉਹਨਾਂ ਦੇ ਵਿੱਚ ਇਹ ਰੈਲੀ ਜਿਹੜੀ ਕਲਕੱਤੇ ਤੋਂ ਚੱਲੇਗੀ 294 ਹਲਕਿਆਂ 'ਚ ਪਹੁੰਚੇਗੀ, ਜਿਨ੍ਹਾਂ ਦਾ ਇੱਕੋ ਹੀ ਸੰਦੇਸ਼ ਹੋਏਗਾ ਸਾਰੇ ਲੋਕਾਂ ਨੂੰ ਕਿ BJP ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਮਤਲਬ ਸੰਯੁਕਤ ਕਿਸਾਨ ਮੋਰਚੇ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਕਿਸੇ ਵੀ ਪਾਰਟੀ ਦੀ ਸਮਰਥਨ ਨਹੀਂ ਕਰਨਾ, ਪਰ ਭਾਰਤ ਪੂਰੇ ਦੇ ਵਿੱਚ ਅਸੀਂ ਇੱਕ ਪ੍ਰਚਾਰ ਕਰਨਾ ਕਿ BJP ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਪਾਓ। ਮਤਲਬ BJP ਦਾ ਸੂਪੜਾ ਸਾਫ਼ ਕਰਨ ਦੇ ਲਈ ਕਿਸਾਨ ਆਗੂ ਨਿਕਲੇ ਨੇ। ਪਰ ਬਦਕਿਸਮਤੀ ਟਵਾਣਾ ਸਾਹਿਬ ਇਹ ਆ ਕਿ ਉਹ ਤਾਂ ਕਹਿ ਰਹੇ ਨੇ ਕਿ BJP ਨੂੰ ਵੋਟ ਨਹੀਂ ਪਾਉਣੀ, ਪਰ ਵਿਰੋਧੀ ਜਿਹੜੇ ਉਹ ਇੰਨੇ ਵੰਡੇ ਹੋਏ ਆ ਕਿ ਉਹਨਾਂ ਦਾ ਦਾ ਲੱਗਦਾ ਨਹੀਂ ਦਿਖ ਰਿਹਾ। ਜੇ ਇਹੀ ਕਿਤੇ ਕਾਂਗਰਸ ਜਿਉਂਦੀ ਹੁੰਦੀ ਤੇ ਟਵਾਣਾ ਸਾਹਿਬ ਸਾਰੇ ਦੀਆਂ ਸਾਰੀਆਂ ਸਟੇਟਾਂ ਜਿਹੜੀਆਂ ਸੀ ਉਹ 'ਚ ਹੁੰਜਾ ਫੇਰਿਆ ਜਾ ਸਕਦਾ ਸੀ ਏਡੀ ਵੱਡੀ ਮੂਵਮੈਂਟ ਖੜੀ ਹੋਣ ਤੇ। ਪਰ ਬਦਕਿਸਮਤੀ ਜਿਹੜੇ 23 ਵੱਡੇ ਲੀਡਰ ਨੇ ਇਹਨਾਂ ਤੋਂ ਅਲੱਗ ਹੋਏ ਨੇ, ਉਹ ਡੈਂਟ ਪਾ ਰਹੇ ਨੇ। ਇਹ ਆਪਣਾ ਪੱਕੇ ਤੌਰ ਤੇ ਪ੍ਰਧਾਨ ਕਿਸੇ ਨੂੰ ਨਿਯੁਕਤ ਨਹੀਂ ਕਰ ਪਾ ਰਹੇ। ਦੂਸਰੀ ਗੱਲ, ਜਿਹੜੀਆਂ ਵੱਡੀਆਂ ਸਟੇਟਾਂ ਇਹਨਾਂ ਕੋਲ ਲੰਬਾ ਸਮਾਂ ਰਹੀਆਂ, ਜਿਹੜੀਆਂ ਸਟੇਟਾਂ ਦੇ ਸਿਰ ਤੇ ਭਾਰਤ 'ਚ ਰਾਜ ਕਰਦੇ ਸੀ, ਉਹ ਸਟੇਟਾਂ 'ਚ ਜ਼ੀਰੋ ਹੋ ਚੁੱਕੇ ਨੇ। ਤੇ ਫਿਰ ਟਵਾਣਾ ਸਾਹਿਬ ਕਿੱਦਾਂ ਰਾਜਨੀਤੀ ਚੱਲੂਗੀ? ਫਿਰ ਕਾਂਗਰਸ ਖਾਤਮੇ ਵੱਲ ਨੂੰ ਜਾਏਗੀ। ਸੁਰਿੰਦਰ ਜੀ ਹੋਲਡ ਰੱਖਿਓ ਇੱਕ ਸੈਕਿੰਡ, ਆਪਾਂ ਇੱਕ ਕਾਲਰ ਨਾਲ ਜੋੜ ਲਈਏ। ਦਿਦਾਰ ਸਿੰਘ ਜੀਰਕਪੁਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦਿਦਾਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸੁਰਿੰਦਰ ਜੀ ਤੇ ਸਰੋਤਿਆਂ ਨੂੰ। ਸਭ ਤੋਂ ਪਹਿਲੀ ਗੱਲ ਜੀ, ਤੁਸੀਂ ਜਿਹੜਾ ਮੇਨ ਬੰਦਾ ਸੀਗਾ G23 'ਚ ਆਪਣੇ ਪੰਜਾਬ ਦਾ, ਤੁਸੀਂ ਉਹਨਾਂ ਦਾ ਨਾਂ ਲੈਣਾ ਭੁੱਲ ਗਏ ਜੀ। ਭੱਠਲ ਮੈਡਮ ਦਾ, ਭੱਠਲ ਮੈਡਮ ਨੇ ਨਾ ਜਿਹੜੇ G23 ਨੇ ਟੋਟਲ ਕਾਂਗਰਸ ਦੇ ਜਿਹੜੇ ਬਾਗੀ ਹੋਏ ਨੇ ਇੱਕ ਤਰ੍ਹਾਂ ਦੇ, ਉਸ 'ਚ ਜਿਹੜੇ ਭੱਠਲ ਮੈਡਮ ਨੇ ਤੁਸੀਂ ਉਹਨਾਂ ਦਾ ਨਾਂ ਲੈਣਾ ਭੁੱਲ ਗਏ। ਉਹਨੇ ਕੋਈ ਬਹੁਤੀ ਕਾਰਗੁਜ਼ਾਰੀ ਉਹਨਾਂ ਦੀ ਸਾਹਮਣੇ ਨਹੀਂ ਆ ਰਹੀ। ਖੈਰ, ਕੀ ਕਹਿਣਾ ਚਾਹੁੰਦੇ ਦਿਦਾਰ ਜੀ ਹੋਰ ਜੀ? ਹਾਂਜੀ, ਦੋ ਗੱਲਾਂ ਨੇ ਜੀ। ਇੱਕ ਤਾਂ ਕਲਕੱਤੇ ਦੇ ਵਿੱਚ, ਜਿੱਦਾਂ ਕਿ ਮੇਰੇ ਕਲਕੱਤੇ 'ਚ ਬੜੇ ਜਾਣਕਾਰ ਨੇ ਜੀ, ਹਰ ਮਤਲਬ ਆਲਮੋਸਟ ਹਰ
ਆਪਣਾ ਜਿਵੇਂ ਜ਼ਿਲ੍ਹਾ ਕਹਿੰਦੇ ਨੇ ਜੀ, ਹਰੀ ਬਰਦਵਾਨ ਹੋ ਗਿਆ, ਕਲਕੱਤਾ ਹੋ ਗਿਆ ਜੀ, ਆਸਨਸੋਲ, ਸਾਰੇ ਮੇਰੇ ਜਾਣਕਾਰ ਨੇ ਚੰਗੇ, ਜਿਹੜੇ ਪਹਿਲਾਂ ਬੀਜੇਪੀ ਦੇ ਵੱਲ ਸੀਗੇ ਜੀ, ਤੇ ਅੱਜ ਉਹ ਬੰਦੇ ਬਿਲਕੁਲ ਵੀ ਬੀਜੇਪੀ ਨੂੰ, ਜਾਂ ਸਿਲੰਡਰ ਮਹਿੰਗਾ ਹੋ ਰਿਹਾ ਹੈ, ਕੁਛ ਮਹਿੰਗਾ, ਹਰ ਬੰਦਾ ਹੀ ਪਿੱਟ ਰਿਹਾ ਜੀ, ਇਹਨਾਂ ਨੇ ਵੀ ਸਭ ਕੁਝ ਬਰਬਾਦ ਕਰਤਾ। ਤੇ ਤੁਹਾਨੂੰ ਕੀ ਲੱਗਦਾ ਜੀ, ਇਹ ਜਿੱਤ ਸਕਦੇ ਆ ਜੀ ਜੇ ਜਿਹੜੇ ਬੰਦੇ ਇਹਨਾਂ ਦੇ ਨਾਲ ਸੀਗੇ ਲੋਕ ਸਭਾ ਇਲੈਕਸ਼ਨ ਚ? ਇੱਕ ਸਵਾਲ ਹੋਰ ਸੀਗਾ ਜੀ, ਤੇ ਜਿਹੜਾ ਕੱਲ ਗੱਲ ਕਰ ਰਹੇ ਸੀ 2022 ਇਲੈਕਸ਼ਨ ਹੋਣੇ ਆ ਜੀ, ਤੁਸੀਂ ਕਿਹਾ ਸੀ ਵੀ, ਤੇ ਰਾਸ਼ਟਰਪਤੀ ਸ਼ਾਸਨ ਬਾਰੇ ਕੀ ਖਿਆਲ ਹੈ ਜੀ? ਓਕੇ, ਥੈਂਕ ਯੂ ਹੈ ਕੋਈ ਚਾਂਸ ਰਾਸ਼ਟਰਪਤੀ ਸ਼ਾਸਨ ਦੇ? ਮਿਹਰਬਾਨੀ, ਕੋਈ ਨਹੀਂ, ਸੁਰਿੰਦਰ ਜੀ ਨਾਲ ਗੱਲ ਕਰਦੇ ਹਾਂ, ਥੈਂਕ ਯੂ। ਦੋ ਸਵਾਲ ਨੇ ਇਹਨਾਂ ਦੇ ਕਿ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਕੀ ਜਾਂ ਓਵਰਆਲ ਜਿਹੜੀ ਮਹਿੰਗਾਈ ਇੱਕ ਵੱਡੀ ਸਮੱਸਿਆ ਬਣ ਰਹੀ ਹੈ ਲੋਕਾਂ ਦੇ ਵਾਸਤੇ, ਰਾਮ ਮੰਦਰ ਦਾ ਮਸਲਾ ਇੱਕ ਵੱਖਰੀ ਗੱਲ ਹੈ, ਠੀਕ ਹੈ, 1500 ਮੰਦਰ ਤੇ ਲੱਗਣਾ ਉਸਾਰੀ ਤੇ 2100 ਕਰੋੜ ਰੁਪਇਆ ਇਕੱਠਾ ਹੋ ਗਿਆ, ਲੋਕੀ ਦਾਨ ਪੁੰਨ ਕਰਦੇ ਨੇ ਧਰਮ ਦੇ ਨਾਂ ਤੇ, ਕੋਈ ਦਿੱਕਤ ਨਹੀਂ ਹੈ। ਕੀ ਰਾਮ ਮੰਦਰ ਦਾ ਮੁੱਦਾ ਜਾਂ ਹਿੰਦੂਤਵ ਦਾ ਮੁੱਦਾ ਹੀ ਕੈਸ਼ ਹੋਏਗਾ? ਜਿਹੜੀ ਮਹਿੰਗਾਈ ਹੈ ਉਹ ਇੱਕ ਮੁੱਦਾ ਨਹੀਂ ਹੈ। ਦੂਸਰਾ, ਪੰਜਾਬ ਦੇ ਵਿੱਚ 22 ਤੋਂ ਬਾਅਦ ਜਿਸ ਤਰ੍ਹਾਂ ਰਾਸ਼ਟਰਪਤੀ ਦਾ ਤਾਂ ਮੇਰੇ ਖਿਆਲ ਨਾਲ ਲੋੜ ਨਹੀਂ, ਜੇ ਕੈਪਟਨ ਸਾਹਿਬ ਅੱਗੇ ਆਉਂਦੇ ਆ ਫਿਰ ਤਾਂ ਰਾਸ਼ਟਰਪਤੀ ਰਾਜ ਦੀ ਲੋੜ ਨਹੀਂ, ਫਿਰ ਤਾਂ ਸੈਂਟਰ ਮੁਤਾਬਕ ਉਹ ਚੱਲੀ ਜਾਂਦੇ ਆ, ਰਾਸ਼ਟਰਪਤੀ ਰਾਜ ਦੀ ਤਾਂ ਲੋੜ ਨਹੀਂ। ਦੋ ਸਵਾਲ ਨੇ, ਤੇ ਬੀਬੀ ਭੱਠਲ ਵੀ 23 ਗਰੁੱਪ 'ਚ ਸੀ, ਕਹਿੰਦੇ ਉਹਨਾਂ ਦੀ ਕਾਰਗੁਜ਼ਾਰੀ ਮੱਠੀ ਹੋਇਆ, ਵੈਸੇ ਸਰਗਰਮ ਨਹੀਂ 23 'ਚ ਜੀ। ਕੰਟੀਨਿਊ ਪਲੀਜ਼। ਹਿੱਟਵਾਣਾ ਸਾਹਿਬ, ਸਭ ਤੋਂ ਵੱਡੀ ਗੱਲ ਤੁਸੀਂ ਗੱਲ ਕੀਤੀ ਕੈਪਟਨ ਸਾਹਿਬ ਦੀ। ਦੇਖੋ, ਕੈਪਟਨ ਸਾਹਿਬ ਦਾ ਆਪਾਂ ਨੂੰ ਪਹਿਲਾਂ ਤੋਂ ਪਤਾ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਤਕਰੀਬਨ ਉਦਾਂ ਦਾ ਚੱਲੀ ਜਾ ਰਹੇ ਨੇ। ਬਹੁਤਾ ਵੱਡਾ ਟਕਰਾਅ ਨਹੀਂ। ਹਾਂ, ਇੰਨਾ ਕੁ ਟਕਰਾਅ ਜ਼ਰੂਰ ਕੇਂਦਰ ਨਾਲ ਹੈਗਾ ਕਿ ਮੋਦੀ ਸਾਹਿਬ ਲਾਕਡਾਊਨ ਕਰਦੇ ਨੇ ਤੇ ਕੈਪਟਨ ਸਾਹਿਬ ਜਿਹੜੇ ਨੇ ਉਹ ਕਰਫਿਊ ਲਾ ਦਿੰਦੇ ਨੇ। ਇੰਨਾ ਕੋਈ ਦੋਵਾਂ 'ਚ ਫਰਕ ਆ, ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਉਹੀ ਨੀਤੀ ਆ। ਕਰੋਨਾ ਕੈਪਟਨ ਸਾਹਿਬ ਕੋਲ ਵੀ ਮੋਦੀ ਸਾਹਿਬ ਵਾਲਾ ਹੀ ਆ, ਉਹੀ ਆ। ਇੰਨਾ ਕੁ ਫਰਕ ਆ, ਇੱਕ ਦੀ ਸੱਜੀ ਜੇਬ 'ਚ, ਦੂਜੇ ਦੀ ਖੱਬੀ ਜੇਬ 'ਚ ਆ। ਕੱਢ ਦੇ ਦੋਨੋਂ ਬਰਾਬਰ ਜਾਈ ਆ। 2-4 ਮਿੰਟ ਦਾ ਅੱਗੇ ਪਿੱਛੇ ਫਰਕ ਪੈ ਜਾਏ, ਬਹੁਤਾ ਜ਼ਿਆਦਾ ਨਹੀਂ ਪੈਂਦਾ। ਇਸ ਕਰਕੇ ਇਹੀ ਕੁਛ ਚੱਲਣਾ ਜੋ ਕੁਛ ਚੱਲ ਰਿਹਾ ਵਾ। ਹੁਣ ਟਵਾਣਾ ਸਾਹਿਬ ਜਿਹੜਾ 23 ਗਰੁੱਪ ਦਾ ਕੀਤਾ, ਭੱਠਲ ਵਿਚਾਰੀ ਇੱਥੇ ਕਿਸੇ ਵੀ ਗਿਣਤੀ 'ਚ ਨਹੀਂ ਰਹੀ। ਇਸ ਕਰਕੇ ਉਹਦੀ ਤਾਂ ਬੋਲਬਾਲੇ ਵਾਲੀ ਗੱਲ ਖਤਮ ਆ, ਕਿਉਂਕਿ ਉਹਦੀ ਜਿਹੜੀ ਮੇਨ ਗੱਲ ਸੀ ਉਹ ਗੁਲਾਮ ਨਬੀ ਆਜ਼ਾਦ ਤੱਕ ਸੀ। ਉਹੀ ਉਹਦਾ ਕਿੱਲਾ ਸੀ ਤੇ ਉਸੇ ਕਿੱਲੇ ਦੇ ਸਿਰ ਤੇ ਉਹ ਖੜੀ ਸੀ। ਤੇ ਜਦੋਂ ਹੁਣ ਇੱਥੇ ਉਹਦੀ ਹੋਂਦ ਖਤਮ ਆ ਹਿਸਾਬ ਦੇ ਨਾਲ, ਉਸ ਹੋਂਦ ਜਦੋਂ ਖਤਮ ਹੋਵੇ ਪੋਲੀਟੀਸ਼ੀਅਨ ਦੀ, ਤੇ ਟਵਾਣਾ ਸਾਹਿਬ ਉਹ ਅਗਲੀ ਪੀੜ੍ਹੀ ਨੂੰ ਸੈੱਟ ਕਰਨ ਦੀ ਸੋਚਦਾ, ਤੇ ਇਹੀ ਕੁਛ ਇੱਥੇ ਚੱਲ ਰਿਹਾ। ਹੁਣ ਇਹਦੇ ਤੋਂ ਬਾਅਦ ਟਵਾਣਾ ਸਾਹਿਬ, ਹੁਣ ਰਹੀ ਗੱਲ ਅਗਲੀ ਕਿ ਜਿਹੜੇ 23 ਨੇ ਇਹਨਾਂ ਦੇ ਨੁਕਸਾਨ ਦੀ, ਦੇਖੋ ਕੋਈ ਦੋ ਰਾਇਆ ਨਹੀਂ, ਨੁਕਸਾਨ ਤਾਂ ਉਹ ਕਰ ਰਹੇ ਨੇ ਤੇ ਨੁਕਸਾਨ ਹੁੰਦਾ ਵੀ ਚੱਲਿਆ ਜਾਏਗਾ। ਜੇ ਕਹਿ ਦਈਏ ਨੁਕਸਾਨ ਨਹੀਂ ਹੋਏਗਾ, ਕਾਂਗਰਸ ਨੂੰ ਨੁਕਸਾਨ ਹੋਏਗਾ। ਲੇਕਿਨ ਜਿਹੜੀ ਬੀਜੇਪੀ ਆ ਉਹ ਰਾਮ ਮੰਦਰ ਦਾ ਮੁੱਦਾ ਜੋ ਮਰਜ਼ੀ ਲਿਆਵੇ, ਜਿਹੜੀਆਂ ਸਟੇਟਾਂ 'ਚ ਇਸ ਵੇਲੇ ਚੋਣ ਹੋ ਰਹੀ ਆ, ਉੱਥੇ ਟਵਾਣਾ ਸਾਹਿਬ ਰਾਮ ਮੰਦਰ ਦੇ ਮੁੱਦੇ ਨੇ ਬਹੁਤਾ ਵੱਡਾ ਅਸਰ ਨਹੀਂ ਕਰਨਾ, ਕਿਉਂਕਿ ਉਹਨਾਂ ਸਟੇਟਾਂ ਦੀਆਂ ਅਲੱਗ-ਅਲੱਗ ਇਸ਼ੂ ਅਲੱਗ ਨੇ। ਵੈਸਟ ਬੰਗਾਲ ਦੀ ਆ, ਮਮਤਾ ਬੈਨਰਜੀ ਦੇ ਵਿਰੁੱਧ ਇਹਨਾਂ ਨੇ 16-17 ਬੀਬੀਆਂ ਤਾਰਤੀਆਂ, ਜਾ ਕੇ ਕੀ ਕਰੋਗੇ? ਮਮਤਾ ਬੈਨਰਜੀ ਮਮਤਾ ਹੀ ਆ, ਜਿਹਦਾ ਜੈ ਲਲਿਤਾ ਸੀ, ਤੁਸੀਂ ਉਹਦਾ ਕੀ ਕਰ ਲੈਂਦੇ? ਜਿੰਨੀ ਦੇ ਰਹੀ ਆ, ਅਗਲੀ ਨੇ ਸੱਤਾ ਭੋਗੀ ਆ, ਉਹਨੇ ਪਰਵਾਹ ਨਹੀਂ ਕੀਤੀ, ਜੇਲ੍ਹ ਵੀ ਜਾਣਾ ਪਿਆ, ਗਈ ਆ ਅਗਲੀ ਨੇ, ਆਪਦੀ ਜਗ੍ਹਾ ਮੁੱਖ ਮੰਤਰੀ ਬਣਾਇਆ, ਆ ਕੇ ਸੱਤਾ ਫੇਰ ਉਹਨੇ ਵਾਪਸ ਲਈ, ਉਹਨੇ ਸਾਰਾ ਕੁਝ ਕੀਤਾ। ਇਹੀ ਕੁਝ ਲਾਲੂ ਪ੍ਰਸਾਦ ਯਾਦਵ ਨੇ ਜਿੰਨੀ ਦੇਰ ਰਿਹਾ ਉਹਨਾਂ ਨੇ ਸੰਭਾਲਿਆ, ਉਹ ਸਾਰਾ ਕੁਝ ਕੀਤਾ ਵਾ। ਇਸ ਕਰਕੇ ਟਵਾਣਾ ਸਾਹਿਬ ਹਾਲਾਤਾਂ ਇਹ ਬਣਦੀਆਂ ਨੇ ਕਿ ਜਿਸ ਬੰਦੇ ਕੋਲੇ ਸੱਤਾ ਹੁੰਦੀ ਉਹ ਉਸੇ ਹਿਸਾਬ ਦੇ ਨਾਲ ਆਪਣੇ ਹਿਸਾਬ ਨਾਲ ਲੈ ਜੀ। ਸੁਰਿੰਦਰ, ਇਸ ਵਕਤ ਗੁਰਦੀਪ ਸਿੰਘ ਨਿਊਯਾਰਕ ਤੋਂ ਜੁੜੇ ਨੇ। ਸਵਾਗਤ ਹੈ ਗੁਰਦੀਪ ਜੀ, ਵੈਲਕਮ। ਕੀ ਕਹਿਣਾ ਚਾਹੁੰਦੇ ਹੋ? ਟਵਾਣਾ ਜੀ, ਪਹਿਲਾਂ ਤੇ ਇਸ ਨੰਬਰ ਤੇ ਇਨਕਮਿੰਗ ਕਾਲ ਆ ਨਹੀਂ ਰਹੀ, ਪਤਾ ਨਹੀਂ ਥੋੜੀ ਦਿੱਕਤ ਹੈ। WhatsApp ਕਾਲ ਕਰ ਲਓ ਪਲੀਜ਼, ਦਿੱਕਤ ਸੀਗੀ ਇਨਕਮਿੰਗ ਦੀ, ਨੈਟਵਰਕ ਪ੍ਰੋਬਲਮ ਹੈ ਕੁਝ। ਸਵਾਲ ਮੇਰੇ ਦੋ ਆ ਜੀ। ਹਾਂ, ਪਹਿਲਾ ਸਵਾਲ ਤੇ ਇਹ ਆ ਜੀ, ਜਿਹੜਾ ਤੁਸੀਂ ਕੱਲ ਦੇ ਪ੍ਰੋਗਰਾਮ ਕਰਦੇ, ਗਊ ਸੈਸ ਟੈਕਸ ਜਿਹੜਾ ਲੈਂਦੇ ਆ, 80% ਬੰਦੇ ਹਿੰਦੂ ਆ, ਆਪਣੀ ਗਿਣਤੀ ਆ, ਜਿਹੜੇ ਗਊ ਜਾਤ ਰੱਖਦੇ ਆ। ਜਿਹੜੇ ਬਾਕੀ 20% ਹੈ ਕਿ ਉਹਨਾਂ ਨੂੰ ਇਹ ਜਿਹੜਾ ਟੈਕਸ ਦੇਣਾ, ਜਿੱਦਾਂ ਮੁਗਲਾਂ ਦੇ ਟਾਈਮ ਦੇ ਉੱਤੇ ਜਾਂ ਮੁਸਲਮਾਨਾਂ ਦੇ ਟਾਈਮ ਦੇ ਉੱਤੇ ਹਿੰਦੂਆਂ ਨੂੰ ਜਜ਼ੀਆ ਟੈਕਸ ਸੀਗਾ, ਉਹਦੇ ਵਰਗਾ ਸੇਮ ਨਹੀਂ ਇਹ ਕਾਨੂੰਨ ਹੈ। ਤੇ ਦੂਜਾ ਜਿਹੜਾ ਕਾਮਰੇਡ ਰਜਿੰਦਰ ਸਿੰਘ ਨੂੰ ਬੰਗਾਲ 'ਚ ਭੇਜਣ ਲੱਗੇ ਆ ਕਿਸਾਨ ਯੂਨੀਅਨ ਵਾਲੇ, ਉਹਦਾ ਕਿਹੜੀ ਪਾਰਟੀ ਨੂੰ ਫਾਇਦਾ ਹੋਊਗਾ? ਮਮਤਾ ਨੂੰ ਫਾਇਦਾ ਹੋਊ ਜਾਂ ਕਾਂਗਰਸ ਨੂੰ ਹੋਊ ਜਾਂ ਕਿਸੇ ਹੋਰ ਨੂੰ? ਉਹਦੇ ਬਾਰੇ ਦੱਸੋ। ਜੀ, ਥੈਂਕ ਯੂ। ਦੇਖੋ, ਇਹ ਜਿਹੜਾ ਉੱਥੋਂ ਦੇ ਗੁਰਦੀਪ ਸਿੰਘ ਜੀ ਜਿਹੜੇ ਉੱਥੋਂ ਦੇ ਵਿਦਿਆਰਥੀ ਨੇ,
ਉਹਨਾਂ ਦੇ ਮੁਤਲਕ ਜਿਹੜੇ ਵਿਦਿਆਰਥੀ ਨੇ, ਬੁੱਧੀਜੀਵੀ ਨੇ, ਲੇਖਕ ਨੇ, ਉਹਨਾਂ ਦਾ ਇੱਕ ਫੰਕਸ਼ਨ ਹੋ ਰਿਹਾ। ਉਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਪਹੁੰਚ ਰਹੇ ਨੇ। ਇਹ ਵਿਦਿਆਰਥੀਆਂ ਦਾ ਆਪਣਾ ਕੇਡਰ ਹੈ। ਇਹਦੇ 'ਚ ਨੁਕਸਾਨ ਤਾਂ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ, ਕਿਉਂਕਿ ਉਹ ਕਿਸਾਨ ਅੰਦੋਲਨ ਨਾਲ ਜੁੜੇ ਨੇ। ਜਿੱਥੋਂ ਤੱਕ ਤੁਹਾਡਾ ਤਾਲੁਕ ਹੈ, ਮੈਂ ਉਹ ਖਬਰ ਲਾਈ ਸੀ ਕਿ ਇੱਕ ਗਾਂ ਦੇ ਪੇਟ ਦੇ ਵਿੱਚੋਂ 1 ਕੁਇੰਟਲ ਕਚਰਾ ਕੱਢਿਆ ਗਿਆ, ਵੇਸਟ, ਜਿਹਦੇ 'ਚ 70 ਕਿਲੋ ਪਲਾਸਟਿਕ ਸੀਗੀ ਅਤੇ ਇਹਦੇ 'ਚ 30 ਕਿਲੋ ਕਿੱਲਾਂ, ਲੋਹਾ, ਕੰਚ, ਰੋੜੇ, ਪੱਥਰ ਉਸ ਗਾਂ ਦੇ ਪੇਟ 'ਚੋਂ ਨਿਕਲਿਆ। ਇਹ ਮਿਸਾਲ ਆ ਫਰੀਦਾਬਾਦ ਦੀ, ਦਿੱਲੀ ਦੀ, ਜਿੱਥੇ ਮੋਦੀ ਸਾਹਿਬ ਤੇ ਉਹਨਾਂ ਦਾ ਰਾਜ ਸੱਤਾ ਬੈਠੇ ਨੇ, ਫਰੀਦਾਬਾਦ ਦੇ ਵਿੱਚ। ਪਹਿਲਾਂ ਪ੍ਰਕਾਸ਼ ਜਵੇੜਕਰ ਦਾ ਬਿਆਨ ਸੀਗਾ ਕਿ 3-4 ਸਾਲ ਪਹਿਲਾਂ ਕਿ ਭਾਰਤ ਦੇ ਵਿੱਚ ਜਿੰਨੇ ਅਵਾਰਾ ਜਾਨਵਰ ਨੇ, ਕਿਉਂਕਿ ਬਹੁਤੀਆਂ ਗਾਈਆਂ ਨੇ, ਦੂਜੇ ਤਾਂ ਹੈ ਹੀ ਨਹੀਂ, ਉਸ ਕਰਕੇ ਮੱਝ ਅਤੇ ਝੋਟੇ ਤਾਂ ਵੱਢ ਲਏ ਜਾਂਦੇ ਨੇ, ਜਾਂ ਤਾਂ ਬਲਦ ਨੇ ਪੁਰਾਣੇ, ਜਾਂ ਵੱਛੇ ਨੇ, ਜਾਂ ਗਾਈਆਂ ਨੇ, ਗਊਵੰਸ਼ ਹੈ। ਉਹ ਪ੍ਰਕਾਸ਼ ਜਵੇੜਕਰ ਦਾ ਬਿਆਨ ਸੀਗਾ ਕਿ ਹਰ ਅਵਾਰਾ ਜਾਨਵਰ ਜੋ ਘੁੰਮਦਾ, ਇਹਨਾਂ ਦੇ ਪੇਟ ਦੇ ਵਿੱਚ ਔਸਤਨ 30-30 ਕਿਲੋ ਪਲਾਸਟਿਕ ਹੈ। ਚਮਕੌਰ ਸਾਹਿਬ ਦੇ ਵਿੱਚ 4-5 ਸਾਲ ਪਹਿਲਾਂ ਇੱਕ ਗਾਂ ਦਾ ਆਪਰੇਸ਼ਨ ਕੀਤਾ ਗਿਆ ਸੀ, ਉਸ ਦੇ ਪੇਟ 'ਚੋਂ 40 ਕਿਲੋ ਪਲਾਸਟਿਕ ਸੀ। ਮੈਂ ਤਾਂ ਕਿਹਾ ਸੀ ਕਿ ਮੁਲਕ ਦੀ 70-80% ਵਸੋਂ ਹਿੰਦੂ ਹੈ, ਜਿਹੜੀ ਗਊ ਰੱਖਿਆ ਦੇ ਨਾਲ, ਗਊ ਪੂਜਾ ਦੇ ਨਾਲ ਸਿੱਧੀ ਜੁੜੀ ਹੈ। ਕੀ ਉਹ ਆਪਣੇ ਲਾਈਫ ਸਟਾਈਲ ਦੇ ਵਿੱਚ ਇੰਨੀਆਂ ਤਬਦੀਲੀਆਂ ਨਹੀਂ ਕਰ ਸਕਦੇ? ਦੁਕਾਨਦਾਰ ਵਰਗ ਵੀ 80-90% ਹਿੰਦੂ ਹੈ। ਕੀ ਉਹ ਆਪਣੇ ਖਰਚੇ 'ਤੇ ਪਲਾਸਟਿਕ ਨੂੰ ਬੈਨ ਨਹੀਂ ਕਰ ਸਕਦੇ? ਅਸੀਂ ਪੁੱਛਦੇ ਹਾਂ ਜੇ ਗਾਂ ਨੂੰ, ਅਤੇ ਫਿਰ ਉਸ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਜੇ ਵਾਪਰ ਰਹੇ ਨੇ, ਤਾਂ ਇਸ ਦੇ ਲਈ ਅਸੀਂ ਸਾਰੇ ਲੋਕ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਹਾਂ। ਖੈਰ, ਸੈਸ ਤਾਂ ਮੁਲਕ ਦਾ ਜੋ ਦੇਖੋ ਵੀਰ, ਜੋ ਕਾਨੂੰਨ ਹੁੰਦਾ, ਸੋ ਗਊ ਸੈਸ ਅਵਾਰਾ ਜਾਨਵਰ ਦੀ ਸਾਂਭ ਸੰਭਾਲ ਵਾਸਤੇ ਲਾਇਆ। ਠੀਕ ਹੈ, ਉਹ ਫਸਲਾਂ ਦਾ ਵੀ ਨੁਕਸਾਨ ਕਰਦੇ ਨੇ। ਜੇ ਟੈਕਸ ਉਹ ਦੇ ਦੇਣਗੇ ਤਾਂ ਇਹਦੇ 'ਚ ਕਾਰਨ ਵੀ ਕੋਈ ਐਡਾ ਜਜੀ ਵਾਲੀ ਗੱਲ ਨਹੀਂ, ਬਾਕੀ ਸਮਝਣ ਦੀ ਗੱਲ ਹੈ। ਇਹ ਠੀਕ ਹੈ ਕਿ BJP ਨੇ ਗਊ ਰੱਖਿਆ ਦੇ ਨਾਂ 'ਤੇ ਵੋਟ ਬੈਂਕ ਬਣਾਇਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਗਾਂ ਖਾਣ 'ਤੇ ਪਾਬੰਦੀ ਲਗਾਈ ਹੈ ਨਾ, ਗਾਂ ਦੇ ਸਲਟਰ 'ਤੇ ਪਾਬੰਦੀ ਲਾਈ ਹੈ। ਹਾਲਾਂਕਿ ਇਹ ਅਸਲ ਦੇ ਵਿੱਚ ਗਾਂ ਹੈ ਹੀ ਨਹੀਂ। ਜੀ, ਆਵਾਜ਼ ਆ ਰਹੀ ਸੁਰਿੰਦਰ ਜੀ ਤੁਹਾਡੀ। ਅਤੇ ਇਹਦੇ 'ਚ ਚਲੋ ਤੁਸੀਂ ਵੀ ਇਨਪੁਟ ਪਾ ਦਿਓ ਕਿ ਇਸ ਮੁਲਕ ਦੇ ਵਿੱਚ ਜੇ ਬਾਕੀ 20-25% ਗੈਰ ਹਿੰਦੂ ਨੇ, ਕਿ ਉਹਨਾਂ ਦੇ ਵਾਸਤੇ ਇਹ ਗਊ ਸੈਸ ਲੱਗਣਾ ਕੀ ਜਾਇਜ਼ ਹੈ ਮੁਲਕ ਦੇ ਕਾਨੂੰਨ ਮੁਤਾਬਕ? ਕਿਉਂਕਿ ਫਸਲਾਂ ਤਾਂ ਉਹਨਾਂ ਦੀਆਂ ਜਾੜਦੀਆਂ ਨੇ, ਜੋ ਥੋੜ੍ਹਾ ਟੈਕਸ ਦੇ ਦੇਣਗੇ ਤਾਂ ਫਾਇਦਾ ਵੀ, ਨੁਕਸਾਨ ਵੀ ਕੀ ਹੈ। ਪੰਜਾਬ 'ਚ ਤੁਸੀਂ ਵੇਖੋ, ਆਪਣੇ ਮਿੱਤਰ ਚਰਨਜੀਤ ਭੁੱਲਰ ਦੀ ਰਿਪੋਰਟ ਸੀ ਲਾਸਟ ਈਅਰ ਦੀ ਕਿ 250 ਕਰੋੜ ਰੁਪਈਆ ਗਊ ਰਾਖਿਆਂ ਨੂੰ ਦਿੱਤਾ ਜਾਂਦਾ, ਜਿਹੜੇ ਰਾਤ ਨੂੰ ਫਸਲਾਂ ਦੀ ਰਾਖੀ ਕਰਦੇ ਨੇ, ਕਣਕਾਂ ਦੀ। ਬਠਿੰਡੇ ਇਲਾਕੇ 'ਚ ਐਡੇ ਐਡੇ ਵਗ ਨੇ। ਸੋ ਜੇ 250 ਕਰੋੜ ਉਹਨਾਂ ਨੂੰ ਦਿੰਦੇ ਆ, ਜੇ ਉਹਦੇ 'ਚ 20-25 ਕਰੋੜ ਟੈਕਸ ਦੇ ਵੀ ਦਿੰਦੇ ਆ ਗਊ ਸੈਸ ਦੇ ਨਾਂ 'ਤੇ, ਜਦੋਂ ਇੱਕ ਪ੍ਰਵਾਨਿਤ ਫੈਸਲਾ ਹੋ ਗਿਆ ਸਰਕਾਰਾਂ ਦਾ, ਤਾਂ ਮੇਰੇ ਖਿਆਲ ਉਹਨੂੰ ਜਜ਼ੀਆ ਲੈ ਲਓ, ਕੁਛ ਲੈ ਲਓ, ਕਰ ਲੈਣਾ ਚਾਹੀਦਾ, ਮਾੜਾ ਵੀ ਕੁਛ ਨਹੀਂ। ਪਰ ਅਫਸੋਸ ਕਿ ਉਸ ਸਾਰੇ ਕੁਛ ਤੋਂ ਬਾਅਦ ਵੀ ਗਊਆਂ ਦੇ ਵਾਸਤੇ ਕੁਝ ਨਹੀਂ ਹੋ ਰਿਹਾ। ਇਸੇ ਤਰ੍ਹਾਂ ਜਿਹੜਾ ਹਾਲਾਤ ਨੇ ਕਿ ਕੁਇੰਟਲ ਪਲਾਸਟਿਕ ਆ ਕੱਲ੍ਹ ਕੱਢਿਆ ਗਾਂ ਦੇ ਪੇਟ 'ਚੋਂ। ਕੀ ਕਰੋਗੇ ਤੁਸੀਂ? ਕੰਟੀਨਿਊ ਪਲੀਜ਼ ਜੀ। ਸੁਰਿੰਦਰ ਜੀ, ਸੁਰਿੰਦਰ ਜੀ ਤੁਸੀਂ ਔਨ 에ਅਰ ਹੋ? ਹੈਲੋ ਸੁਰਿੰਦਰ ਜੀ, ਲਾਈਨ 'ਤੇ ਆ ਗਏ, ਤੁਹਾਡੀ ਲਾਈਨ ਕੱਟ ਗਈ ਸੀ। ਵੈਲਕਮ। ਹੈਲੋ, ਹਾਂਜੀ, ਸਵਾਗਤ ਹੈ ਤੁਹਾਡਾ ਸੁਰਿੰਦਰ, ਸਵਾਗਤ ਹੈ ਵੀਰ। ਹੈਲੋ, ਹਾਂਜੀ, ਗੱਲ ਕਰੋ ਸੁਰਿੰਦਰ ਜੀ। ਸੋ ਟਵਾਣਾ ਸਾਹਿਬ, ਗੱਲ ਇਹ ਸੀਗੀ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਕੇਂਦਰ ਦੇ ਵਿੱਚ BJP, ਆਪਣੀ ਕਾਂਗਰਸ ਦੀ, ਟਵਾਣਾ ਸਾਹਿਬ, ਕਾਂਗਰਸ ਜਿਹੜੀ ਆ ਉਹ ਬਿਲਕੁਲ ਖਿੰਡੀ ਪੁੰਡੀ ਪਈ ਆ। ਉਸ ਤੋਂ ਬਾਅਦ ਰਹਿ ਗਈ ਸੀ BJP ਦੀ ਗੱਲ। BJP ਨੂੰ ਕਿਸਾਨਾਂ ਨੇ ਬੁਰੀ ਤਰ੍ਹਾਂ ਨਾਲ ਘੇਰ ਲਿਆ, ਔਰ ਖਾਸ ਕਰ ਜਿਹੜੀਆਂ 5 ਸਟੇਟਾਂ 'ਚ ਚੋਣ ਮੌਜੂਦਾ ਹੋ ਰਹੀ, ਉਹ ਪੰਜੇ ਦੀਆਂ ਪੰਜੇ ਉਹਨਾਂ ਨੇ ਘੇਰ ਲਈਆਂ ਨੇ। ਹੁਣ ਦੇਖਣਾ ਤੇ ਇਹ ਆ ਕਿ ਵੈਸਟ ਬੰਗਾਲ 'ਚ ਜਿਹੜੀ ਇਹ ਸੋਚਦੇ ਸੀ ਕਿ ਅਸੀਂ ਸੱਤਾ ਦੇ ਵਿੱਚ ਉੱਥੇ ਆਵਾਂਗੇ ਤੇ ਜਿਹੜੀ ਤ੍ਰਿਣਮੂਲ ਕਾਂਗਰਸ ਸੀ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ, ਉਹ ਕਿਸਾਨ ਆਗੂਆਂ ਨੇ ਸਫਲ ਨਹੀਂ ਹੋਣ ਦੇਣਾ, ਜੋ ਹਾਲਾਤ ਬਣਦੇ ਨੇ। ਤੇ ਦੂਸਰੀ ਸਟੇਟ ਜਿਹੜੀ ਸੀਗੀ ਉਹ ਇਹਨਾਂ ਕੋਲੇ ਕੇਰਲ ਸੀ। ਕੇਰਲ 'ਚ ਵੀ ਬਹੁਤ ਦੂਰ ਰਹਿੰਦੇ ਨੇ, ਉੱਥੇ ਲੈਫਟ ਬੈਠੇ ਨੇ, ਉਹਨਾਂ ਨੇ ਸੱਤਾ ਜਿਹੜੀ ਉਹ ਵਾਪਸ ਲੈ ਜਾਣੀ ਹੈ। ਇਹਨਾਂ ਕੋਲ ਕੇਵਲ 2 ਸਟੇਟਾਂ ਨੇ ਜਿਹੜੀਆਂ 'ਚ ਇੱਕ 'ਚ ਇਹ ਕਾਂਗਰਸ ਤੋਂ ਖੋਣ ਜਾ ਰਹੇ ਨੇ, ਉਹ ਪੌਂਡੀਚੇਰੀ ਹੈ ਜਿਹੜਾ ਯੂਨੀਅਨ ਟੈਰੀਟਰੀ ਹੈ, ਤੇ ਦੂਜਾ ਜਿਹੜਾ ਅਸਾਮ ਆ, ਉੱਥੇ ਇਹ ਵਾਪਸੀ ਕਰਨ ਦੀ ਸੋਚ ਰਹੇ ਨੇ। ਬਾਕੀ ਦੀਆਂ ਸਟੇਟਾਂ 'ਚ ਇਹਨਾਂ ਦਾ ਤਿੰਨਾਂ ਦੇ ਵਿੱਚ ਕੋਈ ਬਹੁਤੀ ਗੱਲ ਨਹੀਂ ਲੱਗਦੀ ਕਿ ਜਿੱਥੇ ਇਹ ਸੱਤਾ ਜਿਹੜੀ ਆ ਉਹ ਖੋ ਕੇ ਲੈ ਜਾਣ। ਹੁਣ ਦੇਖਣਾ ਇਹ ਹੈ ਕਿ ਕਿਸਾਨ ਆਗੂਆਂ ਨੇ ਜਿਹੜੀ ਇਸ ਵੇਲੇ ਚਾਲ ਚੱਲੀ ਆ, ਉਹਨਾਂ ਦੀ ਕੇਵਲ ਤੇ ਕੇਵਲ ਇੱਕੋ ਚਾਲ ਆ ਕਿ ਅਸੀਂ ਭਾਰਤ ਭਰ ਦੇ ਵਿੱਚ ਕੇਵਲ ਤੇ ਕੇਵਲ BJP ਦਾ ਵਿਰੋਧ ਕਰਨਾ, ਬਾਕੀ ਕਿਸੇ ਵੀ ਪਾਰਟੀ ਨੂੰ ਜਿਹੜਾ ਜਿੱਥੇ ਮਰਜ਼ੀ ਵੋਟ ਪਾਵੇ, ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ।
ਪਰ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਨਾ। ਟਵਾਣਾ ਸਾਹਿਬ, ਹੁਣ ਪ੍ਰੋਬਲਮ ਕੀ ਇਹਨਾਂ ਸਟੇਟਾਂ ਦੀ? ਇਹਨਾਂ ਸਟੇਟਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਬਹੁਤ ਸਾਰੇ ਧੜਿਆਂ 'ਚ ਬੈਠੀਆਂ ਨੇ। ਉਹ ਭਾਵੇਂ ਆਪਸ 'ਚ ਅਲਾਈਅੰਸ ਕਰਦੀਆਂ ਨੇ, ਪਰ ਅਲੱਗ-ਅਲੱਗ ਰਹਿਣ ਦਾ ਉਹਨਾਂ ਨੂੰ ਨੁਕਸਾਨ ਵੀ ਹੁੰਦਾ। ਜੇ ਉਹ ਯੂਨਾਈਟ ਹੋ ਜਾਣ ਤੇ ਜਿੱਡਾ ਵੱਡਾ ਕਿਸਾਨੀ ਅੰਦੋਲਨ ਆ ਪੂਰੇ ਦੇ ਪੂਰੇ ਭਾਰਤ 'ਚੋਂ ਬੀਜੇਪੀ ਸਾਫ਼ ਕੀਤੀ ਜਾ ਸਕਦੀ, ਪਰ ਬਦਕਿਸਮਤੀ ਸਾਰੇ ਇੱਕ ਜਗ੍ਹਾ ਇਕੱਠੇ ਨਹੀਂ ਹੁੰਦੇ ਤੇ ਇਕੱਠੇ ਨਾ ਹੋਣ ਕਰਕੇ ਇਹ ਸਾਰਾ ਕੁਝ ਵਾਪਰਦਾ ਕਿ ਬੀਜੇਪੀ ਦਾ ਦੁਬਾਰਾ ਦਾ ਜਿਹੜਾ ਉਹ ਲੱਗਦਾ ਤੁਰਿਆ ਜਾ ਰਿਹਾ ਵਾ। ਤੇ ਕਿਸਾਨ ਅੰਦੋਲਨ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਕਿਸਾਨ ਅੰਦੋਲਨ ਦੀ ਕੀ ਦਸ਼ਾ ਤੇ ਦਿਸ਼ਾ ਇਸ ਵਕਤ ਦਿੱਲੀ ਦੇ ਵਿੱਚ ਜਾਂ ਪੰਜਾਬ ਜਾਂ ਦੂਜੇ ਸੂਬਿਆਂ 'ਚ ਚੱਲ ਰਹੀ ਹੈ? ਜੀ ਸੁਰਿੰਦਰ ਜੀ। ਟਵਾਣਾ ਸਾਹਿਬ ਦੇਖੋ, ਉਹਨਾਂ ਨੇ ਇੱਕ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਸੀ ਅੱਜ 2 ਮਾਰਚ ਦੀ, ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਐਲਾਨ ਕਰ ਦਿੱਤੇ ਜਿਹਦੀ ਕਿ ਪਹਿਲਾਂ ਹੀ ਸੰਭਾਵਨਾ ਸੀ ਵੀ ਇਹ ਸਾਰਾ ਕੁਝ ਹੋਏਗਾ। ਉਹ ਵੱਖਰੀ ਗੱਲ ਹੈ ਕਿ ਰਕੇਸ਼ ਟਕੈਤ ਦੇ ਅੰਡਰ ਜਿਹੜੀ ਭਾਰਤੀ ਕਿਸਾਨ ਯੂਨੀਅਨ ਨੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ 22 ਮਾਰਚ ਤੱਕ ਰੈਲੀਆਂ ਰੱਖੀਆਂ ਹੋਈਆਂ ਨੇ ਉਹ ਇਹਦੇ ਤੋਂ ਅਲੱਗ ਨੇ। ਤੇ ਜਿਹੜੀਆਂ ਹੁਣ ਇਹਨਾਂ ਨੇ ਰੱਖੀਆਂ, ਇਹਨਾਂ ਨੇ 6 ਮਾਰਚ ਨੂੰ ਜਿਹੜਾ ਕੁੰਡਲੀ ਮਾਨੇਸਰ ਪਲਵਲ ਰੋਡ ਆ, KMP ਰੋਡ ਬੋਲਿਆ ਜਾਂਦਾ, ਉਹਨੂੰ 11 ਵਜੇ ਤੋਂ ਲੈ ਕੇ ਸ਼ਾਮ ਦੇ ਇਹਨਾਂ ਨੇ 4 ਵਜੇ ਤੱਕ ਜਿਹੜਾ ਉਹਨੂੰ ਇਹਨਾਂ ਨੇ ਜਾਮ ਕਰਨਾ ਵਾ। ਪਹਿਲਾ ਇਹਨਾਂ ਦਾ 6 ਮਾਰਚ ਦਾ ਹੈ। 5 ਮਾਰਚ ਨੂੰ ਇਹਨਾਂ ਨੇ ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਲਈ ਇਹਨਾਂ ਨੇ ਜਿਹੜਾ MSP ਦੇ ਉੱਪਰ ਰੱਫੜ ਚੱਲ ਰਿਹਾ ਕੇਂਦਰ ਸਰਕਾਰ ਦੇ ਨਾਲ, ਉਹਦੇ ਤੇ ਆਉਣਾ, ਕਿਉਂਕਿ ਇਹਨਾਂ ਸਟੇਟਾਂ ਦੇ ਵਿੱਚ ਕਣਕ ਦਾ ਜਿਹੜਾ ਰੇਟ ਆ ਉਹ 1000 ਰੁਪਇਆ ਘਾਟੇ 'ਚ ਵੀ ਕਰਈ ਆ ਤੇ ਕਰਨਾਟਕ 'ਚ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਕਣਕ ਆ ਗਈ ਆ। ਤੇ 5 ਮਾਰਚ ਨੂੰ ਇਹਨਾਂ ਨੇ ਉੱਥੇ ਜਿਹੜੀ ਰੈਲੀ ਆ ਪਹਿਲਾਂ ਉੱਥੇ ਸ਼ੁਰੂ ਕੀਤੀ, ਇੱਕ ਸ਼ਹਿਰ ਚੋਂ ਕਰਕੇ ਤਕਰੀਬਨ ਉੱਥੇ 16-17 ਸ਼ਹਿਰਾਂ ਦੇ ਵਿੱਚ ਇਹਨਾਂ ਦੀਆਂ ਰੈਲੀਆਂ ਜਿਹੜੀਆਂ ਨੇ ਉਹ ਲਗਾਤਾਰ ਨੇ ਕਿ ਭਾਰਤ ਸਰਕਾਰ ਨੂੰ ਜਗਾਉਣਾ ਕਿ ਤੁਸੀਂ MSP ਦਾ ਰੌਲਾ ਪਾਉਂਦੇ ਸੀ ਤੇ MSP ਤਾਂ ਮਿਲ ਨਹੀਂ ਰਹੀ, 1000 ਰੁਪਇਆ ਘਾਟੇ 'ਚ ਕਣਕ ਉੱਥੇ ਜਿਹੜੀ ਉਹ ਵਿਕ ਰਹੀ ਆ। ਇਹ ਤਾਂ ਇਹਨਾਂ ਦੇ ਪ੍ਰੋਗਰਾਮ ਸੀ। 8 ਮਾਰਚ ਦਾ ਜਿਹੜਾ ਕੌਮਾਂਤਰੀ ਮਹਿਲਾ ਦਿਵਸ ਆ, ਉਸ ਦਿਨ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਟੇਜਾਂ ਮਹਿਲਾਵਾਂ ਦੇ ਹਵਾਲੇ ਹੋਣਗੀਆਂ ਤੇ ਇਹਦੇ ਨਾਲ ਹਰ ਮੋਰਚਾ ਜਿਹੜਾ ਉਹਦੇ ਤੇ ਮਹਿਲਾਵਾਂ ਮੋਰੇ ਹੋਣਗੀਆਂ। ਮਤਲਬ ਜਿਹੜੇ ਰੋਡ ਰੋਕੇ ਹੋਏ ਨੇ, ਜਿਹੜੇ ਬਾਕੀ ਟੋਲ ਪਲਾਜ਼ਿਆਂ ਤੇ ਇਹਨਾਂ ਦੇ ਧਰਨੇ ਨੇ ਜਾਂ ਜਿਹੜੇ ਸੈਲੋ ਦੇ ਬਾਹਰ ਲਾਏ ਹੋਏ ਨੇ, ਉਹ ਸਾਰੇ ਦੇ ਸਾਰਿਆਂ ਦੀ ਅਗਵਾਈ ਜਿਹੜੀ ਆ ਉਹ ਔਰਤਾਂ ਦੇ ਕੋਲੇ ਹੋਏਗੀ। 8 ਮਾਰਚ ਦੀ ਜਿਹੜੀ ਆ ਉਹ ਇਹਨਾਂ ਨੇ ਰੱਖੀ। ਇਹਦੇ ਨਾਲ ਹੀ ਟਵਾਣਾ ਸਾਹਿਬ ਇੱਕ ਜਿਹੜੀ ਇਹਨਾਂ ਨੇ ਵੱਡੀ ਕੀਤੀ, ਇੱਕ 12 ਮਾਰਚ ਨੂੰ ਕਲਕੱਤੇ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਆ ਉਹਦਾ ਐਲਾਨ ਕਰ ਦਿੱਤਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ 294 ਅਸੈਂਬਲੀ ਹਲਕੇ ਨੇ ਪੂਰੇ ਵੈਸਟ ਬੰਗਾਲ 'ਚ, ਉਹ ਰੈਲੀ ਜਿਹੜੀ ਆ ਕਲਕੱਤੇ ਰੈਲੀ ਕਰਨ ਤੋਂ ਬਾਅਦ ਇੱਕ ਮਾਰਚ ਸ਼ੁਰੂ ਹੋਏਗਾ ਜਿਹੜਾ 294 ਅਸੈਂਬਲੀ ਹਲਕਿਆਂ 'ਚ ਜਾਏਗਾ। ਉਹ ਉੱਥੋਂ ਦੇ ਲੋਕਲ ਲੋਕਾਂ ਨੇ ਰੱਖੀ ਆ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਉਹਨਾਂ ਨੇ ਸੱਦਾ ਦਿੱਤਾ ਤੇ ਉਹਦੇ ਵਿੱਚ ਜਾ ਕੇ ਉਸ ਤੋਂ ਬਾਅਦ ਉਹ 294 ਹਲਕਿਆਂ 'ਚ ਪਹੁੰਚੇਗੀ ਤੇ ਲੋਕਾਂ ਨੂੰ ਇੱਕੋ ਅਪੀਲ ਕਰੇਗੀ ਕਿ ਬੀਜੇਪੀ ਨੂੰ ਵੋਟ ਨਹੀਂ ਪਾਉਣੀ, ਹੋਰ ਜਿਸ ਮਰਜ਼ੀ ਪਾਰਟੀ ਨੂੰ ਪਾ ਦਿਓ, ਪਰ ਬੀਜੇਪੀ ਤੋਂ ਖਹਿੜਾ ਜਿਹੜਾ ਉਹ ਛਡਾਉਣਾ। ਇਸ ਦੇ ਨਾਲ ਹੀ ਟਵਾਣਾ ਸਾਹਿਬ 15 ਮਾਰਚ ਦੀਆਂ ਜਿਹੜੇ 2 ਵੱਡੇ ਪ੍ਰੋਗਰਾਮ ਨੇ, ਇੱਕ ਤਾਂ ਆ ਗਿਆ ਜਿਹੜੀਆਂ ਟ੍ਰੇਡ ਯੂਨੀਅਨ ਨੇ ਪੂਰੇ ਇੰਡੀਆ ਦੀਆਂ, ਉਹ ਕਿਸਾਨ ਆਗੂਆਂ ਦੀ ਸਪੋਰਟ ਦੇ ਉੱਤੇ ਆ ਗਈਆਂ ਕਿ ਅਸੀਂ ਇਹਨਾਂ ਕਿਸਾਨਾਂ ਦੀ ਮਦਦ ਕਰਾਂਗੇ। ਉਹਨਾਂ ਨੇ ਟ੍ਰੇਡ ਯੂਨੀਅਨ ਸਾਰੀਆਂ ਨੇ ਇਕੱਠੀਆਂ ਹੋ ਕੇ ਜਿੰਨੇ ਵੀ ਰੇਲਵੇ ਸਟੇਸ਼ਨ ਨੇ ਭਾਰਤ ਦੇ ਉਹਨਾਂ ਤੇ ਬਾਕੀ ਸੜਕਾਂ ਜਿਹੜੀਆਂ ਨੇ ਉਹਨਾਂ ਤੇ ਧਰਨੇ ਦੇਣੇ ਆ ਤੇ ਸੰਯੁਕਤ ਕਿਸਾਨ ਮੋਰਚਾ ਉਹਦੀ ਮਦਦ ਕਰੇਗਾ। ਇਹਦੇ ਨਾਲ ਹੀ ਟਵਾਣਾ ਸਾਹਿਬ ਜਿਹੜਾ ਮਵਾਤ ਦਾ ਏਰੀਆ ਪੈਂਦਾ ਜਿਹ 'ਚ ਹਰਿਆਣਾ, ਰਾਜਸਥਾਨ ਤੇ ਆਗਰੇ ਦਾ ਇਹ ਇਧਰਲਾ ਜਿਹੜਾ ਸੈਂਟਰ ਜਿਹੜਾ ਉਹ ਪੈਂਦਾ ਵਾ, ਇਹਦੇ ਵਿੱਚ 15 ਮਾਰਚ ਨੂੰ ਇੱਕ ਬਹੁਤ ਵੱਡੀ ਜਿਹੜੀ ਆ ਉਹ ਮਹਾ ਰੈਲੀ ਜਿਹੜੀ ਉਹ ਰੱਖੀ ਗਈ ਆ ਮਵਾਦ ਦੇ ਏਰੀਏ ਦੀ, ਕਿਉਂਕਿ ਉਹ ਮਵਾਦ ਦਾ ਏਰੀਆ ਜਿਹੜਾ ਜਿਸ ਵੇਲੇ ਬਾਬਰ ਦੇ ਨਾਲ ਵੀ ਲੜਾਈ ਹੋਈ ਸੀ, ਤਕਰੀਬਨ ਮੇਰਾ ਖਿਆਲ ਸ਼ਾਇਦ 1527 ਦੇ ਆਸ-ਪਾਸ ਦੀ ਆ, ਉਹਦਾ ਵੇਰਵਾ ਰੱਖਿਆ ਇਹਨਾਂ ਨੇ ਕਿ ਉਸ ਲੜਾਈ ਜਿਹੜੀ ਸੀਗੀ ਉਸ ਵੇਲੇ ਬਾਬਰ ਨਾਲ ਇਸ ਮਵਾਦ ਦੇ ਏਰੀਏ ਦੀ ਜਿਹੜਾ ਲੜਾਈ ਹੋਈ ਸੀ ਉਹਦੇ ਵਿੱਚ ਆ ਕਿ ਅਸੀਂ ਕਹਿੰਦੇ ਭਾਜਪਾਈਆਂ ਨੂੰ ਦਿਖਾਉਣਾ ਕਿ ਉਸ ਵੇਲੇ ਵੀ ਸਾਡੇ ਲੋਕ ਜਿਹੜੇ ਸੀ ਉਹ ਬਾਬਰ ਦੇ ਵਿਰੁੱਧ ਕਿੱਦਾਂ ਲੜੇ ਸੀਗੇ, ਉਹ ਦਿਖਾਉਣ ਦੇ ਲਈ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਲਾ ਕੇ ਚੱਲੋ ਕਿ ਉਹਨਾਂ ਮਾਰਚ ਦਾ ਅੱਧ ਜਿਹੜਾ ਉਹਦੇ ਤੱਕ ਦਾ ਇਹ ਪੂਰਾ ਆਪਦਾ ਜਿਹੜਾ ਸੀਗਾ ਉਹ ਤਾਣਾ ਬਾਣਾ ਬੁਣ ਲਿਆ ਕਿ ਅਸੀਂ 15 ਮਾਰਚ ਤੱਕ ਇਹ ਸਾਰਾ ਕੁਝ ਜਿਹੜਾ ਕਰਨਾ। ਤੇ ਇਸ ਤੋਂ ਅਗਲਾ ਜਿਹੜਾ ਉਹਨਾਂ ਨੇ ਪੰਜਾਬ ਜਿੱਦਾਂ ਲਾ ਲਓ, ਹਰਿਆਣਾ ਲਾ ਲਓ
ਜਿਹੜਾ ਵੈਸਟਰਨ ਸੈਂਟਰਲ ਯੂਪੀ ਆ ਲਾ ਲਓ, ਰਾਜਸਥਾਨ ਲਾ ਲਓ, ਉਹਦੇ ਨਾਲ ਹੀ ਟਵਾਣਾ ਸਾਹਿਬ ਜਿੱਦਾਂ ਆਪਣਾ ਉੱਤਰਾਂਚਲ ਆ, ਇੱਥੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਪਹਿਲਾਂ 7 ਜਾਂ 10 ਵਿਅਕਤੀ ਇੱਕ ਪਿੰਡ ਚੋਂ ਜਾਂਦੇ ਸੀ, ਉਹ ਗਿਣਤੀ ਵਧਾ ਕੇ ਉਹਨਾਂ ਨੇ 20 ਦੀ ਕਰਤੀ ਆ, ਮਿਨੀਮਮ 20 ਕਰਤੀ ਆ, ਵੱਧ ਜਿੰਨੇ ਮਰਜ਼ੀ ਆ ਜਾਣ। ਤੇ ਉਹਨਾਂ ਦਾ 1 ਹਫ਼ਤੇ ਦਾ ਟਾਈਮ ਦਿੱਤਾ। 1 ਹਫ਼ਤਾ ਜੇ ਪਹਿਲੇ 20 ਰਹਿਣਗੇ ਤੇ ਦੂਸਰੇ ਉੱਥੇ 20 ਜਾਣਗੇ ਤੇ ਪਹਿਲੇ 20 ਵਾਪਸ ਆਉਣਗੇ। ਜਿਹੜਾ ਟਰੈਕਟਰ ਟਰਾਲੀ ਉੱਥੇ ਲੱਗਾ ਉਹ ਪੱਕੇ ਤੌਰ ਤੇ ਉੱਥੇ ਹੀ ਲੱਗਿਆ ਰਹੇਗਾ ਤੇ ਪੂਰਾ ਪਿੰਡ ਜਿਹੜਾ ਉਹ ਜਿਹਦਾ ਵੀ ਟਰੈਕਟਰ ਟਰਾਲੀ ਉੱਥੇ ਜੇ 1 ਲੱਗਿਆ, 2 ਲੱਗੇ ਜਾਂ 4 ਲੱਗੇ, ਉਹਨਾਂ ਦਾ ਕੰਮਕਾਜ ਬਾਕੀ ਸਾਰੇ ਰਲ ਕੇ ਨਿਪਟਾਉਣਗੇ। ਤੇ ਜਿਹੜੇ ਵੀ ਉੱਥੇ ਧਰਨੇ ਤੇ ਬੈਠੇ ਹੋਣਗੇ ਉਹਨਾਂ ਦੇ ਮਗਰ ਫਸਲ ਸਾਂਭਣ ਦਾ ਕੰਮ ਜਿਹੜਾ ਉਹ ਬਾਕੀ ਸਾਰਾ ਪਿੰਡ ਰਲ ਕੇ ਕਰੇਗਾ। ਇਹ ਉਹਨਾਂ ਨੇ ਇਹਨਾਂ ਸਟੇਟਾਂ ਨੂੰ ਸੱਦਾ ਦੇ ਦਿੱਤਾ ਤੇ ਲੋਕਾਂ ਨੇ ਤਕਰੀਬਨ ਪਿੰਡਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਆਪਣੇ ਹਿਸਾਬ ਨਾਲ ਤਿਆਰੀਆਂ ਜਿਹੜੀਆਂ ਉਹ ਖਿੱਚ ਲਈਆਂ ਨੇ ਤੇ ਲੋਕਾਂ ਦੀ ਆਮਦ ਜਿਹੜੀ ਉੱਥੇ ਦਿਨੋਂ ਦਿਨ ਜਿਹੜੀ ਆ ਉਹ ਵੱਧਦੀ ਤੁਰੀ ਜਾ ਰਹੀ। ਉਹ ਵੱਖਰੀ ਗੱਲ ਆ ਕਿ ਡੈਂਟ ਪਾਉਣ ਵਾਲੇ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਟਵਾਣਾ ਸਾਹਿਬ ਜਿਸ ਤਰੀਕੇ ਦੇ ਨਾਲ ਉੱਥੇ ਆਮਦ ਵੱਧ ਰਹੀ ਆ, ਮਹਾ ਰੈਲੀਆਂ ਹੋ ਰਹੀਆਂ, ਰੈਲੀਆਂ 'ਚ ਇਕੱਠ ਏਡੇ ਵੱਡੇ ਹੋ ਰਿਹਾ। ਜੀ ਸੁਰਿੰਦਰ ਜੀ, ਇਸ ਵਕਤ ਆਪਣੇ ਨਾਲ ਕੁਲਦੀਪ ਸਿੰਘ ਮੋਗਾ ਤੋਂ ਜੁੜੇ ਨੇ। ਕੁਲਦੀਪ ਸਿੰਘ ਜੀ, ਤੁਸੀਂ ਆਨ 에ਅਰ ਹੋ, ਵੈਲਕਮ ਜੀ। ਧੰਨਵਾਦ, ਮਿਹਰਬਾਨੀ। ਕੁਲਦੀਪ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਜੀ ਆਪਣਾ ਸਰ, ਜਿਸ ਤਰ੍ਹਾਂ ਅੱਜ ਸਰਕਾਰਾਂ ਹੈਗੀਆਂ, ਦੇਖੋ ਜਿਹੜੀ ਵੀ ਲੀਡਰਸ਼ਿਪ ਕੋਈ ਵੀ ਕਿਸੇ ਵੀ ਪਾਰਟੀ ਦੀ ਹੈਗੀ ਹੈ, ਜਿਹੜੇ ਲੀਡਰ ਲੋਕ ਹੈਗੇ ਆ, ਇਹਨਾਂ ਨੇ ਹੁਣ ਇਹ ਇੱਕ ਧੰਦਾ ਬਣਾ ਰੱਖਿਆ। ਇਹਨੂੰ ਅਸੀਂ ਰਾਜਨੀਤੀ ਨਹੀਂ ਕਹਿ ਸਕਦੇ, ਇੱਕ ਪੇਸ਼ਾ ਬਣ ਕੇ ਰਹਿ ਗਿਆ। ਲੱਖ ਰੁਪਏ, ਕਰੋੜ ਰੁਪਇਆ ਲਾਓ ਤੇ ਪਤਾ ਨਹੀਂ ਕਿੰਨੇ ਨੇਕਾਂ ਕਮਾ ਲਓ। ਠੀਕ ਹੈ ਜੀ। ਕੋਈ ਸੇਵਾ ਕਰਨੀ ਕੌਣ ਹੈ? ਕਿਹੜਾ ਕਹਿੰਦਾ ਵੀ ਕਿਹੜਾ ਇੰਨਾ ਵਿਹਲਾ ਵੀ ਪੈਸੇ ਲਾ ਕੇ ਕਰੋੜਾਂ ਰੁਪਏ ਦਾਰੂ ਪਿਆ ਕੇ ਲੋਕਾਂ ਨੂੰ ਤੇ ਵੀ ਅਸੀਂ ਸੇਵਾ ਕਰਨ ਜਾਈਏ। ਦੂਜੀ ਜਿਹੜੀ ਸਰਕਾਰ ਹੈਗੀ ਹੈ, ਮੈਨੂੰ ਲੱਗਦਾ ਇੱਕ ਵਿਸ਼ਵ ਦੀ ਸਭ ਤੋਂ ਨਕੰਮੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈਗੀ ਹੈ। ਠੀਕ ਹੈ ਜੀ। ਰੁਜ਼ਗਾਰ ਨਾਂ ਦੀ ਰੁਜ਼ਗਾਰ ਮੰਗੋ ਤਾਂ ਮੰਦਰ ਆ ਜਾਂਦਾ। ਹਰ ਕੰਮ ਹਿੰਦੂ ਮੁਸਲਿਮ ਜਾਂ ਹਿੰਦੁਸਤਾਨ ਪਾਕਿਸਤਾਨ। ਠੀਕ ਹੈ ਜੀ। ਇਹ ਦੇਖੋ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨੂੰ ਕਿਸੇ ਨਾਲ ਕੋਈ ਮਹਿੰਗਾਈ ਕਿੰਨੀ ਹੈਗੀ ਹੈ। ਇਹੀ ਜਿਹੜੇ ਮੋਦੀ ਸਾਹਿਬ ਸੀਗੇ, ਇਹਨਾਂ ਨੇ 2014 ਦੇ ਵਿੱਚ ਕਿਹਾ ਸੀ ਕਿ ਜਿਹੜਾ ਰੁਪਇਆ ਹੈ ਉਹ ਕਦੋਂ ਗਿਰਦਾ ਹੈ? ਜਦੋਂ ਸਰਕਾਰ ਭ੍ਰਸ਼ਟ ਹੋਵੇ ਤੇ ਜਿਹੜੀ ਹੈ ਨਕੰਮੀ ਹੋਵੇ। ਤੇ ਉਹਦੇ ਤੇ ਅੱਜ ਇਹ ਸਰਕਾਰ ਨੇ ਮੋਹਰ ਲਾਤੀ ਹੈ। ਬਾਕੀ ਭ੍ਰਸ਼ਟਾਂ ਦੀ, ਭ੍ਰਸ਼ਟਾਚਾਰੀਆਂ ਦੀ ਤੇ ਨਕੰਮਿਆਂ ਦੀ ਇਹ ਸਰਕਾਰ ਹੈਗੀ ਹੈ। ਠੀਕ ਹੈ ਜੀ। ਹੁਣ ਲੋਕਾਂ ਨੂੰ ਕਦੋਂ ਤੱਕ ਅਸੀਂ ਬੇਵਕੂਫ ਬਣਾ ਲਾਂਗੇ ਧਰਮ ਦੇ ਨਾਂ ਤੇ? ਠੀਕ ਹੈ ਜੀ। ਅਸੀਂ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਆ, ਸਾਡੀਆਂ ਭਾਵਨਾਵਾਂ, ਅਸੀਂ ਕਿਸੇ ਵੀ ਰੂਪ ਚ ਗੁਰੂ ਦਾ ਨਾਂ ਲੈਂਦੇ, ਰਾਮ ਰਾਮ ਕਹਿੰਦੇ ਜਾਂ ਸਤਿਨਾਮ ਵਾਹਿਗੁਰੂ ਕਹਿੰਦੇ। ਉਹਦੇ ਨਾਲ ਸਾਡੇ ਮਨ ਨੂੰ ਤਾਂ ਸੰਤੁਸ਼ਟੀ ਮਿਲ ਸਕਦੀ ਹੈ, ਪਰ ਸਾਡਾ ਢਿੱਡ ਨਹੀਂ ਭਰਨਾ। ਢਿੱਡ ਜਿਹੜਾ ਸਾਡਾ ਹੈਗਾ ਰੋਟੀ ਨਹੀਂ ਭਰਨਾ ਹੈਗਾ। ਤੇ ਇਹ ਲੋਕਾਂ ਤੋਂ ਅੱਜ ਕੱਲ ਰੋਟੀ, ਕੱਪੜਾ ਔਰ ਮਕਾਨ, ਜਿਹੜੀ ਚੀਜ਼ ਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਹਦੇ ਤੇ ਕੰਮ ਨਹੀਂ ਕਰਦੇ। ਠੀਕ ਹੈ ਜੀ। ਅੱਜ ਦੇਖੋ, ਇੱਕ ਤਾਂ ਪਹਿਲਾਂ ਮਹਾਮਾਰੀ ਹੈ, ਇਹ ਕਰੋਨਾ ਦੇਖੋ ਜੀ, ਕੋਈ ਸਰਕਾਰੀ ਕਰੋਨਾ ਮੈਂ ਕਹੂੰਗਾ। ਇਹ ਕੋਈ ਕਰੋਨਾ ਚਲੋ ਮਹਾਮਾਰੀ ਹੈਗੀ ਵੀ ਹੈ, ਪਰ ਜਿਸ ਤਰ੍ਹਾਂ ਸਰਕਾਰ, ਪੰਜਾਬ ਸਰਕਾਰ ਹੋਈ ਜਾਂ ਸੈਂਟਰ ਸਰਕਾਰੀ, ਜਿਸ ਤਰ੍ਹਾਂ ਇਹ ਮਹਾਮਾਰੀ ਦਾ ਇਹਨਾਂ ਲੋਕਾਂ ਨੇ ਇਸਤੇਮਾਲ ਕੀਤਾ, ਮੈਂ ਕਹਿੰਦਾ ਹੈਰਾਨ ਆ ਸੀ ਇਹਨਾਂ ਤੇ। ਸਾਡੀ ਜਿਹੜੀ ਵੈਕਸੀਨ ਹੈਗੀ ਹੈ ਉਹ ਤਾਂ ਬਾਹਰਲੇ ਦੇਸ਼ਾਂ 'ਚ ਜਾ ਰਹੀ ਹੈ ਬਣ ਕੇ ਕਰੋਨਾ ਦੀ, ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕਡਾਊਨ ਲਾ ਰਹੇ ਹਾਂ। ਇਹ ਦੇਖੋ ਨਕੰਮਪੁਣਾ ਇਹਨਾਂ ਦਾ। ਠੀਕ ਹੈ ਜੀ। ਕਰੋਨਾ ਉੱਥੇ ਹੀ ਹੁੰਦਾ ਜਿੱਥੇ ਕੀ ਇਹ ਚੋਣਾਂ ਹੈ ਨਹੀਂ ਗੀਆਂ। ਠੀਕ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ ਜਾਂ ਹੋਰ ਵੀ ਜਿਹੜੇ 5 ਰਾਜਾਂ ਦੇ ਵਿੱਚ ਹੋ ਰਹੀਆਂ, ਉੱਥੇ ਕਰੋਨਾ ਗਾਇਬ ਹੈ। ਠੀਕ ਹੈ ਜੀ। ਅੰਦੋਲਨ ਚੱਲ ਰਿਹਾ, ਅੰਦੋਲਨ ਨੂੰ ਇਹ ਬਸ ਕਿਤੇ ਨਾ ਕਿਸੇ ਪਾਸੇ ਸਿਰੇ ਲਾਉਣ ਲਈ ਇਹਨਾਂ ਦੀ ਚਾਲ। ਅੱਜ ਲੋਕ ਜਾਗ ਪਏ ਆ, ਹਰ ਪਾਸੇ ਅੰਦੋਲਨ ਚੱਲ ਰਿਹਾ, ਜਿਹੜੀ ਮਰਜ਼ੀ ਸਟੇਟ ਦੇ ਵਿੱਚ ਲੋਕ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਮਹਿੰਗਾਈ ਦੀ ਮਾਰ ਲੋਕਾਂ ਦੇ ਉੱਪਰ ਮਾਰੀ ਹੈ, ਲੋਕ ਹੁਣ ਹਿੱਲ ਪਏ ਆ। ਲੋਕ ਕੀ ਕਰਨ, ਕਿੱਧਰ ਨੂੰ ਜਾਣ? ਲੋਕ ਤਾਂ ਭੁੱਖੇ ਮਰ ਰਹੇ ਹੈਗੇ। ਹੁਣ ਇੱਕ ਪਾਸੇ ਉਜਵਲਾ ਯੋਜਨਾ ਦੇ ਤਹਿਤ ਇਹ ਸਿਲੰਡਰ ਮੁਫਤ ਦਿੰਦੇ ਆ ਅੱਜ ਤੋਂ 1 ਸਾਲ ਜਾਂ 1.5 ਸਾਲ ਪਹਿਲਾਂ, ਤੇ ਅੱਜ ਉਹ ਲੋਕ ਇਹਨਾਂ ਨੂੰ ਇੰਨੇ ਅਮੀਰ ਲੱਗਣ ਲੱਗ ਗਏ ਕਿ ਸਿਲੰਡਰ ਕਹਿੰਦੇ ਜੀ 900 ਦਾ ਲੈ ਲਓ। ਉਸ ਟਾਈਮ ਤੇ 400 ਦਾ ਲੋਕ ਲੈ ਰਹੇ ਸੀ ਤੇ ਅੱਜ ਉਹਨਾਂ ਦੀ ਜੇਬ ਚੋਂ 900 ਰੁਪਇਆ ਕਢਵਾ ਰਹੇ ਆ। ਜੀ ਥੈਂਕ ਯੂ। ਇੰਨੇ ਲੋਕ ਇਹਨਾਂ ਤੁਰਤੇ ਪਏ ਆ। ਇਹ ਸਰਕਾਰ ਦਾ ਤਾਂ ਮੈਨੂੰ ਲੱਗਦਾ ਹੁਣ ਸ਼ਾਇਦ ਖਾਤਮਾ ਹੀ ਹੋ ਜੇ ਤਾਂ ਚੰਗਾ, ਕਿਉਂਕਿ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨਹੀਂ ਚਾਹੀਦੀਆਂ ਲੋਕਾਂ ਨੂੰ। ਮਿਹਰਬਾਨੀ। ਸੋ ਬਿਲਕੁਲ ਲੋਕਾਈ ਦਾ ਦਰਦ ਹੈ, ਬਾਈ ਜੀ ਨੇ ਕੀਤਾ ਸਾਂਝਾ। ਸੋ ਤੁਸੀਂ ਵੀ ਕਾਲ ਕਰਨੀ ਹੈ 98 763 096 55 ਤੇ ਸਿੰਪਲ ਕਾਲ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ।
ਤੇ ਸੁਰਿੰਦਰ ਜੀ, ਗੱਲ ਦਰੁਸਤ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਮਹਿੰਗਾਈ ਛੜੱਪੇ ਮਾਰ ਕੇ ਵੱਧ ਰਹੀ ਹੈ, ਲੋਕਾਂ ਕੋਲੋਂ ਰੁਜ਼ਗਾਰ ਖੁੱਸ ਲਿਆ। ਅੱਜ ਭਾਰਤ ਸਰਕਾਰ ਦਾ ਇਹ ਬਿਆਨ ਵੀ ਆ ਗਿਆ ਕਿ ਲੋਕ ਸਭਾ ਤੇ ਰਾਜ ਸਭਾ ਜਿਹੜਾ ਟੀਵੀ ਹੈ, ਇੱਕ ਸਾਬਕਾ IAS ਅਧਿਕਾਰੀ ਨੂੰ ਉਹਦਾ ਇੰਚਾਰਜ ਬਣਾ ਦਿੱਤਾ, CEO ਲਾ ਦਿੱਤਾ, ਤੇ ਲੋਕ ਸਭਾ ਤੇ ਰਾਜ ਸਭਾ ਟੀਵੀ ਦੋਨੇ ਅੱਡ-ਅੱਡ ਸੀ, ਇਕੱਠੇ ਕਰ ਦਿੱਤੇ ਜਾਣਗੇ। ਇਹਦੇ ਨਾਲ ਕਹਿੰਦੇ ਸਰਕਾਰ ਦਾ ਖਰਚਾ ਬਚੇਗਾ ਤੇ ਸਟਾਫ ਘਟੇਗਾ। ਤੇ ਸਰਕਾਰੀ ਜੋਬਾਂ ਪਹਿਲਾਂ ਹੀ ਨਹੀਂ, ਮੀਡੀਏ ਤੇ 40,000 35-40,000 ਬੰਦਾ ਪ੍ਰਾਈਵੇਟ ਸੈਕਟਰ 'ਚੋਂ ਫੇਲ ਹੋ ਚੁੱਕਾ। ਜਿਹੜਾ ਮਾੜਾ ਮੋਟਾ ਮੀਡੀਆ ਚੱਲਦਾ ਦਬਕੇ ਮਾਰ ਕੇ ਉਹਨੂੰ ਬੰਦ ਕਰਾਈ ਜਾਂਦੇ ਨੇ। ਇਸ ਦੌਰਾਨ ਜੇ ਦੇਖਿਆ ਜਾਵੇ, ਇਸ ਕਰੋਨਾ ਦੌਰਾਨ ਜਿਹੜੀ ਬਿਮਾਰੀ ਨੂੰ ਜਿਹਨੂੰ ਮਹਾਮਾਰੀ ਬਣਾ ਕੇ ਪੇਸ਼ ਕੀਤਾ, ਭਾਰਤ ਦੇ 40 ਹੋਰ ਭਾਰਤੀ ਅਰਬਪਤੀ ਬਣ ਗਏ ਨੇ। ਇੱਕ ਨਵੀਂ ਸੂਚੀ ਆਈ ਹੈ ਜਿਸ ਦੇ ਵਿੱਚ 177 ਲੋਕ ਸ਼ਾਮਲ ਨੇ। ਹੋਰਨ ਗਲੋਬਲ ਉਹਦੀ ਰਿਪੋਰਟ ਦੇ ਮੁਤਾਬਕ ਰਿਲਾਇੰਸ ਦੇ ਮੁਖੀ ਮੁਕੇਸ਼ ਅੰਬਾਨੀ 83 ਅਰਬ ਡਾਲਰ ਦੀ ਜਾਇਦਾਦ ਨਾਲ ਸਭ ਤੋਂ ਜ਼ਿਆਦਾ ਅਮੀਰ ਭਾਰਤੀ ਨੇ। ਤੇ ਇਸ 2020 ਦੇ ਕਰੋਨਾ ਪੀਰੀਅਡ ਦੇ ਦੌਰਾਨ ਉਹਨਾਂ ਦੀ ਜਾਇਦਾਦ 24% ਵਧੀ ਹੈ। ਕੌਮਾਂਤਰੀ ਅਮੀਰੀ 'ਚ ਭਾਵੇਂ ਉਹ 5ਵੇਂ ਤੋਂ 8ਵੇਂ ਸਥਾਨ 'ਤੇ ਚਲੇ ਗਏ ਨੇ, ਪਰ ਇਸ ਦੌਰਾਨ ਗੁਜਰਾਤ ਦੇ ਗੌਤਮ ਅਡਾਨੀ, ਜਿਹਦੇ ਪ੍ਰਾਈਵੇਟ ਜੈਟ 'ਚ ਬੈਠ ਕੇ ਪ੍ਰਧਾਨ ਮੰਤਰੀ ਸਹੁੰ ਚੁੱਕਣ ਆਏ ਸੀ, CM ਤੋਂ PM ਬਣੇ ਨੇ, ਉਹ ਗੌਤਮ ਅਡਾਨੀ ਦੀ ਜਾਇਦਾਦ ਮਹਾਮਾਰੀ ਦੇ ਦੌਰਾਨ ਪਤਾ ਕਿੰਨੀ ਵਧੀ ਹੈ? ਦੁੱਗਣੀ ਹੋਈ ਹੈ ਲਗਭਗ। ਇਹਨਾਂ ਕੋਲ ਕਿਹੜੀ ਗਿੱਦੜ ਸੱਗੀ ਹੈ? ਇਸ ਵਕਤ 32 ਅਰਬ ਡਾਲਰ ਦਾ ਮਾਲਕ ਹੈ ਜਿਹੜਾ ਗੌਤਮ ਅਡਾਨੀ ਬਣ ਗਿਆ। ਉਹ 20ਵੇਂ ਸਥਾਨ ਤੋਂ ਛਾਲ ਮਾਰ ਕੇ 48ਵੇਂ ਸਥਾਨ 'ਤੇ ਅਮੀਰਾਂ ਦੇ ਵਿੱਚ ਆ ਗਿਆ। ਇਸੇ ਦੌਰਾਨ ਉਹਦਾ ਜਿਹੜਾ ਭਰਾ ਆ ਵਿਨੋਦ, ਇਹਦਾ ਵੀ ਪਹਿਲੀ ਵਾਰੀ ਨਾਂ ਸਾਹਮਣੇ ਆਇਆ ਇਸ ਲਿਸਟ ਦੇ ਵਿੱਚ। ਵਿਨੋਦ ਦੀ ਜਾਇਦਾਦ 128% ਵੱਧ ਕੇ 9.8 ਅਰਬ ਡਾਲਰ ਹੋ ਗਈ ਇਸ। ਤੇ ਇਸ ਦੌਰਾਨ ਜਿਹੜਾ ITC ਕੰਪਨੀ ਹੈ HCL, ਉਹਦਾ ਸ਼ਿਵਨਾਦਰ ਭਾਰਤ ਦਾ ਤੀਜਾ ਅਮੀਰ ਹੈ, 27 ਅਰਬ ਡਾਲਰ। ਜਾਣੀ ਕਰੋਨਾ ਦੇ ਦੌਰਾਨ ਇਹ 40 ਭਾਰਤੀ ਹੋਰ ਅਰਬਾਂਪਤੀ ਹੋ ਗਏ ਨੇ। ਤੇ ਆਮ ਲੋਕਾਂ ਨੂੰ ਸਿਲੰਡਰਾਂ ਦੇ ਵਿੱਚ ਮਾਰਿਆ ਜਾ ਰਿਹਾ। 2 ਕਾਲ ਲਵਾਂਗਾ ਮੈਂ, ਉਸ ਤੋਂ ਬਾਅਦ ਸੁਰਿੰਦਰ ਜੀ ਨਾਲ ਗੱਲ ਕਰਦੇ ਹਾਂ। ਬਾਈ ਜੀ ਤੁਸੀਂ ਔਨ 에ਅਰ ਹੋ, ਵੈਲਕਮ। ਹੈਲੋ, ਹੋਲਡ ਬਾਈ ਜੀ, ਤੁਸੀਂ ਗੱਲ ਕਰੋ ਪਲੀਜ਼, ਔਨ 에ਅਰ ਹੋ ਤੁਸੀਂ। ਹੈਲੋ ਬਾਈ ਜੀ, ਗੱਲ ਕਰੋ ਤੁਸੀਂ। ਟਿਵਾਣਾ ਜੀ, ਹਾਂਜੀ ਟਿਵਾਣਾ ਜੀ, ਮੈਂ ਗੱਲ ਕਰਨੀ ਜੀ ਜਿਹੜੀ ਹਾਂਜੀ ਮੈਂ ਜਿਹੜੇ ਕਿਸਾਨੀ ਦੇ ਨਾਂ ਦੇ ਉੱਤੇ ਜੀ ਜਿਹੜੇ ਇਹ ਗੁੰਡਾਗਰਦੀ ਕਰਦੇ ਪਏ ਬੰਦੇ, ਉਹਨਾਂ ਬਾਰੇ ਕੋਈ ਨਹੀਂ ਬੋਲ ਰਿਹਾ। ਜਦੋਂ ਵੀ ਕੋਈ ਕੌਣ ਗੁੰਡਾਗਰਦੀ ਕਰਦੇ ਆ ਦੱਸੋ, ਖੁੱਲ ਕੇ ਦੱਸੋ। ਅਮਿਤ, ਏਦਾਂ ਨਹੀਂ, ਮਤਲਬ ਕਿਹਨੇ ਕਿੱਥੇ ਗੁੰਡਾਗਰਦੀ ਕੀਤੀ ਹੈ? ਹਾਂਜੀ, ਆ ਜਿਹੜੀ ਬੰਬਈ ਦੇ ਵਿੱਚ ਜਿਹੜੀ ਨਿਹੰਗ ਨੇ, ਜਿਹੜੀ ਅਜੇ ਦੇਵਗਨ ਦੀ ਕਾਰ ਰੋਕੀ, ਇੱਥੇ ਕੈਨੇਡਾ ਰੈਲੀ ਦੇ ਵਿੱਚ ਜਿਹੜਾ ਇੱਕ ਜਿਹੜੇ ਸਾਡੇ ਜਿਹੜੇ ਪ੍ਰੋ ਇੰਡੀਅਨ ਨੇ ਉਹਨਾਂ ਨੇ ਰੈਲੀ ਕੀਤੀ ਤੇ ਉਹ ਤਿਰੰਗਾ ਯਾਤਰਾ ਕੱਢੀ। ਉਹਦੇ ਵਿੱਚ ਇੱਕ ਉਹਨਾਂ ਨੂੰ ਕਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਧੱਕਾ ਮਾਰ ਕੇ ਸਿੱਟਿਆ ਗਿਆ ਰੈਲੀ ਦੇ ਵਿੱਚ। ਆਹ ਗੁੰਡੇ ਜਿਹੜੇ ਇੱਥੇ ਖਾਲਿਸਤਾਨੀ ਇਕੱਠੇ ਹੋਏ ਆ ਕਿਸਾਨੀ ਦੇ ਨਾਂ ਦੇ ਉੱਤੇ। ਤੇ ਅੱਜ ਦੀ ਜਿਹੜੀ ਘਟਨਾ ਜਿਹੜੀ ਬੰਬੇ ਦੇ ਵਿੱਚ ਜਿਹੜਾ ਨਿਹੰਗ ਕਾਰ ਰੋਕਦਾ, ਇਹ ਸ਼ਰੇਆਮ ਏਦਾਂ ਦੇ ਗੁੰਡੇ ਜਿਹੜੇ ਤੁਸੀਂ ਬਾਕੀਆਂ ਨੂੰ ਜਿਹੜੇ ਜੇ ਕੋਈ ਉਹ ਜਿਹੜੀ ਬਹੁਤ ਗਿਣਤੀ ਕੋਈ ਮਾੜੀ ਜੀ ਹਰਕਤ ਕਰਦਾ ਉਹਨੂੰ ਬੜਾ ਤੁਸੀਂ ਪ੍ਰਚਾਰਿਆ ਜਾਂਦਾ ਇੱਧਰ ਲੋਕਾਂ ਵੱਲੋਂ ਜੀ ਕਿੱਧਰ ਨੂੰ ਜੀ ਇਹ ਤਾਂ ਭਾਰਤ ਟੁੱਟ ਜਾਏਗਾ। ਆਹ ਜਿਹੜੇ ਗੁੰਡੇ ਇਕੱਠੇ ਹੋ ਕੇ ਏਦਾਂ ਦੀਆਂ ਹਰਕਤਾਂ ਕਰਦੇ ਨੇ ਕਿਸਾਨੀ ਦੇ ਨਾਂ ਥੱਲੇ, ਇਹਨਾਂ ਬਾਰੇ ਸਾਰੇ ਚੁੱਪ ਹੋ ਜਾਂਦੇ, ਸੈਕੂਲਰ ਵੀ। ਇਹ ਬੜੀ ਖਤਰਨਾਕ ਜੀ ਵਰਤੀ ਹੈ। ਤੇ ਟਵਾਣਾ ਜੀ ਇਹਨਾਂ ਬਾਰੇ ਵੀ ਅਸੀਂ ਨਹੀਂ ਚੁੱਪ ਤੁਸੀਂ ਨਿਰਪੱਖ ਚੱਲਦੇ ਹੋ, ਤੁਸੀਂ ਨਿਰਪੱਖ ਚੱਲਦੇ ਹੋ। ਤੁਹਾਡੇ ਤੇ ਸਾਨੂੰ ਬੜਾ ਤੁਹਾਡੀ ਪੱਤਰਕਾਰੀ ਨੂੰ ਸਲਾਮ ਕਰਦਾ, ਤੁਸੀਂ ਬੋਲਿਆ ਕਰੋ। ਜਿਹੜੇ ਇਹ ਵੀ ਉਸੇ ਕੈਟਾਗਰੀ ਦੇ ਬੰਦੇ ਨੇ। ਅਮਿਤ, ਕੱਲ ਵੀ ਗੱਲ ਹੋਈ ਆ, ਕੱਲ ਵੀ ਕੋਈ ਵੀਰ ਦਾ US ਤੋਂ ਫੋਨ ਆਇਆ ਸੀਗਾ ਕਿ US ਦੇ ਵਿੱਚ ਨਿਊਯਾਰਕ ਜਾਂ ਹੋਰ ਜਗ੍ਹਾ ਕੋਈ ਰੈਲੀ ਸੀ, ਉੱਥੇ ਕੁਝ ਲੋਕਾਂ ਨੇ ਆਪਣੀ ਯਾਤਰਾ ਕੱਢੀ ਤੇ ਸਾਡੇ ਲੋਕਾਂ ਨੇ ਜਿਹੜੇ ਟੀਨਏਜਰ ਮੁੰਡੇ ਸੀ ਉਹ ਬਾਕੀ ਤਾਂ ਚਲੇ ਗਏ ਤੇ 1-2 ਜਿਹੜੇ ਫਸ ਗਏ ਉਹਨਾਂ ਨੂੰ ਕਾਫੀ ਉੱਚਾ ਨੀਚਾ ਬੋਲਿਆ। ਮੈਂ ਕੱਲ ਵੀ ਆਖਿਆ ਸੀ ਕਿ ਨਹੀਂ ਹੋਣਾ ਚਾਹੀਦਾ, ਇੱਦਾਂ ਕਿਸੇ ਨੂੰ ਜਲੀਲ ਨਹੀਂ ਕਰਨਾ ਚਾਹੀਦਾ। ਉਹ ਗੱਲ ਗਲਤ ਹੈ, ਭਾਵੇਂ ਕੋਈ ਵੀ ਕਰਦਾ ਹੈ ਨਾ। ਉਹ ਮੈਂ ਤਾਂ ਕੱਲ ਵੀ ਆਖਿਆ ਸੀ, ਪਰ ਇਹ ਭਾਵੇਂ ਬਾਲੀਵੁੱਡ ਹੁਣ ਅਜੇ ਦੇਵਗਨ ਚਾਹੇ ਕੋਈ ਬੰਦਾ ਮੇਰੀ ਵੀ ਮਤ ਕਾਨੂੰਨ ਦੇ ਬਿੱਲਾਂ ਦੇ ਮੈਨੂੰ ਸਹੀ ਲੱਗਦੇ, ਜੇ ਮੈਨੂੰ ਸਹੀ ਲੱਗਦੇ ਆ ਮੈਂ ਉਹਨਾਂ ਦੇ ਪੱਖ ਵਿੱਚ ਵੀ ਹੋ ਸਕਦਾ। ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਆਪਣੀ ਵਿਚਾਰਧਾਰਾ ਖਤਮ ਕਰ ਲਾਂ ਜਾਂ ਮੈਨੂੰ ਵਿਚਾਰ ਰੱਖਣ ਦੀ ਆਜ਼ਾਦੀ ਨਹੀਂ। ਵੀ ਇਹ ਤਾਂ ਫਿਰ ਉਹੀ ਗੱਲ ਹੋ ਗਈ, ਜੋ ਸੰਗੀ ਕਰਦੇ ਆ ਉਹੀ ਖਾਲਿਸਤਾਨੀ ਜਾਂ ਇਹ ਗੁੰਡਾਗਰਦੀ ਵਾਲੇ ਕਰਦੇ। ਫਿਰ ਤਾਂ ਇਹਨਾਂ 'ਚ ਕੋਈ ਫਰਕ ਹੀ ਨਾ ਰਿਹਾ। ਫਿਰ ਯਾਨੀ ਕਿ ਨਾ ਇੱਕ ਬੈਲੈਂਸ ਸਾਨੂੰ ਰੱਖਣਾ ਪਏਗਾ। ਇੱਕ ਪਾਸੇ ਤਾਂ ਅਸੀਂ ਉਹ ਕਹਿੰਦੇ ਆ ਜੀ ਇਹ ਬੰਦੇ ਇੰਡੀਆ ਨੂੰ ਤੋੜ ਦੇਣਗੇ, ਇਹ ਜਿਹੜੀ ਮੋਦੀ ਸਰਕਾਰ ਦੇ, ਤੁਸੀਂ ਤੁਹਾਡਾ ਲੈਣਾ ਕੀ ਕਰ ਰਿਹਾ? ਤੁਸੀਂ ਵੀ ਤਾਂ ਉਸੇ ਕੈਟਾਗਰੀ ਦੇ ਬੰਦੇ ਹੋ। ਉਹ ਤਾਂ ਸਾਨੂੰ ਪਹਿਲਾਂ ਤੋਂ ਹੀ ਪਤਾ ਵਾ। ਜਿਹੜੇ 80% ਪੰਜਾਬ ਦੇ ਨੇ ਉਹ ਉਸੇ ਕੈਟਾਗਰੀ ਦੇ ਬੰਦੇ ਨੇ, ਪੰਜਾਬ ਨੂੰ ਉਸ ਕਗਾਰ ਦੇ ਉੱਤੇ ਲਿਆਉਣ ਵਾਲੇ ਨੇ, ਇਹੀ ਸੋਚ ਵਾਲੇ ਬੰਦੇ ਨੇ। ਜਾਂ ਤਾਂ ਉਹ ਸੋਚ ਉੱਠੀ ਹੈ, ਤੁਹਾਨੂੰ ਜਰਨੀ ਹੁੰਦੀ, ਫਿਰ ਉਹਨੂੰ ਤੁਸੀਂ ਦਬਾਉਣ ਦੀ ਗੱਲ ਕਰਦੇ ਹੋ। ਇੱਕ ਪਾਸੇ ਉਹੀ ਸੋਚ ਖੜੀ ਹੋ ਰਹੀ ਆ। ਅਸਲ ਦੇ ਵਿੱਚ ਪਬਲਿਕ ਨੂੰ ਆਪਸ 'ਚ ਲੜਾ ਕੇ ਨਾ ਸਿਆਸਤਦਾਨ ਆਪਣਾ ਉੱਲੂ ਸਿੱਧਾ ਕਰਦੇ ਆਏ ਆ। ਪੰਜਾਬ 'ਚ ਇਹੀ ਕੁਛ ਹੋਇਆ,
ਹੁਣ ਇਸ ਅੰਦੋਲਨ ਨੂੰ ਖਤਮ ਕਰਨ ਵਾਸਤੇ ਵੀ ਇਹ ਚੀਜ਼ਾਂ ਕਿ ਉਹ ਕਾਮਰੇਡ ਹੈ, ਉਹ ਸਿੱਖ ਹੈ, ਉਹ ਮੋਦੀ ਭਗਤ ਹੈ, ਉਹ ਕਿਸਾਨ ਭਗਤ ਹੈ, ਇਹ ਆਪਸ 'ਚ ਲੜਾ ਕੇ ਸਰਕਾਰਾਂ ਆਪਣਾ ਉੱਲੂ ਸਿੱਧਾ ਕਰਦੀਆਂ ਨੇ। ਤੁਸੀਂ ਇੱਕ ਤਾਂ ਵੇਖੋ ਕਿ ਕਰੋਨਾ ਦੇ ਦੌਰਾਨ ਇੱਥੇ ਕਿਹੜੀ ਸਰਕਾਰ, ਦੁਬਾਰਾ ਸਾਹਿਬ ਪਲੀਜ਼ ਇੱਕ ਮਿੰਟ, ਇੱਥੇ ਕੈਨੇਡਾ 'ਚ ਕਿਹੜੀ ਸਰਕਾਰ ਆ ਗਈ? ਇੱਥੇ ਜੇ ਪ੍ਰੋ ਇੰਡੀਆ ਰੈਲੀ ਨਿਕਲੀ ਆ, ਠੀਕ ਆ, ਅਗਲਿਆਂ ਨੂੰ ਜੇ ਤਿਰੰਗਾ ਰੈਲੀ ਚੰਗੀ ਲੱਗਦੀ ਉਹਨਾਂ ਨੇ ਕੱਢ ਲਈ, ਤੁਸੀਂ ਭਾਈ ਉਹਨਾਂ ਨੂੰ ਮੂੰਹ ਪੀਣੇ, ਤੁਸੀਂ ਉਹਨਾਂ ਨੂੰ ਧੱਕਾ ਮਾਰ ਕੇ ਛੱਡ ਦਿੱਤਾ, ਉਹ ਗਲਤ ਹੈ। ਇਹਦੇ 'ਚ ਤਾਂ ਸਗੋਂ ਉਹਨਾਂ ਦੇ ਨਾਲ ਉਹਨਾਂ ਨੂੰ ਹਮਦਰਦੀ ਮਿਲੇਗੀ, ਉਹਨਾਂ ਦੇ ਨਾਲ ਇਕਜੁੱਟਤਾ ਵਧੇਗੀ, ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ। ਜੇ ਤੁਸੀਂ ਉਹਨਾਂ ਨੂੰ ਹੁਣ ਧਰਮ ਵਿਸ਼ੇਸ਼ ਕਿ ਤੁਸੀਂ ਕੀ ਪੀਂਦੇ ਹੋ, ਕੀ ਖਾਂਦੇ ਹੋ, ਜੇ ਉਹਨਾਂ ਨੂੰ ਤੁਸੀਂ ਨਿੰਦੋਗੇ ਤਾਂ ਮੇਰੀ ਗੱਲ ਸੁਣੋ, ਹਾਂਜੀ ਪਿਆਰ, ਜਿਵੇਂ ਤੁਹਾਡੇ ਮਨ 'ਚ ਮੇਰੀ ਗੱਲ ਕੰਪਲੀਟ ਕਰ ਲਓ, ਜਿਵੇਂ ਤੁਹਾਡੇ ਮਨ 'ਚ ਉਹ ਰੈਲੀ ਵੇਖ ਕੇ ਕਿ ਇੱਕ ਬੰਦਾ ਚਲੋ ਫਸ ਗਿਆ ਤੇ ਉਹਨੂੰ ਜੇ ਤੁਸੀਂ ਜਲੀਲ ਕਰਦੇ ਹੋ ਤੇ ਉਹਦੀ ਵੀਡੀਓ ਜਦੋਂ ਇੰਡੀਆ 'ਚ ਆਏਗੀ ਤੇ ਉਹਦੇ ਸਮਰਥਕ ਹੋਰ ਆਉਣਗੇ, ਸਗੋਂ ਉਹਨੂੰ ਸਪੋਰਟ ਮਿਲੇਗੀ ਗਾਲਾਂ ਖਾਣ ਨਾਲ। ਇਹ ਤਾਂ ਹੋਏਗਾ ਨਾ। ਹੁਣ ਜਿਵੇਂ ਤੁਸੀਂ ਗੁੱਸੇ 'ਚ ਬੋਲ ਰਹੇ ਹੋ ਕਿ ਉਹਨਾਂ ਲੋਕਾਂ ਨੇ ਜਿਹੜੇ ਕਿਸਾਨ ਸਮਰਥਕ ਸੀ, ਉਹਨਾਂ ਲੋਕਾਂ ਨੇ ਉਹਨਾਂ ਤਿਰੰਗਾ ਰੈਲੀ ਵਾਲਿਆਂ ਨੂੰ ਜਲੀਲ ਕੀਤਾ, ਤੁਹਾਡੇ ਮਨ 'ਚ ਗੁੱਸਾ, ਹੋਰ ਕਿੰਨੇ ਲੋਕਾਂ ਦੇ ਮਨ 'ਚ ਗੁੱਸਾ, ਇਹ ਤਾਂ ਬਲਕਿ ਸਪੋਰਟ ਹੋਏਗੀ ਕਿਸਾਨ ਅੰਦੋਲਨ ਨੂੰ, ਇਸ ਦਾ ਨੁਕਸਾਨ ਹੋਏਗਾ। ਸੋ ਇਸ ਕਰਕੇ ਜਦੋਂ ਆਹ ਦੁੱਧ ਦਾ ਰੇਟ ਵਧਿਆ, 100 ਰੁਪਏ ਕੀਤਾ ਸਤਰੌਲ ਪੰਚਾਇਤ ਨੇ, ਤਾਂ ਬਾਕੀ ਕਾਂਡਲਾ ਜਾਂ ਹੋਰ ਪੰਚਾਇਤਾਂ ਨੇ, ਕਿਸਾਨਾਂ ਨੇ ਆਖਿਆ ਕਿ ਨਹੀਂ ਇਹ ਗਲਤ ਹੈ, ਦੁੱਧ ਪੈਟਰੋਲ ਦੇ ਰੇਟ ਵੇਚਣਾ ਇਹ ਜ਼ਿਆਦਤੀ ਹੈ, ਇਹ ਅਸੀਂ ਇਹਦੇ ਨਾਲ ਸੰਬੰਧਿਤ ਨਹੀਂ ਹੈ। ਮਤਲਬ ਇਹ ਚੀਜ਼ਾਂ ਜੇ ਕਿਸਾਨ ਅੰਦੋਲਨ ਨੂੰ ਬਚਾਉਣਾ ਤੇ ਸਾਨੂੰ ਸਲੀਕਾ ਸੰਜੀਦਗੀ ਰੱਖਣੀ ਹੋਏਗੀ। ਜੇ ਕਿਸਾਨ ਹਮਾਇਤੀ ਕਿਤੇ ਤੌਰ 'ਤੇ ਇੱਦਾਂ ਕਰਦੇ ਨੇ, ਉਹ ਕਿਸਾਨਾਂ ਦੇ ਹਮਦਰਦ ਨਹੀਂ, ਮੈਂ ਤਾਂ ਸਮਝਦਾ ਦੁਸ਼ਮਣ ਨੇ, ਕਿਉਂਕਿ ਉਹ ਦੂਜੇ ਖੇਮੇ ਨੂੰ ਹੋਰ ਸਟਰੋਂਗ ਕਰ ਰਹੇ ਨੇ। ਹੁਣ ਤੁਹਾਡੇ 'ਚ ਇੰਨਾ ਰੁੱਸਾ, ਹੋਰ ਹਿੰਦੂ ਵੀਰਾਂ ਦੇ ਵੀ ਰੁੱਸਾ ਆਏਗਾ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਸ ਸਿਸਟਮ ਤੋਂ ਦੁਖੀ ਹੋ ਕੇ ਨਾ ਮੁਲਕਾਂ 'ਚ ਗਏ ਹਾਂ ਅਤੇ ਉੱਥੇ ਅਸੀਂ ਇੱਦਾਂ ਵੀ ਲੜਦੇ ਹਾਂ। ਹੁਣ ਇੱਕ ਗੱਲ ਹੋਰ, ਪਹਿਲਾਂ ਇਹ ਆਸਟ੍ਰੇਲੀਆ 'ਚ ਹੋਇਆ, ਆਸਟ੍ਰੇਲੀਆ ਦੇ ਵਿੱਚ ਇਸੇ ਤਰ੍ਹਾਂ ਇਹ ਤਿਰੰਗਾ ਯਾਤਰਾ ਕਰਨ ਵਾਲਿਆਂ ਨੇ ਇੱਕ ਗੁਰਦੁਆਰੇ ਨੂੰ ਟਾਰਗੇਟ ਕੀਤਾ। ਗੁਰਦੁਆਰੇ ਦੇ ਅੱਗੇ ਜਾ ਕੇ ਧਰਨਾ ਦੇਣ ਦਾ ਕੀ ਮਤਲਬ ਸੀ? ਉਹ RSS ਦੇ ਬੰਦੇ ਸੀ, ਹੈਰਸ ਪਾਰਟ ਇਕੱਠੇ ਹੋਏ, ਉਹਨਾਂ ਨੇ ਆਪਣਾ ਰੂਟ ਗੁਰਦੁਆਰੇ ਵੱਲ ਨੂੰ ਜਾਣ ਕੇ ਰੱਖਿਆ ਅਤੇ ਉੱਧਰ ਗੁਰਦੁਆਰੇ ਵਾਲੇ ਇਕੱਠੇ ਹੋ ਗਏ। ਅਤੇ ਛੇੜਾ ਤਾਂ ਕਿਤੇ ਨਾ ਕਿਤੇ ਇਸ ਧਿਰ ਵੱਲੋਂ ਵੀ ਛੇੜਿਆ ਜਾ ਰਿਹਾ ਨਾ, ਕਿ ਹੁਣ ਜੇ ਬੰਗਾਲ ਦੇ ਵਿੱਚ BJP ਪ੍ਰਦਰਸ਼ਨ ਕਰਦੀ ਹੈ ਤਾਂ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਉਹ ਜਾ ਰਹੇ ਸਨ, ਰਾਮਲੀਲਾ ਗਰਾਊਂਡ ਰਾਹ 'ਚ ਰੋਕ ਲਿਆ, ਉਹਨਾਂ ਨੂੰ ਉੱਥੇ ਬਿਠਾ ਦਿੱਤਾ। ਉੱਥੇ BJP ਵਾਲੇ ਉੱਥੇ ਆ ਕੇ ਜਾਂ ਕੰਗਣਾ ਰਣੌਤ ਜੇ ਉਹਨਾਂ ਨੂੰ ਟਾਰਗੇਟ ਕਰਦੀ ਹੈ, ਇਹ ਵੀ ਗਲਤ ਹੈ ਨਾ। ਅਤੇ ਇੱਥੇ ਬਾਈ ਜੀ ਗੱਲ ਇਹ ਆ ਅਮਿਤ ਕਿ ਲੋਕਾਂ ਨੂੰ ਲੜਾਇਆ ਜਾ ਰਿਹਾ ਧਰਮ ਮਜ਼ਹਬ ਦੇ ਨਾਂ 'ਤੇ, ਪਾਰਟੀ ਵਿਚਾਰਧਾਰਾ ਦੇ ਨਾਂ 'ਤੇ। ਹਾਂਜੀ, ਪਰ ਇਹ ਏਦਾਂ ਨਹੀਂ ਕਹਿਣਾ ਚਾਹੀਦਾ ਜੀ ਇਹ ਬੰਦੇ ਨੇ, ਇਹ ਹਿੰਦੂ ਤਵੀ ਨੇ। ਫਿਰ ਤੁਸੀਂ ਵੀ ਮੰਨੋ ਭਾਈ, ਅਸੀਂ ਵੀ, ਸਾਡੇ ਅੰਦਰ ਵੀ ਇੱਕ ਵੱਖਰੇ ਮੁਲਕ ਦੀ, ਜਾਂ ਅਸੀਂ ਵੀ ਵੱਖਰੇ ਆ ਤੁਹਾਡੇ ਨਾਲੋਂ, ਸਾਡੇ ਅੰਦਰ ਵੀ ਅਸੀਂ ਜੇ ਹਿੰਦੂ ਤਵੀ ਉਹ ਕਰਦੇ ਆ, ਉਹ ਖੁੱਲ ਕੇ, ਮੈਂ ਖੁੱਲ ਕੇ ਜੇ ਮੈਂ ਕੋਈ ਗੱਲ ਕਰਦਾ ਖੁੱਲ ਕੇ ਸਮਰਥਨ ਕਰਦੇ ਆ। ਇਹ ਨਹੀਂ ਵੀ ਕਿਸਾਨੀ ਦੇ ਭੇਸ ਦੇ ਵਿੱਚ ਲੁੱਕ ਕੇ ਭੇੜੀਆਂ ਵਾਂਗੂ ਵੀ ਅਸੀਂ ਨਾ ਕਿਸਾਨੀ ਦਾ ਤੇ ਅਸੀਂ ਆਪਣੀਆਂ ਹਰਕਤਾਂ ਕਰਾਂਗੇ। ਫਿਰ ਜੇ ਹਿੰਦੂ ਤਵੀ ਜੋ ਕੋਈ ਗਾਂ ਦੇ ਪਿੱਛੇ ਮਾਰਦਾ ਵਾ, ਉਹਦਾ ਮੰਤਵ ਬੜਾ ਸਾਫ਼ ਹੁੰਦਾ ਵੀ ਅਸੀਂ ਗਾਂ ਨੂੰ ਮੰਨਦੇ ਆ, ਅਸੀਂ ਮਾਰਨ ਨਹੀਂ ਦੇਣਾ। ਉਹ ਖੁੱਲ ਕੇ ਜੇ ਕਿਸੇ ਮੁਸਲਮਾਨ ਦੇ ਉੱਤੇ ਅਟੈਕ ਕਰਦੇ, ਆਹ ਭੇੜੀਆਂ ਵਾਂਗੂ ਕਿਸਾਨੀ ਦੇ, ਜੇ ਤੁਸੀਂ ਹਿੰਦੂ ਤੋਂ ਨਫ਼ਰਤ ਕਰਦੇ ਖੁੱਲ ਕੇ ਸਾਹਮਣੇ ਆਓ ਵੀ ਅਸੀਂ ਤੁਹਾਡੇ ਤੋਂ ਨਫ਼ਰਤ ਕਰਦੇ, ਅਸੀਂ ਤੁਹਾਡੇ ਨਾਲ ਨਹੀਂ ਰਹਿਣਾ, ਜਾਂ ਅਸੀਂ ਤੁਹਾਨੂੰ ਤੁਹਾਡੇ ਤੇ ਹਮਲੇ ਕਰਾਂਗੇ। ਇਹ ਨਹੀਂ ਵੀ ਲੁੱਕ ਕੇ ਕਿਸਾਨੀ ਦੇ ਨਾਂ ਥੱਲੇ ਕਰਨੀ, ਇਹ ਵੀ ਇੱਕ ਕਾਇਰਤਾ ਹੁੰਦੀ ਹੈ ਜੀ। ਹੁਣ ਕਿਸਾਨੀ ਨੂੰ ਵਰਤ ਰਹੇ ਆ ਖੁੱਲ ਕੇ, ਜੇ ਇਹਨਾਂ ਦੇ ਮਨ ਦੇ ਅੰਦਰ ਕਿਸੇ ਚੀਜ਼ ਦੀ ਮੋਦੀ ਸਰਕਾਰ ਦੇ ਖਿਲਾਫ ਹੈ ਕਿ ਜੇ ਸੰਘੀਆਂ ਤੋਂ ਨਫ਼ਰਤ ਆ, ਜੇ ਹਿੰਦੂਆਂ ਤੋਂ ਨਫ਼ਰਤ ਆ, ਉਹ ਖੁੱਲ ਕੇ ਨਿਕਲਣੇ ਆਉਣ ਬਾਹਰ, ਫਿਰ ਉਹ ਉਸ ਤਰੀਕੇ ਨਾਲ ਫਿਰ ਨਜਿੱਠਣਗੇ ਉਹਨਾਂ ਦੇ ਨਾਲ। ਠੀਕ ਨਹੀਂ ਚੌਹਾਨ ਸਾਹਿਬ ਜੀ? ਥੈਂਕ ਯੂ। ਨਹੀਂ ਗਲਤ ਹੈ, ਦੇਖੋ ਕਿਸਾਨੀ ਅੰਦੋਲਨ, ਕਿਸਾਨੀ ਮੰਗਾਂ ਨੇ, ਇਹਦੇ 'ਚ ਜਿਹੜੀ ਦੂਸਰੀ ਧਿਰਾਂ ਨੇ, ਖਾਲਿਸਤਾਨ ਵਾਲਿਆਂ ਨੇ ਆਪਣੀ ਗੱਲ ਚਲਾਈ ਹੈ ਨਾ, ਉਹ ਗੱਲ ਦੀ ਮੈਂ ਤਾਂ ਪਹਿਲੇ ਦਿਨ ਹੀ ਆਖਿਆ ਸੀ, ਜਦੋਂ ਹੁਣ ਤਾਂ ਚਲੋ 2-2.5 ਮਹੀਨਾ ਪਹਿਲਾਂ ਜਦੋਂ ਇੰਗਲੈਂਡ ਦੇ ਵਿੱਚ, UK ਦੇ ਵਿੱਚ ਕੁਝ ਖਾਲਿਸਤਾਨ ਦੇ ਨਾਅਰੇ ਲੱਗੇ ਸੀ, ਅਤੇ ਮੈਂ ਤੇ ਸੁਰਿੰਦਰ ਅਕਾਲ ਚੈਨਲ 'ਤੇ ਸੀਗੇ, ਅਸੀਂ ਉੱਥੇ ਵੀ ਆਖਿਆ ਕਿ ਇਹ ਨਰੋਲ ਖਾਲਿਸਤਾਨੀ ਅੰਦੋਲਨ ਨਹੀਂ ਹੈ, ਇਹ ਕਿਸਾਨੀ ਅੰਦੋਲਨ ਹੈ, ਇਸ ਨੂੰ ਕਿਸਾਨੀ ਅੰਦੋਲਨ ਰਹਿਣ ਦਿੱਤਾ ਜਾਵੇ, ਇਸ ਦਾ ਨੁਕਸਾਨ ਅੰਦੋਲਨ ਨੂੰ ਹੋਏਗਾ। ਖੈਰ ਤੁਹਾਡਾ ਰੋਸਾ ਜਾਇਜ਼ ਹੈ, ਇਸ ਤਰ੍ਹਾਂ ਧਰਮ ਵਿਸ਼ੇਸ਼ ਕਿਸੇ ਨੂੰ ਨਹੀਂ ਚਾਹੀਦਾ। ਹਾਂਜੀ ਬਾਈ ਜੀ, 2488 ਤੁਸੀਂ ਆਨਰ ਹੋ। ਹੈਲੋ ਤੁਹਾਡਾ ਸਾਹਿਬ। ਹਾਂਜੀ ਹਾਂਜੀ, ਗੱਲ ਕਰੋ ਜੀ, ਕੌਣ ਬੋਲ ਰਹੇ ਹੋ? ਹਾਂ ਜਨਾਬ, ਤੇਜਾ ਸਿੰਘ ਬੋਲਦਾ। ਮੈਂ ਨਾ 2 ਚੀਜ਼ਾਂ ਲਿਖਾਉਣੀਆਂ ਸੀ ਸਫਾਈ ਬਾਰੇ ਨਾ। ਇੱਕ ਮੱਖੀ ਬਹੁਤ ਹੋ ਗਈ ਪੰਜਾਬ 'ਤੇ, ਇੱਕ ਮੱਛਰ ਸ਼ਾਮ ਨੂੰ ਬਹੁਤ ਆ। ਮੈਂ ਨਾ 2 ਦਵਾਈਆਂ ਲਿਖਾਉਣੀਆਂ ਸੀ, ਜੇ ਤੁਸੀਂ ਕਿਰਪਾ ਕਰਕੇ ਲਿਖ ਲਓ। ਜੀ ਜੀ, ਕੋਈ ਨਹੀਂ, ਬੋਲਦੇ ਜੀ, ਤੁਸੀਂ ਮੱਖੀ ਦਾ ਦੇਖੋ ਤੁਹਾਡਾ ਸਾਹਿਬ 11-12 ਵਜੇ ਨਾ ਜਿੰਨੇ ਮੱਖੀ ਘਰਾਂ ਚੋਂ ਨਿਕਲ ਕੇ ਬਾਹਰ ਧੁੱਪ 'ਚ ਆ ਜਾਂਦੀ ਆ, ਤੇ ਉਸ ਵੇਲੇ ਨਾ ਪਾਇਰੀਥਰਮ ਇੱਕ ਦਵਾਈ,
ਪਹਿਲੀ ਸਲਾਮ ਜੀ। ਹੈਲੋ ਕੁਮਾਰ ਸਾਹਿਬ। ਹਾਂਜੀ ਹਾਂਜੀ ਬੋਲਦੇ ਹੋ ਸਰ, ਆਰਾਮ ਨਾਲ ਗੱਲ ਕਰੋ ਸਾਹਿਬ, ਤੁਸੀਂ ਗੱਲ ਕਰੋ। ਪਹਿਲੀ ਸਲਾਮ ਦਵਾਈ ਦੇ ਨਾ ਉਸ ਵੇਲੇ ਫੌਗਨ ਕੀਤੀ ਜਾਵੇ ਤਾਂ ਸਾਰੀ ਮੱਖੀ ਮਰ ਸਕਦੀ ਹੈ ਜੀ। ਤੇ ਇਹ ਦਵਾਈ ਥੋੜੀ ਮਹਿੰਗੀ ਆ। ਇਹ ਜਿਹੜੀਆਂ ਗੁਰਦੁਆਰਾ ਕਮੇਟੀਆਂ ਨਾ ਪਿੰਡਾਂ 'ਚ, ਉਹ ਗੁਰਦੁਆਰਾ ਕਮੇਟੀਆਂ ਖਰੀਦ ਕੇ ਹਰੇਕ ਘਰ ਨੂੰ ਦੇਣ, ਕਿਉਂਕਿ ਹਰੇਕ ਘਰ ਦੇ ਵਿੱਚ ਸਪਰੇਅ ਪੰਪ ਹੈਗਾ। ਤੇ ਇਹ ਦਵਾਈ ਜੇ 11 ਵਜੇ ਸਾਰੀ ਮੱਖੀ ਧੁੱਪ 'ਚ ਆ ਜਾਂਦੀ ਆ, ਤੇ 11 ਵਜੇ ਇਹ ਪਹਿਲੀ ਸਲਾਮ ਦਾ ਫੌਗਨ ਕੀਤੀ ਜਾਵੇ ਤੇ ਸਾਰੀ ਮੱਖੀ ਮਰ ਜੂਗੀ ਜੀ। ਅਤੇ ਦੂਜਾ ਜਨਾਬ ਇੱਕ ਮੱਛਰ ਦੀ ਲਿਖਾਉਣੀ ਹੈ ਜੀ, ਮੱਛਰ ਦੀ ਜੀ ਮੱਛਰ ਦੀ ਦਵਾਈ ਹੈ ਜੀ, ਸਾਈਫਲੋਥ੍ਰਿਨ CYTHERO THR। ਅਗਰ ਜਿਹੜਾ ਮੱਛਰ ਆਉਂਦੇ ਸ਼ਾਮ ਨੂੰ ਜਦੋਂ ਦਿਨ ਛਿਪਣ ਲੱਗਦਾ ਉਹ ਨਿਕਲਦਾ, ਉਸ ਵੇਲੇ ਇਹਦੀ ਫੌਗਨ ਕੀਤੀ ਜਾਵੇ ਤੇ ਸਾਰਾ ਮੱਛਰ ਆਪਣੇ ਪੰਜਾਬ ਦੇ ਵਿੱਚੋਂ ਖਤਮ ਹੋ ਜੂਗਾ ਜੀ। ਜੀ ਥੈਂਕ ਯੂ ਬਾਈ ਜੀ, ਥੈਂਕ ਯੂ। ਗੱਲ ਤੁਹਾਡੀ ਦਰੁਸਤ ਹੈ, ਪਰ ਇਹ ਹੁਣ ਮਾਰਨਾ ਨਹੀਂ ਨਾ ਅਗਲੇ ਨੇ, ਨਾ ਮੱਖੀ ਮਾਰਨੀ ਨਾ ਮੱਛਰ ਮਾਰਨਾ। ਲੋਕ ਤਾਂ ਕਹਿੰਦੇ ਰੱਬ ਦੇ ਜੀ ਨੇ ਕਿਉਂ ਮਾਰੀਏ, ਤੁਸੀਂ ਧਾਰਮਿਕ ਸਥਾਨਾਂ ਤੋਂ ਕੀ ਉਮੀਦ ਕਰਦੇ ਹੋ? ਕੋਈ ਵੀ ਧਾਰਮਿਕ ਸਥਾਨ ਲੋਕੀ ਤੇ ਚੂਹਾ ਨਹੀਂ ਮਾਰਦੇ, ਆਖੇ ਜੇ ਚੂਹਾ ਮਾਰਿਆ ਤੇ ਪਾਪ ਲੱਗੇਗਾ। ਚੂਹਾ ਫੜਦੇ ਆ ਤੇ ਗਾਂਹ ਜਾ ਕੇ ਛੱਡ ਆਉਂਦੇ ਆ। ਤੇ ਇਸ ਕਰਕੇ ਇਹ ਅਲਾਮਤਾਂ ਤੇ ਸਾਨੂੰ ਵਧਣਗੀਆਂ ਭਰਾਵੋ। ਅਸੀਂ ਇੰਨੇ ਸੁਚੇਤ ਨਹੀਂ ਹੋ ਰਹੇ ਕਿ ਜ਼ਿੰਦਗੀ ਕੀ ਹੈ। ਅਸੀਂ ਕੁੱਤੇ ਨਹੀਂ ਮਾਰਦੇ, ਉਹ ਨਹੀਂ ਮਾਰਦੇ ਕਿ ਨਹੀਂ ਜੀ ਇਹ ਦਰਵੇਸ਼ ਨੇ, ਇਹ ਰੱਬ ਦਾ ਰੂਪ ਹੈ। ਪਰ ਕਿੰਨੇ ਬੱਚੇ ਨੇ ਜਿਨ੍ਹਾਂ ਨੂੰ ਕੁੱਤੇ ਖਾ ਗਏ ਨੇ, ਕਿੰਨੇ ਚੂਹੇ ਨੇ ਜਿਹੜੇ ਮੌਤ ਦਾ ਕਾਰਨ ਬਣਦੇ ਨੇ। ਇੰਡੀਆ ਦੇ ਵਿੱਚ ਸ਼ੇਰਾਂ ਦੀ ਮੌਤ ਦਾ ਕਾਰਨ ਚੂਹੇ ਨੇ, ਉਹ ਪਿਸ਼ਾਬ ਕਰਦੇ ਨੇ ਉਹਨਾਂ ਦੀ ਖੁਰਾਕ 'ਤੇ। ਆ ਛੱਤਬੀੜ ਚਿੜੀਆ ਘਰ ਤੋਂ ਰਿਪੋਰਟ ਸੀ ਕਿ ਸ਼ੇਰਾਂ ਦੇ ਮਰਨ ਦਾ ਕਾਰਨ ਚੂਹਿਆਂ ਦਾ ਪਿਸ਼ਾਬ ਹੈ ਜਿਹੜੇ ਉਹ ਖੁਰਾਕ 'ਤੇ ਕਰ ਦਿੰਦੇ ਨੇ। ਪਰ ਅਸੀਂ ਕਿੱਦਾਂ ਦੇ ਹੋ ਗਏ ਹਾਂ ਅਸੀਂ ਲੋਕ, ਹੈ ਨਾ? ਮਨੁੱਖ ਦਾ ਕਤਲ ਕਰੀ ਜਾਂਦਾ। ਜਿਹੜੀਆਂ ਚੀਜ਼ਾਂ ਮਨੁੱਖ ਦੇ ਦੁਸ਼ਮਣ ਕੀੜੇ ਮਕੌੜੇ ਨੇ ਉਹ ਅਸੀਂ ਮਾਰਨਾ ਨਹੀਂ ਚਾਹੁੰਦੇ, ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ। ਸਵਾਗਤ ਬਾਈ ਜੀ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਜੀ ਮਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਗੁਰਨਾਮ ਸਿੰਘ ਬੋਲ ਰਿਹਾ ਕੈਲੀਫੋਰਨੀਆ ਦਾ। ਹਾਂਜੀ ਗੁਰਨਾਮ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਪਲੀਜ਼ ਵੈਲਕਮ। ਮੁੱਦੇ ਤੇ ਤੁਸੀਂ ਬਹੁਤ ਸੋਹਣੇ ਵਿਚਾਰ ਦੇ ਹੀ ਰਹੇ ਹੋ, ਹਰ ਗੱਲ ਬਹੁਤ ਸਪਸ਼ਟ ਤੁਸੀਂ ਦੱਸਦੇ ਹੋ ਸਾਨੂੰ ਤੇ ਉਹਦੇ ਬਾਰੇ। ਤੇ ਮੈਂ ਕੁਛ ਨਹੀਂ ਇਹੋ ਕਹਿਣਾ ਚਾਹਾਂ, ਤੁਹਾਡਾ ਰੇਡੀਓ ਬਹੁਤ ਵਧੀਆ, ਬਹੁਤ ਪਸੰਦ ਕਰਦੇ ਸਾਰੇ। ਪਹਿਲੇ ਦਿਨ ਤੇ ਮੈਂ ਕੀਤਾ ਇੰਸਟਾਲ, ਮੈਂ ਅੱਜ ਕਾਲ ਪਹਿਲੀ ਵਾਰ ਕਰ ਰਿਹਾ। ਥੈਂਕ ਯੂ। ਦੱਸਣ ਲਈ ਕਿ ਬਹੁਤ ਵਧੀਆ ਤੁਹਾਡੀ ਪੱਤਰਕਾਰਤਾ ਦੇ ਬੜੇ ਚਿਰ ਦਾ ਜੁੜਿਆ ਹੋਇਆ ਤੁਹਾਡੇ ਨਾਲ ਮੈਂ ਰੇਡੀਓ ਚੰਨ ਪਰਦੇਸੀ ਦੇ ਟਾਈਮ ਤੋਂ ਪਹਿਲਾਂ ਦਾ। ਥੈਂਕ ਯੂ। ਤੇ ਬਹੁਤ ਵਧੀਆ, ਤੁਸੀਂ ਏਦਾਂ ਲੱਗੇ ਰਹੋ। ਤੇ ਸੰਘਰਸ਼ ਦੇ ਸਾਰਿਆਂ ਨੂੰ ਇਹੋ ਇੱਕ ਰਿਕੁਐਸਟ ਹੈ ਕਿ ਸੰਘਰਸ਼ ਲਈ ਉਹ ਕਦਮ ਚੱਕੀਏ ਸਾਰੇ, ਜਾਂ ਉਹ ਜੀ ਗੱਲ ਕਰੀਏ ਸ਼ਾਂਤਮਈ ਤਰੀਕੇ ਨਾਲ ਕਿ ਸੰਘਰਸ਼ ਨੂੰ ਫਾਇਦਾ ਮਿਲੇ। ਕੋਈ ਇਹੋ ਜਿਹੀ ਗੱਲ ਨਾ ਕਰੀਏ ਭੜਕਾਟ ਕਿ ਜਿਹਨਾਂ ਨੁਕਸਾਨ ਹੋਏ। ਜੀ ਬਹੁਤ ਮਿਹਰਬਾਨੀ ਜੀ ਤੁਹਾਡੀਆਂ ਇੰਨੀਆਂ ਸੋਹਣੀਆਂ ਪ੍ਰੋਗਰਾਮ ਲਈ ਤੇ ਖਬਰਾਂ ਲਈ। ਮਿਹਰਬਾਨੀ। ਅੱਗੇ ਹੋਰ ਦੋਸਤਾਂ ਨੂੰ ਵੀ ਦੱਸੋ। ਮਿਹਰਬਾਨੀ। ਲਓ ਸੁਰਿੰਦਰ ਜੀ, ਆਪਾਂ ਵਧੀਆ ਸਮਾਪਤੀ ਵੱਲ ਨੂੰ। ਓਵਰਆਲ ਕਿਸਾਨੀ ਸੰਘਰਸ਼ ਦੇ ਨਾਲ ਹੋਰ ਕੀ ਅਪਡੇਟ ਹੈ? ਜਿਸ ਤਰ੍ਹਾਂ ਬਾਈ ਜੀ ਹੋਰਾਂ ਨੇ ਵੀ ਗੱਲ ਆਖੀ, ਅਮਿਤ ਹੋਰਾਂ ਨੇ, ਕਿ ਕੁਛ ਜਿਸ ਤਰ੍ਹਾਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਤਿਰੰਗਾ ਯਾਤਰਾ ਕੱਢਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਠੀਕ ਹੈ, ਵਿਰੋਧ ਕਰੋ, ਪਰ ਸ਼ਬਦਾਵਲੀ ਮਾੜੀ ਕਿਸੇ ਦੀ ਨਹੀਂ ਹੋਣੀ ਚਾਹੀਦੀ। ਇਹ ਨੁਕਸਾਨਦਾਇਕ ਹੋ ਸਕਦੀ ਹੈ। ਸੁਰਿੰਦਰ ਜੀ, ਇੱਕ ਕਾਲ ਲੈ ਲਾ ਮੈਂ ਸਿਮਰ ਹੋਰਾਂ ਦੀ ਲਬਨਾਨ ਤੋਂ। ਸਿਮਰ, ਸਵਾਗਤ ਹੈ ਤੁਹਾਡਾ, ਵੈਲਕਮ। ਕੀ ਕਹਿਣਾ ਚਾਹੁੰਦੇ ਹੋ? ਹੈਲੋ ਲਬਨਾਨ ਵਾਲਿਓ, ਸਵਾਗਤ ਹੈ ਤੁਹਾਡਾ। ਸੌਰੀ, ਸ਼ਾਇਦ ਲਾਈਨ 'ਚ ਦਿੱਕਤ ਹੈ ਜੀ। ਸੁਰਿੰਦਰ ਜੀ, ਕਰੀਏ ਫਿਰ ਆਪਾਂ ਕੰਪਲੀਟ ਕਿ ਕੁਛ ਲੋਕ ਜਿਸ ਤਰ੍ਹਾਂ ਤਿਰੰਗਾ ਯਾਤਰਾ ਨਿਕਲ ਰਹੀਆਂ ਨੇ, ਇਸ ਦੌਰਾਨ ਦਿੱਕਤ ਆ ਰਹੀ ਹੈ ਕਿ ਆਪਸ ਦੇ ਵਿੱਚ ਤਿਰੰਗਾ ਯਾਤਰਾ ਕੱਢਣ ਵਾਲੇ ਜਿਹੜੇ ਲੋਕ ਨੇ ਬੀਜੇਪੀ ਖੇਮੇ ਦੇ, ਉਹਨਾਂ ਨੂੰ ਕਾਫੀ ਜਲੀਲ ਵੀ ਕੀਤਾ ਜਾ ਰਿਹਾ। ਤੇ ਨਾਲ ਪੰਜਾਬ ਸਰਕਾਰ ਦੀ ਕੀ ਅਪਡੇਟ ਆ, ਪੰਜਾਬ ਦੀ ਸਿਆਸਤ ਦੀ ਤੇ ਕਿਸਾਨੀ ਦੀ ਕੀ ਅਪਡੇਟ ਆ? ਕਰੋ ਕਰਾਂ ਕੰਪਲੀਟ, ਲਈਏ ਅੱਗੇ ਫਿਰ ਜੀ। ਸੁਰਿੰਦਰ ਬਾਈ ਜੀ, ਹੋਰ ਕਾਲ ਨਹੀਂ ਲਵਾਂਗੇ। ਹਾਂਜੀ ਟਵਾਣਾ ਸਾਹਿਬ, ਪਹਿਲੀ ਗੱਲ ਤੇ ਆ ਜਿਹੜੀ ਤਿਰੰਗਾ ਯਾਤਰਾ ਦੀ ਤੁਸੀਂ ਗੱਲ ਕੀਤੀ ਆ, ਪਹਿਲਾਂ ਤੇ ਸਮਝ ਲੈਣਾ ਚਾਹੀਦਾ ਵੀ ਉਹ ਤਿਰੰਗਾ ਯਾਤਰਾ ਵਾਕਿਆ ਤਿਰੰਗੇ ਲਈ ਹੈ ਕਿ ਜਾਂ ਉਹ ਕਿਸਾਨੀ ਅੰਦੋਲਨ ਦੇ ਵਿਰੋਧ ਦੇ ਵਿੱਚ ਆ। ਇਹ ਗੱਲ ਸਮਝ ਲੈਣੀ ਚਾਹੀਦੀ ਆ। ਠੀਕ ਆ, ਉਹਨਾਂ ਦਾ ਵਿਰੋਧ ਹੋਇਆ, ਮਾੜਾ ਹੋਇਆ, ਉਹਨਾਂ ਨਾਲ ਜੋ ਵੀ ਉਹਨਾਂ ਨੂੰ ਜਲੀਲ ਕੀਤਾ ਗਿਆ ਉਹ ਨਹੀਂ ਸੀ ਕਰਨਾ ਚਾਹੀਦਾ। ਪਰ ਇਹ ਵੀ ਸਮਝ ਲੈਣਾ ਚਾਹੀਦਾ, ਤਿਰੰਗੇ ਦੀ ਆੜ ਦੇ ਵਿੱਚ ਉਹ ਵਿਅਕਤੀ ਜਿਹੜੇ ਨੇ ਉਹ ਉੱਥੇ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਤੇ ਕਿਸਾਨਾਂ ਦੀ ਵਿਰੋਧ ਦੇ ਵਿੱਚ ਉੱਥੇ ਜਿਹੜਾ ਉਹ ਰੈਲੀਆਂ ਕੱਢ ਰਹੇ ਨੇ। ਇਸ ਕਰਕੇ ਟਵਾਣਾ ਸਾਹਿਬ ਕਿਤੇ ਨਾ ਕਿਤੇ ਉਹਨਾਂ ਦੀ ਮਨਸ਼ਾ ਜਿਹੜੀ ਆ ਉਹਦੇ ਤੇ ਵੀ ਸਵਾਲ ਖੜੇ ਹੁੰਦੇ ਨੇ। ਉਹ ਜਾਣ ਬੁੱਝ ਕੇ ਕੁਝ ਕਰਦੇ ਨੇ। ਠੀਕ ਹੈ, ਇਸ ਕਰਕੇ ਟਵਾਣਾ ਸਾਹਿਬ ਇਹ ਸਮੱਸਿਆਵਾਂ ਖੜਦੀਆਂ ਨੇ। ਅਸੀਂ ਕਿਸੇ ਦੇ ਜਿੱਥੇ ਵਾਇਲੈਂਸ ਹੁੰਦੀ ਆ, ਕਿਸੇ ਦੇ ਨਾਲ ਜਾਣ ਬੁੱਝ ਕੇ ਬਦਤਮੀਜ਼ੀ ਹੁੰਦੀ ਆ, ਅਸੀਂ ਉਹਦਾ ਸਮਰਥਨ ਨਹੀਂ ਕਰਦੇ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਪਰ ਘੱਟੋ ਘੱਟ ਇਹ ਸਮਝ ਲੈਣਾ ਚਾਹੀਦਾ ਕਿ ਭਾਈ ਤੁਹਾਡੀ ਤਿਰੰਗਾ ਯਾਤਰਾ ਤੇ ਕਿਸਾਨੀ ਦਾ ਵਿਰੋਧ ਜਿਹੜੇ ਦੇਸ਼ਾਂ 'ਚ ਤੁਸੀਂ ਕਰਦੇ ਹੋ ਕਰਕੇ ਤੁਸੀਂ ਸਫਲ ਹੋ ਜਾਓਗੇ।
ਤੁਸੀਂ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ ਕਿ ਜਿਹੜੇ 3 ਕਾਨੂੰਨ ਆਏ ਆ ਬਹੁਤ ਵਧੀਆ ਆਏ ਆ? ਭਾਈ ਜੇ ਵਧੀਆ ਆਏ ਤੇ ਇੰਡੀਆ ਆ ਜਾਓ, ਤੁਸੀਂ ਉੱਥੇ ਕੋ ਤਿਰੰਗਾ ਯਾਤਰਾ ਕੱਢਦੇ, ਆ ਜਾਓ ਇੱਥੇ ਆ ਕੇ ਖੇਤੀ ਕਰੋ, ਤੁਹਾਨੂੰ ਪਤਾ ਲੱਗ ਜੂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਜੇ ਦੂਸਰਾ ਕੀ ਕਹਿੰਦੇ ਹੁੰਦੇ ਆ, ਖੇਤੀ ਚੋਂ ਇੱਕ ਕੱਛਾ ਵੀ ਖਰੀਦਣ ਜੋਗਾ ਕੁਝ ਬਚ ਗਿਆ ਕਹਿ ਜਿਓ। ਠੀਕ ਹੈ, ਗੱਲ ਹੈ ਟਵਾਣਾ ਸਾਹਿਬ, ਇਹ ਲੋਕ ਉੱਥੇ ਬੈਠ ਕੇ ਗੱਲ ਆ ਇਹ ਵੀ ਉਕਸਾਉਂਦੇ ਨੇ। ਜੇ ਅਸੀਂ ਕਹਿ ਦਈਏ ਕਿ ਜਿਨ੍ਹਾਂ ਨੇ ਇਹਨਾਂ ਨੂੰ ਜਲੀਲ ਕੀਤਾ ਕੱਲਾ ਉਹਨਾਂ ਦਾ ਕਸੂਰ ਆ, ਉਹਨਾਂ ਦਾ ਨਹੀਂ, ਇਹ ਵੀ ਉੱਥੇ ਜਾਣ ਬੁੱਝ ਕੇ ਉਕਸਾਉਂਦੇ ਨੇ ਇਹਨਾਂ ਨੂੰ ਵੀ। ਆਸਟ੍ਰੇਲੀਆ 'ਚ ਦੇਖੋ ਗੁਰੂ ਘਰ ਵੱਲ ਯਾਤਰਾ ਲਿਜਾਣ ਦਾ ਕੀ ਮਕਸਦ ਸੀਗਾ, ਹੈ ਨਾ? ਤੇ ਉੱਥੇ ਫਿਰ ਜਿਹੜੇ ਗੀਤ ਲਾਏ ਗਏ ਉੱਥੇ, ਜਿਹੜਾ ਮਤਲਬ ਉਹ ਵੀ ਉਕਸਾਊ ਸੀਗੇ ਜੋ ਕਾਰਾਂ 'ਚ ਲਾਏ ਹੋਏ ਸੀਗੇ। ਸੋ ਕਿਤੇ ਨਾ ਕਿਤੇ ਬੀਜੇਪੀ ਦਾ IT ਸੈੱਲ, RSS ਦਾ IT ਸੈੱਲ ਇਹ ਕੁਛ ਕਰ ਰਹੇ ਨੇ ਲੋਕ। ਪਰ ਹਾਂ, ਜਿਹੜਾ ਕੋਈ ਉੱਥੇ ਮਤਲਬ ਕੱਲਾ ਦੁਕੱਲਾ ਫਸ ਗਿਆ ਉਹਨੂੰ ਜਲੀਲ ਕਰਨਾ ਵੀ ਖੈਰ ਗਲਤ ਹੈ। ਸੁਰਿੰਦਰ ਜੀ ਇਸ ਵਕਤ ਆਪਣੇ ਨਾਲ ਆਸਟ੍ਰੇਲੀਆ ਤੋਂ ਬਾਈ ਬਨਵੈਤ ਜੀ ਜੁੜੇ ਨੇ, ਆਖਰੀ ਕਾਲ ਲਵਾਂਗੇ। ਬਨਵੈਤ ਜੀ ਸਵਾਗਤ ਹੈ ਤੁਹਾਡਾ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਆਪਣਾ ਟਵਾਣਾ ਸਾਹਿਬ ਤੇ ਸੁਰਿੰਦਰ ਜੀ ਨੂੰ, ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕਹਿਣਾ ਚਾਹਾਂਗਾ, ਜਿਹੜੇ ਅਮਿਤ ਜੀ ਆਏ ਸਨ ਆਪਣੇ ਪੰਜਾਬੀ ਭਰਾ ਨੇ, ਉਹਨਾਂ ਦਾ ਗੁੱਸਾ ਜਾਂ ਉਹਨਾਂ ਦੀ ਜਿਹੜੀ ਕੰਸਰਨ ਸੀਗੀ ਜਾਇਜ਼ ਸੀਗੀ, ਕਿਉਂਕਿ ਕਿਸੇ ਵੀ ਧਰਮ ਵਿਸ਼ੇਸ਼ ਦੇ ਪ੍ਰਤੀ ਕਿਸੇ ਨੂੰ ਵੀ ਜਿਹੜੀ ਨਫ਼ਰਤ ਦੀ ਭਾਵਨਾ ਜਾਂ ਬੁਰੇ ਵਿਚਾਰ ਨਹੀਂ ਰੱਖਣੇ ਚਾਹੀਦੇ ਵੇ। ਲੇਕਿਨ ਕਰਨ ਕੀ, ਤਾੜੀ 2 ਹੱਥਾਂ ਨਾਲ ਵੱਜਦੀ, ਕਦੀ ਇੱਕ ਹੱਥ ਨਾਲ ਨਹੀਂ ਜੇ ਵੱਜਦੀ। ਪਿਛਲੇ 5-7 ਸਾਲਾਂ ਦੇ ਅੰਦਰ ਜਿੰਨੀ ਨਫ਼ਰਤ ਦੀ ਰਾਜਨੀਤੀ ਭਾਰਤ ਦੇ ਅੰਦਰ ਹੋ ਰਹੀ ਹੈ ਤੇ ਕੀਤੀ ਗਈ ਹੈ, ਉਹਦਾ ਨਤੀਜਾ ਜਿਹੜਾ ਹੈਗਾ ਕਿਸੇ ਨਾ ਕਿਸੇ ਪਾਸੇ ਰਿਫਲੈਕਟ ਹੋਣਾ ਹੀ ਸੀਗਾ। ਕਹਿੰਦੇ ਹੁੰਦੇ ਨਾ, ਯਥਾ ਰਾਜਾ ਤਥਾ ਪ੍ਰਜਾ। ਹਾਂਜੀ, ਜਿਹੋ ਜਿਹੀਆਂ ਨਫ਼ਰਤ ਦੀ ਉੱਪਰਲੇ ਲੈਵਲ ਦੇ ਉੱਤੇ ਚੱਲਦੀਆਂ ਆ ਰਹੀਆਂ ਨੇ, ਦੇਖ ਦੇਖ ਕੇ ਪ੍ਰਜਾ ਦੇ ਅੰਦਰ ਵੀ ਉਹੋ ਜਿਹੀ ਰੰਗਤ ਆਉਣੀ ਸ਼ੁਰੂ ਹੋ ਗਈ ਹੈ ਜੀ। ਤਾਂ ਕਰਕੇ ਛੋਟੀ ਛੋਟੀ ਗੱਲਾਂ ਜਿਹੜੀਆਂ ਨੇ, ਪਹਿਲੇ ਤਾਂ ਉੱਤੇ ਨੂੰ ਝਾਤੀ ਮਾਰ ਲੈਣੀ ਚਾਹੀਦੀ ਕਿ ਚੱਲਦੀ ਕਿੱਥੋਂ ਪਈਆਂ ਨੇ ਸਾਰੀਆਂ ਗੱਲਾਂ। ਠੀਕ ਹੈ ਜੀ। ਗੁਰੂਦੁਆਰਾ ਸ਼ੀਸ਼ਗੰਜ ਸਾਹਿਬ ਦੇ ਉੱਤੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ, ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੇ ਕੇ ਦੰਗਾਈਆਂ ਨੂੰ ਉੱਥੇ ਵੀ ਜਲੂਸ ਕੱਢਿਆ, ਉੱਥੇ ਵੀ ਨਫ਼ਰਤ ਦੀ ਬਿਆਨਬਾਜ਼ੀ। ਬਿਲਕੁਲ, ਬਹੁਤ ਗਲਤ ਹੈ, ਆਲੋਚਨਾ ਕਰਨੀ ਚਾਹੀਦੀ ਹੈ ਇਸ ਦੀ। ਬਿਲਕੁਲ ਜੀ। ਤਾਂ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਨਾ ਮੱਦੇਨਜ਼ਰ ਕਰਨ ਦੀ ਜ਼ਰੂਰਤ ਹੈਗੀ ਹੈ। ਜਦੋਂ ਜਿਹੜੇ ਲੋਕਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈਗਾ, ਜਿਹੜੇ ਕਹਿੰਦੇ ਸੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ, ਉਹਨਾਂ ਨੂੰ ਤੇ ਪ੍ਰੋਟੈਕਸ਼ਨ ਮਿਲ ਰਹੀ ਹੈ ਤੇ ਬਥੇਰਿਆਂ ਦੇ ਉੱਤੇ ਨਜਾਇਜ਼ ਕੇਸ ਪਾਏ ਜਾ ਰਹੇ ਨੇ, ਕਿਸਾਨਾਂ ਦੇ ਉੱਤੇ। ਕਿਆ ਇਹ ਗੱਲਾਂ ਜਾਇਜ਼ ਨੇ? ਤਾੜੀ 2 ਹੱਥਾਂ ਨਾਲ ਵੱਜਦੀ ਹੈ। ਪਰ ਪ੍ਰਦੇਸ਼ਾਂ 'ਚ ਜਿਹੜੀ ਨਫ਼ਰਤ ਵੱਧਦੀ ਹੈ, ਇਹ ਮਾਯੂਸ ਵਾਲੀ ਗੱਲ ਹੈ, ਕਿਉਂਕਿ ਕੁਛ ਲੋਕ ਸਿਆਸਤਦਾਨ ਨੇ, ਫਾਇਦਾ ਉਹਨਾਂ ਨੇ ਲੈ ਜਾਣਾ। ਆਮ ਲੋਕਾਂ 'ਚ ਦੇਖੋ, ਇੱਥੋਂ ਦੇ ਸਿਸਟਮ ਤੋਂ ਦੁਖੀ ਹੋ ਕੇ ਪ੍ਰਦੇਸ਼ਾਂ 'ਚ ਗਏ ਆ, ਉੱਥੇ ਵੀ ਅਸੀਂ ਹਿੰਦੂ ਸਿੱਖ ਮੁਸਲਮਾਨ ਦੀਆਂ ਜਿਹੜੀਆਂ ਲੜਾਈਆਂ। ਦੂਸਰੀ ਧਿਰ ਇਹ ਹੈ ਕਿ ਜਿਹੜੀ ਜੇ ਗੱਲ ਇਹ ਕਿਸਾਨੀ ਦੀ ਹੈ ਤਾਂ ਕਿਸਾਨੀ ਦੀ ਰਹਿਣੀ ਚਾਹੀਦੀ ਹੈ। ਇੱਥੇ ਉਹ ਖੁਦ ਮੁਖਤਾਰੀ ਬਾੜ ਲਈ, ਖੈਰ ਪੰਜਾਬ ਦੀ ਖੁਦ ਮੁਖਤਾਰੀ, ਫੈਡਰਲ ਸਿਸਟਮ ਮਾੜਾ ਨਹੀਂ, ਪਰ ਜੇ ਤੁਸੀਂ ਖੁਦ ਮੁਖਤਾਰੀ ਖਾਲਿਸਤਾਨ ਦੀ ਕਰਦੇ ਹੋ, ਉਹ ਇਸ ਨਾਲ ਕੋਈ ਇਸ ਦਾ ਵਾਸਤਾ ਨਹੀਂ ਹੈ। ਉਹ ਤਾਂ ਫਿਰ ਇਹ ਤੁਹਾਡਾ ਸੰਵਿਧਾਨਕ ਹੱਕ ਹੈ, ਤੁਸੀਂ ਲੜਾਈ ਲੜੋ, ਅਲੱਗ ਲੜੋ। ਕਿਸਾਨੀ ਅੰਦੋਲਨ ਦੇ ਨਾਲ ਇਸ ਨੂੰ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਸੋ ਕਿਤੇ ਨਾ ਕਿਤੇ ਗਲਤੀ ਉਹ ਜਿਹੜੀਆਂ ਧਿਰਾਂ ਨੇ, ਹੁਣ ਜਿਹੜੇ ਕਹਿੰਦੇ ਹੁਣ ਕਿ ਇਹਨਾਂ ਕੋਲ ਇਹ ਲੀਡਰਲੈਸ ਹੋ ਗਏ ਜੀ। ਉਹ ਭਾਈ ਉੱਥੇ ਜਿਹੜੀਆਂ ਬਜ਼ੁਰਗ ਬੀਬੀਆਂ ਬੈਠੀਆਂ ਨੇ, ਉਹ ਸਾਰੀਆਂ ਬੈਠੀਆਂ ਨੇ। ਅਤੇ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਅਜਮੇਰ ਸਿੰਘ ਕਹਿੰਦਾ ਲੀਡਰਲੈਸ ਹੋ ਗਏ। ਅਜਮੇਰ ਸਿੰਘ ਜੀ, ਤੁਸੀਂ ਪੰਜਾਬ 'ਚੋਂ 20,000 ਬੰਦਾ ਇਕੱਠਾ ਕਰਕੇ ਦਿਖਾ ਦਿਓ, ਉੱਥੇ ਕਿੰਨੇ ਲੱਖ ਬੰਦਾ ਬੈਠਾ ਉਹਨਾਂ ਦੇ ਨਾਲ ਹੈ। ਇਸ ਕਰਕੇ ਅਜਮੇਰ ਸਿੰਘ ਦਾ ਇਹ ਕਹਿਣਾ ਕਿ ਲੀਡਰਲੈਸ ਹੋ ਗਏ, ਇਹ ਜਿਹੜੀ ਇੱਕ ਇੰਟਰਵਿਊ ਆਈ ਹੈ ਅਜਮੇਰ ਸਿੰਘ ਹੋਰਾਂ ਦੀ, ਸੁਰਿੰਦਰ ਜੀ ਉਹ 'ਤੇ ਅਪਡੇਟ ਦਿਓ ਕਿ ਲੀਡਰਲੈਸ ਹੋ ਗਏ ਜੀ। ਇਹ ਤਾਂ ਵਿਚਾਰੇ ਕਹਿੰਦੇ ਮਾੜਾ ਮੋਟਾ ਮੁਆਵਜ਼ਾ ਲੈਣ ਵਾਲੇ ਲੀਡਰ ਸੀਗੇ, ਤਹਿਸੀਲਦਾਰ ਤੱਕ ਇਹਨਾਂ ਦੀ ਪਹੁੰਚ ਸੀ। ਤੁਸੀਂ ਵੇਖੋ ਕਿ ਕਿਵੇਂ ਪਿੰਡਾਂ 'ਚੋਂ ਮਹੀਨਾ 1.5 ਮਹੀਨਾ ਹੋ ਗਿਆ, ਬਜ਼ੁਰਗ, ਮਟਿਆਰਾਂ, ਬੀਬੀਆਂ, ਬੱਚੇ ਜੋ ਬੈਠੇ ਨੇ, ਕਿਹਦੀ ਆਸ 'ਤੇ ਬੈਠੇ ਨੇ? ਉਹ ਕੇਡਰ ਕਾਇਮ ਕਰਕੇ ਲਗਾਏ ਨੇ ਅਗਲੇ। ਇਹ ਨਹੀਂ ਕਿ ਉਹ ਰਵੀ ਸਿੰਘ ਖਾਲਸਾ ਦੇ ਲੰਗਰ ਕਰਕੇ ਬੈਠੇ ਨੇ, ਉਹ ਟਰਾਲੀਆਂ 'ਚ ਆਪਣਾ ਸਮਾਨ ਪਾ ਕੇ ਉੱਥੇ ਲਗਾਏ ਨੇ। ਹੁਣ ਅਜਮੇਰ ਸਿੰਘ ਵਰਗੇ ਦਾ ਇਹ ਕਹਿਣਾ ਕਿ ਲੀਡਰਲੈਸ ਹੋ ਗਏ ਨੇ। ਹੁਣ ਇਹਨਾਂ ਕੋਲ ਕਹਿੰਦੇ ਬੁੱਢੇ ਹੋ ਗਏ ਨੇ, ਇਹਨਾਂ ਨੂੰ ਹੁਣ ਇਹਨਾਂ ਦੇ ਹਾਣ ਦਾ ਨਹੀਂ ਰਿਹਾ ਅੰਦੋਲਨ। ਫਿਰ ਜੇ ਇਹਨਾਂ ਦੇ ਹਾਣ ਦਾ ਨਹੀਂ, ਕਿ ਦੀਪ ਸਿੱਧੂ ਦੇ ਹਾਣ ਦਾ ਅੰਦੋਲਨ? ਦੀਪ ਸਿੱਧੂ ਦੀ ਕੀ ਪ੍ਰੈਕਟੀਕਲ ਲਾਈਫ ਹੈ? ਤੁਹਾਡੇ ਕੋਲ ਬਦਲ ਕੀ ਹੈ? ਜਾਂ ਤਾਂ ਅਜਮੇਰ ਸਿੰਘ ਜੀ ਤੁਸੀਂ ਖੁਦ ਅੱਗੇ ਆ ਜਾਓ, ਜਾਂ ਤੁਸੀਂ ਲੀਡਰ ਸੁਜੈਸਟ ਕਰ ਦਿਓ ਕਿ ਭਾਈ ਆਹ ਲੀਡਰ ਹੈ। ਹੁਣ ਦੀਪ ਸਿੱਧੂ ਠੀਕ ਹੈ, ਸੋਸ਼ਲ ਸਾਈਟਸ ਦਾ ਲੀਡਰ ਹੈਗਾ। ਦੀਪ ਸਿੱਧੂ ਨਾਲੋਂ ਲੱਖੇ ਸਿਧਾਣੇ ਨੇ ਕੱਦ ਕੱਢਿਆ ਮਹਾਰਾਜ ਰੈਲੀ ਕਰਵਾ ਕੇ, ਅਤੇ ਬੀਜੇਪੀ ਨੇ ਉਹਦਾ ਅਕਾਊਂਟ ਬੰਦ ਕਰਾ ਦਿੱਤਾ। ਉਸ ਤੋਂ ਬਾਅਦ ਲੱਖੇ ਦੀ ਆਵਾਜ਼ ਦਬ ਗਈ, ਉਹ ਸਾਇਲੈਂਟ ਉਹਨੂੰ ਹੋਣਾ ਪਿਆ। ਪਰ ਦੀਪ ਸਿੱਧੂ ਦੀਆਂ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ। ਅਤੇ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ 40 ਲੀਡਰ ਨੇ ਜਾਂ 300-400 ਹੋਰ ਭਾਰਤ ਦਾ ਲੀਡਰ ਹੈ, ਰਕੇਸ਼ ਟਕੈਤ ਹੋਣੀ, ਇਹ ਕਿਵੇਂ ਲੀਡਰਲੈਸ ਹੋ ਗਏ? ਉੱਥੇ ਜਿਹੜੇ ਲੋਕ ਬੈਠੇ ਨੇ, ਕਿ ਉਹ ਆਪ ਮੁਹਾਰੇ ਨੇ? ਆਪ ਮੁਹਾਰਾ ਤਾਂ ਅਜਮੇਰ ਸਿੰਘ ਜੀ ਤੁਹਾਡੇ ਵਾਲਾ ਲਾਣਾ ਸੀਗਾ, ਦੀਪ ਸਿੱਧੂ ਸੀ ਜਾਂ ਹੋਰ ਸੀਗੇ।
ਜਿਹੜੇ ਲਾਲ ਕਿਲੇ ਜਾ ਵੜੇ ਬਿਨਾਂ ਪਲੈਨਿੰਗ ਤੋਂ, ਜਿੱਦ ਕਰਕੇ, ਕਿਸਾਨ ਅੰਦੋਲਨ ਨੂੰ ਫੇਲ ਕਰਕੇ। ਹੁਣ ਜਿਹੜਾ ਅਜਮੇਰ ਸਿੰਘ ਟੋਟਕਾ ਦੇ ਰਹੇ ਨੇ ਕਿ ਇਹ ਕਿਹੜਾ ਲੀਡਰ ਇਹ ਲਿਆਉਣਾ ਚਾਹੁੰਦੇ ਨੇ? ਕੀ ਦੀਪ ਸਿੱਧੂ ਦੀ ਸਿਰਫ ਇੰਨੀ ਰਾਜਸੀ ਕਾਬਲੀਅਤ ਹੈ ਕਿ ਉਹ ਗੁਰਦਾਸਪੁਰ ਰੈਲੀ ਦੇ ਗੁਰਦਾਸਪੁਰ ਇਲੈਕਸ਼ਨ ਦੇ ਦੌਰਾਨ ਜਿਹੜਾ ਇਹਦਾ ਧਰਮਿੰਦਰ ਦੇ ਬੇਟੇ ਦਾ, ਸਨੀ ਦਿਓਲ ਦਾ ਐਡਵਾਈਜ਼ਰ ਬਣ ਕੇ ਘੁੰਮਿਆ? ਉਹਦੀ ਕਿੰਨੀ ਕਾਬਲੀਅਤ ਹੈ? ਜੇ ਉਹ ਵੱਡਾ ਵਕੀਲ ਹੈ, ਉਸ ਤੋਂ ਬਹੁਤ ਵੱਡੇ ਵੱਡੇ ਵਕੀਲ ਕਿਸਾਨਾਂ ਵੱਲ ਬੈਠੇ ਨੇ। ਲੱਖਾ ਸਦਾਣਾ ਪੰਜਾਬ ਦਾ ਆਮ ਯੂਥ ਹੈ, ਉਹਦੀ ਜ਼ਿਆਦਾ ਕਾਬਲੀਅਤ ਹੈ ਕਿਸਾਨਾਂ ਦੇ ਨਾਲੋਂ। ਖੈਰ ਲੱਖੇ ਨੂੰ ਤਾਂ ਵੈਸੇ ਹੀ ਨਾਲ ਲਿਆ ਜਾ ਰਿਹਾ, ਉਭਾਰਨਾ ਤਾਂ ਦੀਪ ਨੂੰ ਚਾਹੁੰਦੇ ਨੇ। ਜਾਂ ਇਹਨਾਂ ਦੇ ਕੋਲ ਕਿਹੜਾ ਲੀਡਰ ਹੈ ਜਿਹੜਾ ਸਿੱਖਾਂ ਦਾ ਐਡਾ ਫਲਸਫਾ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਹੁਣ ਤੱਕ ਇਕੱਠਾ ਨਹੀਂ ਕਰ ਸਕਿਆ? ਆਹ ਦੱਸੋ ਜੀ, ਆਪਣਾ ਸਰਦਾਰ ਅਜਮੇਰ ਸਿੰਘ ਕਿਹੜਾ ਲੀਡਰ ਚੁਣਨਾ ਚਾਹੁੰਦੇ ਆ? ਸੁਰਿੰਦਰ ਜੀ, ਕਮ ਔਨ। ਟਵਾਣਾ ਸਾਹਿਬ, ਗੱਲ ਇਹ ਆ ਕਿ ਪਹਿਲਾਂ ਅਜਮੇਰ ਸਿੰਘ ਨਕਸਲਾਈਟ ਰਹਿ ਲਿਆ, ਔਰ ਜਿਹੜਾ ਨਿਰਭੈ ਸਿੰਘ ਢੁੱਡੀ ਕੇ ਆ, ਜਿਹਦੀ ਅੱਜ ਕੱਲ ਜਿਹਦੀ ਯੂਨੀਅਨ ਦੇ ਵਿੱਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵਾਈਸ ਪ੍ਰੈਜ਼ੀਡੈਂਟ ਆ, ਜਿਹਦੇ ਨੂੰ ਇਹ ਜ਼ਿਆਦਾ ਟਾਰਗੇਟ ਕਰਦੇ। ਕਿਸੇ ਟਾਈਮ ਇਹ ਵੀ ਉਹਨਾਂ ਦੇ ਨਾਲ ਨਕਸਲਾਈਟ ਸੀ ਜਿਹੜਾ ਅਜਮੇਰ ਸਿੰਘ, ਪਰ ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤੇ ਉਹਦੇ ਬਾਅਦ ਪੂਰੀ ਖਾੜਕੂ ਮੂਵਮੈਂਟ ਨੂੰ ਰੱਜ ਕੇ ਭੰਡਿਆ ਸੀ। ਇਸ ਨੇ ਬੇਸਿਕਲੀ ਨਾਮ ਅਜਮੇਰ ਸਿੰਘ ਅੱਜ ਰੱਖਿਆ ਹੋਇਆ, ਬੇਸਿਕਲੀ ਇਹਦਾ ਨਾਮ ਗੁਰਵਿੰਦਰ ਸਿੰਘ ਆ। ਮੰਡੀ ਕਲਾਂ ਦਾ ਰਹਿਣ ਵਾਲਾ, ਰਾਮਪੁਰੇ ਫੂਲ ਦੇ ਕੋਲੇ ਇਹਦਾ ਪਿੰਡ ਹੈ। ਠੀਕ ਹੈ ਜੀ, ਇਹ ਇਹਦੀ ਪਿਛਲੀ ਜਿਹੜੀ ਬੈਕਗਰਾਉਂਡ ਆ। ਫਿਰ ਇਹਨੇ ਦੇਖਿਆ ਕਿ ਜਿੰਨੀ ਦੇਰ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਭੰਡਣਾ ਸੀ, ਭੰਡਿਆ। ਖਾੜਕੂ ਮੂਵਮੈਂਟ ਨੂੰ ਜਿੰਨੀ ਦੇਰ ਭੰਡਣਾ ਸੀ, ਮੈਗਜ਼ੀਨ ਕੱਢ ਕੱਢ ਕੇ ਉਹਨਾਂ ਨੂੰ ਭੰਡਿਆ। ਉਹਦੇ ਬਾਅਦ ਟਵਾਣਾ ਸਾਹਿਬ ਇਸ ਬੰਦੇ ਨੇ ਰਾਤੋਂ ਰਾਤ ਪਲਟੀ ਮਾਰੀ ਤੇ ਜਾ ਕੇ ਖਾੜਕੂ ਮੂਵਮੈਂਟ ਦਾ ਐਡਵਾਈਜ਼ਰ ਬਣ ਗਿਆ। ਮਤਲਬ ਕਹੋ ਕਿ ਪਹਿਲਾਂ ਨਕਸਲਾਈਟਾਂ ਦਾ ਬੇੜਾ ਗਰਕ ਕਰਾਇਆ, ਫਿਰ ਖਾੜਕੂ ਮੂਵਮੈਂਟ ਸਾਰੀ ਵੇਚ ਗਿਆ ਤੇ ਵੇਚ ਕੇ ਆਪਣੀਆਂ ਰੋਟੀਆਂ ਸੇਕਦਾ ਰਿਹਾ। ਤੇ ਹੁਣ ਉਹਦੇ ਬਾਅਦ ਕਦੀ ਮਨਪ੍ਰੀਤ ਬਾਦਲ ਦੀ ਪੀਪਣੀ ਵਜਾਉਂਦਾ ਰਹਿ ਗਿਆ ਤੇ ਕਦੀ ਆਮ ਆਦਮੀ ਪਾਰਟੀ ਦੀ 2017 ਚ ਸਰਕਾਰ ਬਣਾਉਂਦਾ ਫਿਰ ਰਿਹਾ ਸੀ। ਤੇ ਹੁਣ 2022 ਦੇ ਵਿੱਚ ਇਹਨੂੰ ਦੀਪ ਸਿੱਧੂ ਲੱਭ ਗਿਆ, ਉਹਨੂੰ ਲਿਆ ਕੇ ਇਹਨੇ ਇੱਥੇ ਤਾਰ ਦਿੱਤਾ। ਦੂਸਰੇ ਦੇ ਵਿੱਚ ਸ਼ੰਭੂ ਜਿਹੜਾ ਸੀਗਾ, ਉਹ ਸਾਰੀ ਪਲਾਨਿੰਗ ਇਸ ਵਿਅਕਤੀ ਦੀ ਸੀ, ਇਕੱਲੇ ਦੀ। ਹੁਣ ਕਹਿ ਰਿਹਾ ਕਿ ਜਿਹੜਾ ਅੰਦੋਲਨ ਜਿਸ ਕਗਾਰ ਤੇ ਚਲਾ ਗਿਆ, ਜਿਸ ਮੁਕਾਮ ਤੇ ਕਹਿੰਦਾ ਪਹੁੰਚ ਗਿਆ, ਮੁਕਾਮ ਤੇ ਪਹੁੰਚਿਆ ਅੰਦੋਲਨ ਦੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦੇ ਹਾਣ ਦੀ ਨਹੀਂ ਰਹੀ। ਤੇ ਫਿਰ ਭਲੇ ਮਾਨਸਾ ਤੂੰ ਬਹਿ ਜਾ, ਤੁਸੀਂ ਮਾੜੀ ਮੋਟੀ ਰੱਖ ਲਓ। ਤੁਸੀਂ ਲੋਕਾਂ ਨੂੰ ਭੰਡਣ ਤੇ ਆਉਂਦੇ ਹੋ, ਤੁਹਾਨੂੰ ਹੋਰ ਕੁਝ ਨਹੀਂ ਦਿਖਦਾ। ਉਹ ਕਿਸਾਨੀ ਲੀਡਰ ਨੇ ਜਿਹੜੇ ਉੱਠ ਕੇ ਪਿੰਡਾਂ ਚੋਂ ਗਏ ਨੇ, ਉਹਨਾਂ ਨੇ ਜਾ ਕੇ ਆਪਣਾ ਏਡਾ ਤਾਮਝਾਮ ਉੱਥੇ ਬਣਾ ਕੇ ਬੈਠੇ। ਉਹਨਾਂ ਨੂੰ ਕਹਿੰਦਾ ਇਹ ਇਸ ਅੰਦੋਲਨ ਦੇ ਹਾਣ ਦੇ ਨਹੀਂ ਰਹੇ। ਕਹਿੰਦਾ ਮੈਂ ਲਹਿਰਾਂ ਦੇਖੀਆਂ ਪੂਰੇ ਉਹਨਾਂ ਕੋਲ। ਚਲੋ ਠੀਕ ਹੈ, ਹਾਣ ਦੇ ਨਹੀਂ ਰਹੇ। ਅਜਮੇਰ ਸਿੰਘ ਕੋਲ ਕੋਈ ਤਜਰਬਾ ਹੋ ਸਕਦਾ। ਅਜਮੇਰ ਸਿੰਘ ਨਾ ਸੁਜੈਸਟ ਕਰੇ। ਦੀਪ ਤੋਂ ਇਲਾਵਾ ਕਿਹੜਾ ਲੀਡਰ ਹੈ ਉਹਨਾਂ ਕੋਲ ਜਿਹੜਾ ਇਸ ਵਕਤ ਅਗਵਾਈ ਕਰ ਸਕਦਾ ਹੈ? ਕੀ ਉਹਦੇ ਨਾਲ ਕੋਈ ਕੇਡਰ ਹੈਗਾ? ਪਿੰਡਾਂ 'ਚੋਂ 20 ਬੰਦੇ ਕੋਈ ਲੈ ਕੇ ਆਇਆ? ਸ਼ੰਭੂ ਮੋਰਚੇ ਤੇ ਜਿਹੜੀ ਵੀਡੀਓ ਦੇਖਦੇ ਆ, ਉਸ ਵੀਡੀਓ ਦੇ ਪਿੱਛੇ ਭੀੜ ਕਿੰਨੀ ਸੀ? ਸ਼ੰਭੂ ਮੋਰਚਾ ਵੱਧ ਤੋਂ ਵੱਧ ਵੱਡੀ ਪ੍ਰਾਪਤੀ ਹੈ ਇਹਨਾਂ ਦੀ, ਭੀਸ਼ਮ ਪਿਤਾਮਾ ਗਰੁੱਪ ਦੀ। ਤੇ ਉੱਥੇ ਇਕੱਠ ਕਿੰਨਾ ਸੀ? ਦੀਪ ਸਿੱਧੂ ਤਾਂ ਆਪ ਬਗਾਨੇ ਟਰਾਲੀ ਤੇ ਚੜ੍ਹ ਕੇ ਗਿਆ। ਲੱਖੇ ਨਾਲ ਟਰਾਲੀਆਂ ਜ਼ਰੂਰ ਸੀ, ਲੱਖੇ ਨਾਲ ਲੋਕ ਜ਼ਰੂਰ ਸੀ। ਉਹ ਪਿੰਡਾਂ 'ਚ ਆਇਆ, ਲਾਮਬੰਦ ਕੀਤੀ। ਮਹਾਰਾਜ ਦੇ ਵਿੱਚ ਉਹਦੀ ਰੈਲੀ ਨੂੰ ਇਕੱਠ ਮਿਲਿਆ, ਠੀਕ ਹੈ, ਚਾਹੇ ਉਹਦੇ ਕਾਂਗਰਸੀ ਜਾਂ ਅਕਾਲੀ ਦੋਸਤ ਕੋਈ ਵੀ ਆਏ, ਉਹ ਬੰਦੇ ਕੋਲ ਇਕੱਠ ਹੈਗਾ। ਦੀਪ ਨਾਲ ਉਹਦਾ ਕੱਦ ਵਧਿਆ ਤੇ ਜਦੇ ਨਾਲ ਦੀ ਨਾਲ ਛੰਗਾ ਦਿੱਤਾ। ਬੀਜੇਪੀ ਸਰਕਾਰ ਨੇ ਨਾਲ ਦੀ ਨਾਲ ਉਹਦਾ ਖਾਤਾ ਬਲੌਕ ਕਰ ਦਿੱਤਾ। ਗੱਲ ਤਾਂ ਇਹ ਹੈ ਕਿ ਦੀਪ ਨੂੰ ਉਭਾਰਨ ਦੀ ਕੋਸ਼ਿਸ਼ ਆ। ਦੀਪ ਉੱਭਰਦਾ ਨਹੀਂ, ਟਿੱਲ ਦਾ ਜ਼ੋਰ ਲਾ ਲਿਓ ਤੁਸੀਂ। ਜ਼ਿਆਦਾ ਲੀਡਰ ਸੁਜੈਸਟ ਕਰ ਦਿਓ ਕਿ ਆਹ ਲੀਡਰ ਪ੍ਰਵਾਨ ਕਰ ਲੈਣੇ ਆ ਜੀ। ਟਵਾਣਾ ਸਾਹਿਬ ਗੱਲ ਇਹ ਆ ਕਿ ਪਹਿਲੇ ਦਿਨੋਂ ਦੀਪ ਸਿੱਧੂ ਨੂੰ ਲੀਡਰ ਬਣਾਉਣ ਤੁੱਲੇ ਹੋਇਆ। ਐਂਡ ਤੇ ਇਹਨਾਂ ਦੀਪ ਸਿੱਧੂ ਵੀ ਨਹੀਂ ਰੱਖਣਾ, ਇਹਨਾਂ ਨੇ ਲੀਡਰਸ਼ਿਪ ਹੋਰ ਕੱਢਣੀ ਆ। ਹੁਣ ਗੱਲ ਆ, ਇਹਨਾਂ ਦੀਆਂ ਤਾਰਾਂ ਇੰਗਲੈਂਡ ਤੋਂ ਹਿਲਦੀਆਂ, ਇਹਨਾਂ ਦੀਆਂ ਅਮਰੀਕਾ ਕੈਨੇਡਾ ਤੋਂ ਹਿਲਦੀਆਂ, ਇਹਨਾਂ ਦੀਆਂ ਜਰਮਨ ਤੋਂ ਹਿਲਦੀਆਂ। ਤਾਰਾਂ ਉੱਥੇ ਨੇ, ਉੱਥੇ ਇਹਦਾ ਨਜ਼ਦੀਕੀ ਰਿਸ਼ਤੇਦਾਰ ਬੈਠਾ ਨਿਊਯਾਰਕ 'ਚ, ਜਿਹੜਾ ਉੱਥੇ ਇੱਕ ਮੈਗਜ਼ੀਨ ਕੱਢਦਾ। ਉਹਦੇ ਘਰ 'ਚ ਇਸ ਵੇਲੇ ਰਹਿ ਰਿਹਾ, ਜਿਹੜਾ ਫਾਰਮ ਹਾਊਸ ਚੰਡੀਗੜ੍ਹ 'ਚ ਬਣਾਇਆ ਹੋਇਆ, ਉਸੇ ਤੇ ਇਸ ਵਕਤ ਅਜਮੇਰ ਸਿੰਘ ਰਹਿ ਰਿਹਾ। ਠੀਕ ਹੈ ਜੀ, ਉੱਥੋਂ ਮੈਗਜ਼ੀਨ ਕੱਢਦੇ। ਉਸ ਮੈਗਜ਼ੀਨ ਦੇ ਵਿੱਚ ਜਿਹੜਾ ਉਹ ਅੰਮ੍ਰਿਤਸਰ, ਦੂਸਰਾ ਸ਼ਾਇਦ ਅੰਮ੍ਰਿਤਸਰ ਐਕਸਪ੍ਰੈਸ ਆ ਕਿ ਕੀ ਏਦਾਂ ਦਾ, ਅੰਮ੍ਰਿਤਸਰ ਟਾਈਮਸ ਆ, ਸੌਰੀ, ਹਾਂਜੀ, ਉਹਦੇ ਵਿੱਚ ਦਲਜੀਤ ਸਿੰਘ ਸਰਾਂ ਜਿਹੜਾ ਅਜਮੇਰ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਆ ਤੇ ਟ੍ਰਿਬਿਊਨ ਦਾ ਉਹ ਜਿਹੜਾ ਨਿਊਜ਼ ਐਡੀਟਰ ਰਿਹਾ ਹੋਇਆ ਵਾ। ਠੀਕ ਆ, ਅੱਜ ਕੱਲ ਉੱਥੇ ਬੈਠਾ ਜਗਜੀਤ ਚੇਲਾ ਜਿਹੜਾ ਹੋਲੀ ਗੁਸੋਲੀ, ਉਸ ਪੂਰੇ ਮੈਗਜ਼ੀਨ ਜਿਹੜਾ ਵਾ, ਉਹ ਅਖਬਾਰ ਜਿਹੜਾ ਨਿਕਲਦਾ, ਉਹਦਾ ਮਾਲਕ ਆ ਉਹ ਜਿਹੜਾ। ਠੀਕ ਹੈ ਜੀ, ਉੱਥੋਂ ਇਹ ਕੱਢਦੇ ਆ। ਉਹਦੇ 'ਚ ਦੀਪ ਸਿੱਧੂ ਤੇ ਲੱਖਾ ਸਧਾਣਾ ਹੀ ਕਿਸਾਨਾਂ ਨੂੰ ਦਿੱਲੀ ਤੱਕ ਲੈ ਕੇ ਗਏ ਆ।
ਉਹਦੇ 'ਚ ਸ਼ੋਅ ਕਰ ਰਹੇ ਆ, ਬੜਾ ਸੋਹਣਾ ਸਿੱਖਿਆ ਦੇ ਰਹੇ। ਅਜਮੇਰ ਸਿੰਘ ਆਪ ਕਿਉਂ ਨਾ ਫੀਲਡ 'ਚ ਨਿਕਲਿਆ? ਜਿਹੜੇ ਚੈਨਲ ਦੇ ਉੱਤੇ ਇੰਟਰਵਿਊ ਆ ਰਹੀ ਆ, ਉਹ ਚੈਨਲ ਦਾ ਮਾਲਕ ਦੀਪ ਸਿੱਧੂ ਆ। ਵੱਡੀ ਗਲਤ ਟਵਾਣਾ ਸਭ ਇਹ ਆ, ਦੀਪ ਸਿੱਧੂ ਦਾ ਭਰਾ ਉਹਦੇ 'ਚ ਮਾਲਕ ਆ, ਦੀਪ ਸਿੱਧੂ ਦਾ ਇੱਕ ਦੋਸਤ ਆ ਉਹ ਜਿਹੜਾ ਉਹ ਵੀ ਉਹਦੇ 'ਚ ਮਾਲਕ ਆ, 4 ਜਣੇ ਉਹਦੇ 'ਚ ਮਾਲਕ ਨੇ, 2 ਦੀਪ ਸਿੱਧੂ ਦੇ ਆ ਤੇ ਇੱਕ ਬੰਦਾ ਹੋਰ ਆ ਲੇਡੀਜ਼ ਆ ਕੋਈ ਦਿੱਲੀ ਦੀ। ਤੇ ਜਿਹੜਾ ਪੱਤਰਕਾਰ ਚਲਾ ਰਿਹਾ ਉਹਨੇ ਤਾਂ ਕੋਈ ਪੈਸਾ ਹੀ ਨਹੀਂ ਉਹਦੇ 'ਚ ਇਨਵੈਸਟ ਕੀਤਾ ਹੋਇਆ, ਉਹਨੇ ਸਿਰਫ ਪੱਤਰਕਾਰੀ ਦੇ ਸਿਰ ਤੇ ਉਹ 'ਚ 1/4 ਲੈਣਾ, ਚੌਥਾ ਹਿੱਸਾ ਉਹਦਾ ਵਾ। ਮਤਲਬ ਉਸੇ ਚੈਨਲ ਦੇ ਉੱਤੇ ਇਹਦੀ ਇੰਟਰਵਿਊ ਜਿਹੜੀ ਉਹ ਆ ਰਹੀ ਆ। ਮਤਲਬ ਗਲਤ ਆ। ਅਜਮੇਰ ਸਿੰਘ ਉੱਥੇ ਬੈਠਾ ਕੀ ਕਰਦਾ? ਤੂੰ ਭਾਈ ਭੀਸ਼ਮ ਪਿਤਾਮਾ ਤੂੰ ਜਾ ਕੇ ਦਿੱਲੀ ਬੈਠ, ਤੈਨੂੰ ਪਤਾ ਲੱਗ ਜਾ ਤੇਰੇ ਮਗਰ ਕਿੰਨੇ ਕੁ ਵਿਅਕਤੀ ਖੜੇ ਹੁੰਦੇ ਆ। ਟਵਾਣਾ ਸਾਹਿਬ ਕਿਤੇ ਨਾ ਕਿਤੇ ਸਾਰੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ, ਆਪਣੀਆਂ ਰੋਟੀਆਂ ਸੇਕਦੇ ਆ। ਰੋਟੀਆਂ ਸੇਕਣ ਤੋਂ ਇਲਾਵਾ ਇਹਨਾਂ ਦੇ ਅੱਲੇ ਪੱਲੇ ਹੋਰ ਕੁਛ ਵੀ ਨਹੀਂ ਹੈ। ਕੇਵਲ ਤੇ ਕੇਵਲ ਲੀਡਰਸ਼ਿਪ ਦੇ ਹਾਣ ਦੇ ਨਹੀਂ ਰਹੇ ਆਗੂ। ਤੇ ਭਲੇ ਮਾਨਸਾ ਜਦੋਂ ਤੂੰ ਨਕਸਲਾਈਟਾਂ ਨੂੰ ਛੱਡ ਕੇ ਭੱਜਿਆ ਸੀ ਉਦੋਂ ਤੂੰ ਲੀਡਰਸ਼ਿਪ ਦੇ ਹਾਣ ਦਾ ਨਹੀਂ ਸੀ, ਤੇ ਜਿਹੜੀ ਖਾੜਕੂ ਮੂਵਮੈਂਟ 'ਚ ਆ ਕੇ ਵੜਿਆ ਸੀ ਉਦੋਂ ਤੂੰ ਉਸ ਲੀਡਰਸ਼ਿਪ ਦੇ ਹਾਣ ਦਾ ਹੈਗਾ ਸੀ। ਤੇ ਜਦੋਂ ਤੂੰ ਮਨਪ੍ਰੀਤ ਬਾਦਲ ਨਾਲ ਘੁੰਮਿਆ ਸੀ ਉਸ ਲੀਡਰਸ਼ਿਪ ਦੇ ਹਾਣ ਦਾ ਹੈਗਾ ਸੀ। ਤੇ ਜਦੋਂ ਤੂੰ ਮੁੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ 2017 'ਚ ਬਣਵਾਉਂਦਾ ਸੀ ਉਦੋਂ ਉਸ ਲੀਡਰਸ਼ਿਪ ਦੇ ਹਾਣ ਦਾ ਹੈਗਾ ਸੀ ਤੂੰ ਉਸ ਮੂਵਮੈਂਟ ਦੇ। ਮਤਲਬ ਉਦੋਂ ਤੇਰੀ ਲੀਡਰਸ਼ਿਪ ਉਹਦੇ ਹਾਣ ਦੀ ਸੀ। ਤੇ ਫਿਰ ਤੂੰ ਹੁਣ ਵੀ ਉੱਥੇ ਬਹਿ ਜਾ, ਤੈਨੂੰ ਪਤਾ ਲੱਗ ਜੂ ਤੇਰੇ ਕਿਹੜੇ ਆ। ਜਿਹੜੇ ਤੇਰੇ ਚੇਲੇ ਆ, ਸੁਖਪ੍ਰੀਤ ਸਿੰਘ ਉਦੋਂ ਕਹਿੰਦੇ 2 ਪੋਸਟਾਂ ਪਾਈਆਂ ਸੀ, ਉਹ ਤੇਰਾ ਹੀ ਕਰਤਾ ਧਰਤਾ, ਤੇਰਾ ਹੀ ਉੱਥੇ ਬਿਠਾਇਆ ਹੋਇਆ ਨਾ। ਉਹਨੇ ਕੀ ਕੀਤਾ ਸੀ? ਉਹਨੇ ਕੀਤਾ ਸੀ ਸਾਡਾ ਰੂਟ ਰਿੰਗ ਰੋਡ। ਤੇ ਦੂਸਰੀ ਪੋਸਟ ਪਾਈ, ਕਹਿੰਦੇ ਜਦੋਂ ਮੈਂ ਤੇ ਵੀਰ ਸਿੰਘ ਨੇ ਕੱਲ ਪੋਸਟ ਪਾਈ ਕਿ ਸਾਡਾ ਰੂਟ ਰਿੰਗ ਰੋਡ, ਬੜਿਆਂ ਨੂੰ ਮਿਰਚਾਂ ਲੱਗੀਆਂ। ਤੇ ਦੂਸਰੀ ਕੀ ਕਹਿੰਦੇ ਹੁੰਦੇ ਆ, ਪਕੜ ਕੇ ਸਲੇਟ ਜਿਹੜੀ ਸੀਗੀ ਉਹਦੇ ਤੇ ਲਿਖਿਆ ਹੋਇਆ ਸੀ ਜੋ ਕਿਹਾ ਕਰਕੇ ਦਿਖਾਤਾ। ਜਦੋਂ 27 ਨੂੰ ਸਵੇਰੇ ਲੱਗਿਆ ਕਚੂੰਬਰ ਨਿਕਲਣ ਤੇ ਪੋਸਟਾਂ ਡਿਲੀਟ ਕਰਤੀਆਂ। ਵਾਹ ਅਜਮੇਰ ਸਿੰਘ ਤੇਰੇ ਤੇ ਤੇਰੇ ਚੇਲਿਆਂ ਦੇ ਚੱਡਾ ਜੇ ਪੂਛਾਂ ਲੈ ਕੇ ਭੱਜ ਰਹੇ ਹੋ। ਫਿਰ ਹੈ ਪਾਉਂਦਾ ਕਾ ਤੇਰਾ ਸੁਖਪ੍ਰੀਤ ਸਿੰਘ ਉਦੋਂ ਕੇ ਦੁਬਾਰਾ ਪੋਸਟਾਂ? ਜਦੋਂ ਭੰਡੀ ਪ੍ਰਚਾਰ ਹੋਇਆ ਸਾਰੇ ਬੰਨਿਓ ਨੱਕਦਮ ਹੋਇਆ, ਫਿਰ ਉਦੋਂ ਕੇ ਨੇ ਇੱਕ ਪੋਸਟ ਪਾਤੀ ਜੀਤੇ ਸੀ ਸਾਡਾ ਰੂਟ ਰਿੰਗ ਰੋਡ। ਲੇਕਿਨ ਜਿਹਦੇ ਤੇ ਇਹ ਸੀ ਕਿ ਜਦੋਂ ਅਸੀਂ ਰਿੰਗ ਰੋਡ ਸਾਡਾ ਰੂਟ ਮਹਿਦਵੀਰ ਸਿੰਘ ਨੇ ਕਿਹਾ ਬੜਿਆਂ ਨੂੰ ਮਿਰਚਾਂ ਲੱਗੀਆਂ। ਤੇ ਹੁਣ ਆਹ ਵਾਲੀ ਪੋਸਟ ਅਸੀਂ ਪਾ ਰਹੇ ਜੋ ਕਿਹਾ ਕਰਕੇ ਦਿਖਾਇਆ, ਉਹ ਪੋਸਟ ਅੱਜ ਤੱਕ ਨਹੀਂ ਪਾਈ। ਜਿਹੜੇ ਸ਼ੇਰ ਦੇ ਪੁੱਤ ਸੀ ਪਾਉਂਦੇ ਕਾ ਪੋਸਟਾਂ? ਹੈ ਜਿਹਨੂੰ ਤੁਸੀਂ ਕਹਿੰਦੇ ਸੀ ਕਲਾ ਵਰਤੀ ਆ, ਜਿਹੜਾ ਅਕਾਲ ਪੁਰਖ ਸਾਰਾ ਕੁਝ ਕਰ ਰਿਹਾ, ਠੀਕ ਆ, ਕਲਾ ਵਰਤੀ ਆ, ਠੀਕ ਹੈ। ਆ ਕੇ ਕਿਸਾਨ ਜਥੇਬੰਦੀਆਂ ਇੱਥੇ ਹੁਣ ਅਗਵਾਈ ਕਰਨ, ਅਸੀਂ ਲਾਲ ਕਿਲੇ ਤੇ ਜੋ ਕਰਨਾ ਸੀ ਕਰ ਦਿੱਤਾ। ਕੀ ਗੱਲ ਲੱਤਾਂ ਕੰਬ ਗਈਆਂ ਸੀ? ਫਿਰ ਹੁਣ ਕਹਿੰਦਾ ਜੀ ਮੈਂ ਤਾਂ ਉੱਥੇ ਪੁਲਿਸ ਦੀ ਮਦਦ ਕਰਨ ਗਿਆ ਸੀ। ਬੱਲਿਓ ਤੁਹਾਡੇ ਸ਼ੇਰੋ, ਠੀਕ ਹੈ। ਅਜਮੇਰ ਸਿੰਘ ਨੇ ਵੀ ਮਾਫੀਆਂ ਮੰਗ ਕੇ 1997 ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਸੀਗੀ ਤੇ ਮਗਰ ਲੱਗ ਕੇ ਕੈਪਟਨ ਕਮਲਜੀਤ ਦੇ ਤੇ ਉਦੋਂ ਮਾਫੀਆਂ ਮੰਗ ਕੇ ਜਿਹੜੇ ਕੇਸ ਸੀ ਉਹ ਸਾਰੇ ਮਾਫ ਕਰਵਾਏ ਸੀ ਕਿ ਮੇਰੇ ਕੇਸ ਜਿਹੜੇ ਆ ਇਹ ਸਾਰੇ ਦੇ ਸਾਰੇ ਵਾਪਸ ਲੈ ਲਵੇ ਸਰਕਾਰ ਤੇ ਮੇਰਾ ਕਿਹੜਾ ਛਡਾ ਦੇਵੇ, ਅੱਜ ਤੋਂ ਬਾਅਦ ਮੈਂ ਇਹ ਕੁਝ ਨਹੀਂ ਕਰੂੰਗਾ, ਠੀਕ ਹੈ। ਤੇ ਹੁਣ ਦੀਪ ਸਿੱਧੂ ਹੀਰੋ ਤੁਸੀਂ ਬਣਾਉਂਦੇ ਫਿਰ ਰਹੇ ਸੀ। ਟਵਾਣਾ ਸਾਹਿਬ ਕੁਛ ਨਹੀਂ, ਇਹ ਲੋਕ ਸਵਾਏ ਰੋਟੀਆਂ ਸੇਕਣ ਤੋਂ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ। ਸਿਰਫ ਸੋਸ਼ਲ ਮੀਡੀਆ ਤੇ ਜੋ ਆਉਂਦਾ ਉਹ ਇਹਨਾਂ ਨੇ ਮੂੰਹ ਚੋਂ ਕੱਢ ਦੇਣਾ। ਸਿਰਫ ਇੱਕੋ ਹੀ ਆ ਕਿ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਬਰਬਾਦ ਕਰਨਾ। ਉਹ ਇੱਕ ਪਲਵਿੰਦਰ ਸਿੰਘ ਤਲਵਾੜਾ ਜਿਹੜਾ ਉੱਥੋਂ ਦੀ ਰੈਲੀ 'ਚ ਬੋਲਿਆ ਜਿਹੜੀ ਮਹਿਰਾਜ ਵਾਲੀ ਸੀ, ਜਿਹਨੂੰ ਫਿਰ ਜੋਗਿੰਦਰ ਸਿੰਘ ਅਗਰਾਹਾਂ ਨੇ ਚੰਗਾ ਕੋਟ ਕੀਤਾ। ਉਹ ਕਹਿੰਦਾ ਕਿ ਜੇ ਅਸੀਂ ਜਿੱਤੀਏ ਨਾ ਸਾਡੀ ਪਾਰਟੀ ਜਿੱਤੇ ਨਾ ਜਿੱਤੇ, ਠੀਕ ਹੈ, ਕਾਮਰੇਡਾਂ ਨੂੰ ਦਿਖਾ ਦਿਆਂਗੇ ਕਿ ਅਸੀਂ ਦੂਸਰਾ ਕੀ ਆ। ਇਹ ਪੰਜਾਬ 'ਚ ਵੜਨ। ਜੋਗਿੰਦਰ ਸਿੰਘ ਅਗਰਾਹਾਂ ਕਹਿੰਦਾ ਜੇ ਅਸੀਂ ਇਹਨਾਂ ਦੀਆਂ ਗਿੱਦੜ ਭੌਂਕੀਆਂ ਤੋਂ ਡਰਨ ਵਾਲੇ ਹੋਈਏ ਫਿਰ ਤਾਂ ਅਸੀਂ ਅੰਦੋਲਨ ਛੱਡ ਕੇ ਪੰਜਾਬ ਭੱਜੀਏ ਕਿ ਆਜੋ ਭਾਈ ਦੇਖ ਲਓ ਸਾਨੂੰ। ਕਹਿੰਦਾ ਪਰ ਸਾਨੂੰ ਨਹੀਂ, ਅਸੀਂ ਇੱਥੇ ਆ, ਅਸੀਂ ਲੜਾਂਗੇ, ਅਸੀਂ ਐਂਡ ਤੱਕ ਖੜਾਂਗੇ, ਅਸੀਂ ਅੰਦੋਲਨ ਜਿੱਤ ਕੇ ਜਾਵਾਂਗੇ। ਇਹਨਾਂ ਨੂੰ ਬੋਲਣ ਤੋਂ ਸਾਨੂੰ ਪਤਾ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ। ਟਵਾਣਾ ਸਾਹਿਬ ਵਾਕਿਆ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ। ਆਪਾਂ ਪਹਿਲੇ ਦਿਨੋਂ ਕਹਿੰਦੇ ਆ ਰਹੇ ਆ ਇਹ ਲੋਕ ਸਵਾਏ ਰੋਟੀਆਂ ਸੇਕਣ ਤੋਂ ਕੁਛ ਨਹੀਂ ਕਰ ਰਹੇ, ਨਾ ਇਹਨਾਂ ਨੇ ਕੀਤਾ ਤੇ ਨਾ ਇਹਨਾਂ ਨੇ ਕਰਨਾ। ਇਹਨਾਂ ਦਾ ਇੱਕ ਮਕਸਦ ਆ ਕਿ ਕਿਸਾਨੀ ਅੰਦੋਲਨ ਜਿਹੜਾ ਉਹਨੂੰ ਬਰਬਾਦ ਕਰਨਾ, ਉਹਨੂੰ ਕਿਸ ਤਰ੍ਹਾਂ ਉੱਥੋਂ ਦਿੱਲੀ ਦੀਆਂ ਬਲੂਹਾਂ ਤੋਂ ਪੱਟਣਾ ਤੇ 2021 ਦੀ SGPC ਤੇ 2022 ਦੀ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਉਹਦੇ ਲਈ ਕੋਈ ਪੋਲੀਟੀਕਲ ਪਾਰਟੀ ਕੱਢਣਾ। ਇਸ ਤੋਂ ਵੱਧ ਇਹਨਾਂ ਦਾ ਏਜੰਡਾ ਕੋਈ ਵੀ ਨਹੀਂ ਹੈ। ਜੀ ਸੁਰਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਟਵਾਣਾ ਸਾਹਿਬ। ਸੋ ਦੋਸਤੋ ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸੁਰਿੰਦਰ ਸਿੰਘ ਤੇ ਇਸ ਦੇ ਨਾਲ ਹੀ ਵਕਤ ਤੁਹਾਡੇ ਤੋਂ ਵਿਦਾਇਗੀ ਲੈਣ ਦਾ ਹੋ ਗਿਆ। ਤੁਸੀਂ ਕੋਈ ਸੁਨੇਹਾ ਪਾਉਣਾ ਹੋਵੇ ਤਾਂ 9876609655 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਸੇ ਨੰਬਰ ਤੇ ਜਿਹੜੀ ਸਟੂਡੀਓ ਦੇ ਵਿੱਚ ਲਾਈਵ ਕਾਲ ਕੀਤੀ ਜਾ ਸਕਦੀ ਹੈ
ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣਨ ਦੇ ਵਾਸਤੇ ਟਿਵਾਣਾ ਰੇਡੀਓ ਦੇ YouTube ਪੇਜ ਤੇ ਵੀ ਜਾ ਸਕਦੇ ਹੋ। ਰਿਪੀਟ ਪ੍ਰੋਗਰਾਮ ਟਿਵਾਣਾ ਰੇਡੀਓ ਦੇ YouTube ਤੇ ਹੋਣਗੇ ਤੇ ਇਸ ਦੇ ਨਾਲ ਨਾਲ ਤੁਸੀਂ tivanaradio.com ਵੈਬਸਾਈਟ ਤੇ ਜਾ ਕੇ ਸਾਡੀਆਂ ਐਪਸ ਨੇ ਉੱਥੋਂ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਨੂੰ ਐਪਸ ਖਾਸ ਕਰਕੇ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ ਕਾਲ ਟੂ ਲਿਸਨ ਨੰਬਰ, ਲਾਈਵ ਕਾਲ ਕਰ ਉਸ 'ਤੇ ਕਾਲ ਕਰਕੇ ਕਾਲ ਟੂ ਲਿਸਨ ਨੰਬਰ 667 930 9260 'ਤੇ ਕਾਲ ਕਰਕੇ ਸੁਣਿਆ ਜਾ ਸਕਦਾ ਹੈ। ਅਤੇ ਇਸ ਦੇ ਨਾਲ ਹੀ ਵਕਤ ਤੁਹਾਡੇ ਤੋਂ ਵਿਦਾਇਗੀ ਦਾ। ਅਤੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਂਸਰ ਨੇ ਬਾਈ ਜੀ ਸੁਖੀ ਘੁੰਮਣ US ਤੋਂ, ਬੇਕਰਸਫੀਲਡ ਤੋਂ। ਸੋ ਇਹਨਾਂ ਦਾ ਜਿਹੜਾ ਟਰੱਕ ਵਾਸ਼ ਕਾਰੋਬਾਰ ਹੈ, ਇੰਡੀਅਨ ਰੈਸਟੋਰੈਂਟ ਹੈ, ਅਤੇ ਉੱਥੇ ਜਾ ਕੇ ਤੁਸੀਂ ਜਿਹੜਾ ਆਪਣਾ ਟਰੱਕ ਵਧੀਆ ਤਰੀਕੇ ਨਾਲ ਵਾਸ਼ ਕਰਾ ਸਕਦੇ ਹੋ। ਖਾਸ ਕਰਕੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਬ੍ਰੇਕਫਾਸਟ ਪੰਜਾਬ ਵਾਲਾ ਨਾਸ਼ਤਾ ਤੁਹਾਨੂੰ ਮਿਲੇਗਾ। ਸੋ ਯੂਨੀਅਨ ਵਿਲੇਜ ਟਰੱਕ ਸਟਾਪ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 95307। ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਇਹ ਯੂਨੀਅਨ ਵਿਲੇਜ ਟਰੱਕ ਸਟਾਪ ਇੰਡੀਅਨ ਰੈਸਟੋਰੈਂਟ ਦੇ ਵਿੱਚ ਸਵਾਦਲੀ ਖਾਣੇ ਅਤੇ ਦੇਸੀ ਘਿਓ ਦੇ ਪਰੌਂਠਿਆਂ ਦਾ, ਦਹੀਂ ਦਾ ਆਨੰਦ ਮਾਣੋ। ਪੰਜਾਬ ਦੀ ਖੁਸ਼ਬੂ ਮਹਿਸੂਸ ਕਰੋਗੇ ਅਤੇ ਨਾਲ ਨਾਲ ਆਪਣਾ ਟਰੱਕ ਵੀ ਧੋਇਆ ਜਾ ਸਕਦਾ। ਅਤੇ ਬੇਕਰਸਫੀਲਡ ਦੇ ਵਿੱਚ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸ ਜਗ੍ਹਾ 'ਤੇ ਹੈ ਇਹ ਇਹਨਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ। ਸੁਖੀ ਘੁੰਮਣ ਦਾ ਨੰਬਰ ਹੈ 661 304 7500। ਸੋ ਇਸ ਦੇ ਨਾਲ ਹੀ ਵਕਤ ਵਿਦਾਇਗੀ ਦਾ। ਅਤੇ ਸਾਡੇ ਨਾਲ ਕੋਈ ਸਾਂਝ ਸੁਨੇਹਾ ਪਾਉਣਾ ਹੋਵੇ ਤਾਂ 98 763 09655 ਨੰਬਰ 'ਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ, ਅਤੇ ਜਾਂ ਮੇਰੇ ਪਰਸਨਲ ਨੰਬਰ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਅਤੇ ਸਵੇਰੇ ਫਿਰ ਭਾਰਤੀ ਸਮਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਬਣਿਆ ਰਹੇਗਾ। ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰਾਖਾ। ਸੋ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਵਾ ਗਿਆ। ਧੰਨਵਾਦ। ਸਤਿ ਸ਼੍ਰੀ ਅਕਾਲ।